This meeting is being recorded. ਹਾਂਜੀ ਵਾਹਿ ਕੇਸਰ ਖਾਲਸਾ ਸਿੰਘ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਆਵਾਜ਼ ਨਹੀਂ ਆ ਰਹੀ। ਸੰਤ ਜਨਾ ਮਿਲ ਹਰ ਜਸ ਗਾਇਓ, ਦੁਬਾਰਾ ਸੰਤ ਲੀਕ ਜਨਾ ਕਰਕੇ ਮਿਲ ਹਰ ਜਸ ਗਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ सोई मन पायो, जो चाहत सोई मन पायो। ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ। कर कृपा हर नाम दिवायो, कर कृपा हर नाम दिवायो। ਕਰ ਕੇ ਦਿਵਾਇਓ, ਕਰਕੇ ਆਮ ਦਿਵਾਇਓ। ਸਰਬ ਸੁਖ ਹਰ ਨਾਮ ਬੜਾਏ, ਸਰਬ ਸੁਖ ਹਰ ਨਾਮ ਬੜਾਏ। ਸਰਬ ਸੁਖ ਨਾਮ ਗਈ, ਸਰਬ ਸੁਖ ਹਰ ਨਾਮ ਬੜਾਏ। ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਰੇ ਵੈਬਿਨਾਰ ਵਿੱਚ ਜੁੜੇ ਹੋਏ ਸੱਜਣਾਂ ਨੂੰ ਵਾਹਿਗੁਰੂ ਜੀ ਖਾਲਸਾ, ਫਤਿਹ ਜੀ। ਜਿੱਦਾਂ ਅਸੀਂ ਅੱਜ ਅਨਾਉਂਸ ਕੀਤਾ ਸੀ, ਸਾਡੇ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ, ਉਹਨਾਂ ਨੇ ਜਿਨ੍ਹਾਂ ਨੂੰ ਟੱਚ ਕੀਤਾ, ਉਹਨਾਂ ਨੂੰ ਆਪਣੀ ਬਾਣੀ ਨਾਲ ਜੁੜਿਆ। ਉਹਨਾਂ ਚੋਂ ਇੱਕ ਕਮਿਊਨਿਟੀ ਜਿਹਨੂੰ ਅਸੀਂ ਸਿੰਧੀ ਕਮਿਊਨਿਟੀ ਕਹਿੰਦੇ ਹਾਂ, ਸ਼ਾਇਦ ਅਸੀਂ ਸਾਰੇ ਜਣੇ ਉਹਨਾਂ ਬਾਰੇ ਘੱਟ ਜਾਣਦੇ ਹਾਂ। ਅਸੀਂ ਸੁਣਦੇ ਜ਼ਰੂਰ ਰਹਿੰਦੇ ਹਾਂ, ਬਟ ਉਹ ਕਿੱਦਾਂ, ਉਹਨਾਂ ਦੀ ਕਲਚਰਲ ਵੈਲਿਊਜ਼ ਕੀ ਹੈ, ਉਹ ਕਿਸ ਤਰੀਕੇ ਨਾਲ ਮੰਨਦੇ ਆ, ਜਾਂ ਇਹਦੇ ਵਿੱਚ ਸਾਡਾ ਥੋੜਾ ਜਿਹਾ ਨੌਲੇਜ ਘੱਟ ਹੈ। ਸੋ ਇਸ ਥੋੜੀ ਜਿਹੀ ਆਪਣੀ ਗਿਆਨ ਨੂੰ ਠੀਕ ਕਰਨ ਲਈ ਮੈਂ ਰਿਕੁਐਸਟ ਕੀਤੀ ਡਾਕਟਰ ਮਨਦੀਪ ਕੌਰ, ਜਿਹੜੇ ਬੰਬੇ ਚ ਹੈਗੇ ਆ ਪ੍ਰੋਫੈਸਰ। ਸੋ ਪਹਿਲੇ ਅੱਗੇ ਸੈਮੀਨਾਰ ਵਿੱਚ ਆ ਚੁੱਕੇ ਆ ਸਾਡੇ। ਇਹਨਾਂ ਨੇ ਪੈਰੈਂਟਿੰਗ ਦਾ ਸੈਮੀਨਾਰ ਕੀਤਾ ਸੀ, ਬਹੁਤ ਵਧੀਆ ਸੈਮੀਨਾਰ ਸੀਗਾ ਸਾਡਾ। ਤੇ ਸੋ ਉਹਨਾਂ ਨੂੰ ਰਿਕੁਐਸਟ ਕੀਤੀ, ਕਿਉਂਕਿ ਉਹ ਇਸ ਕਮਿਊਨਿਟੀ ਨਾਲ ਡੀਲ ਵੀ ਕਰਦੇ ਆ ਤੇ ਇਹਨਾਂ ਦੇ ਬੱਚਿਆਂ ਨਾਲ ਵੀ ਤੇ ਹੋਰਾਂ ਨਾਲ ਵੀ। ਸੋ ਉਹਨਾਂ ਨੂੰ ਕਿਹਾ ਕਿ ਸਾਨੂੰ ਇਹਨਾਂ ਦੀ ਆਈਡੀਆ ਕਿਸ ਤਰੀਕੇ ਨਾਲ ਗੁਰੂ ਨਾਨਕ ਦੀ ਆਈਡੀਓਲੋਜੀ ਦੇ ਉੱਤੇ ਇਹਨਾਂ ਦਾ ਫੇਥ ਹੈ, ਔਰ ਅਸੀਂ ਥੋੜਾ ਜਿਹਾ ਬਾਅਦ ਵਿੱਚ ਡਿਸਕਸ ਕਰੀਏ ਕਿ ਅਸੀਂ ਕਿਉਂ ਨਹੀਂ ਉਹਨਾਂ ਨੂੰ ਆਪਣੇ ਵਿੱਚ ਤੇ ਆਪਣੇ ਨਾਲ, ਜਾਂ ਆਪਣੇ ਕਿਸ ਤਰੀਕੇ ਨਾਲ ਜੋੜ ਸਕਦੇ ਹਾਂ, ਕਿਸ ਤਰੀਕੇ ਨਾਲ ਅਸੀਂ ਹਿਊਮੈਨਿਟੀ ਦੇ ਤੌਰ ਦੇ ਉੱਤੇ ਅਸੀਂ ਇਕੱਠਾ ਕਿਉਂ, ਅਸੀਂ ਵਿਤਕਰਾ ਕਿਉਂ ਪਾਇਆ। ਸੋ ਵੈਲਕਮ ਮਨਦੀਪ ਕੌਰ ਜੀ, ਸੌਰੀ, ਪਲੀਜ਼ ਤੁਸੀਂ ਹੁਣ ਟੇਕ ਆਊਟ ਕਰੋ ਤੇ ਤੁਹਾਨੂੰ ਮੈਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਸਾਰੇ ਭੈਣਾਂ ਭਰਾਵਾਂ ਨੂੰ ਜਿਹੜੇ ਇਸ ਵੈਬੀਨਾਰ 'ਚ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵੈਬੀਨਾਰ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਦੋ ਚੀਜ਼ਾਂ ਬਿਲਕੁਲ ਸਾਂਝੀਆਂ ਕਰਨੀ ਚਾਹੁੰਦੀ ਹਾਂ ਕਿ ਜੋ ਕੁਝ ਵੀ ਮੈਂ ਅੱਜ ਪ੍ਰੈਜ਼ੈਂਟ ਕਰ ਰਹੀ ਹਾਂ ਜਾਂ ਸ਼ੇਅਰ ਕਰ ਰਹੀ ਹਾਂ, ਇਹ ਸਿਰਫ ਮੇਰੇ ਪਰਸਨਲ ਐਕਸਪੀਰੀਐਂਸਿਸ ਨੇ। ਇਹਦਾ ਜਿਹੜਾ ਓਪੀਨੀਅਨ ਹੈ ਉਹ ਮੇਰਾ ਐਕਸਪੀਰੀਐਂਸ਼ੀਅਲ ਹੈ ਅਬਾਊਟ ਦ ਕਮਿਊਨਿਟੀ, ਅਬਾਊਟ देयर लिविंग। सो मैं कुछ स्लाइड्स तैयार कीतियां ने, हाउ आई हैव सीन
this community growing and how they are retaining the ideology of Guru Nanak Dev Ji in their practical living. ਜਿਹੜੀ ਅਸੀਂ ਜਿਵੇਂ ਕਹਿੰਦੇ ਆ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਤੇ ਇਸ ਕਮਿਊਨਿਟੀ ਨੇ ਗੁਰਬਾਣੀ ਨਾਲ ਜੀਵਨ ਜਾਚ ਕਿਵੇਂ ਪ੍ਰੈਕਟੀਕਲ ਲਿਵ ਕੀਤੀ ਹੈ ਉਹ ਚੀਜ਼ਾਂ ਮੈਂ ਸ਼ੇਅਰ ਕਰਨਾ ਚਾਹ ਰਹੀ ਹਾਂ ਇਸ ਵੈਬੀਨਾਰ ਦੇ ਵਿੱਚ। ਤੇ ਉਹਦੇ ਵਾਸਤੇ ਥੋੜੀ ਜੀ ਹਿਸਟਰੀ ਤੋਂ ਸ਼ੁਰੂ ਕਰਾਂਗੀ ਕਿ ਸਿੰਧ ਕੀ ਸੀ, ਫਿਰ ਇੰਡੀਆ ਪਾਕਿਸਤਾਨ, ਫਿਰ ਸਾਰੀਆਂ ਜਿਹੜੀਆਂ ਸਲਾਈਡਸ ਨੇ ਉਸ ਤਰ੍ਹਾਂ ਥੋੜਾ ਡਿਵੈਲਪ ਕਰਕੇ, ਕਿਉਂਕਿ ਕਈਆਂ ਨੂੰ ਜਾਂ ਅਜੇ ਤੱਕ ਵੀ ਮਤਲਬ ਜਿਵੇਂ ਇਸ ਚੀਜ਼ ਬਾਰੇ ਕਿ ਅਸੀਂ ਸਿੰਧ ਤੇ ਪੰਜਾਬ ਨੂੰ ਕੰਬਾਈਨ ਕਿਵੇਂ ਕਰਦੇ ਆ, ਰਿਲੇਸ਼ਨਸ਼ਿਪ ਕੀ ਹੈ, ਇਸ ਬਾਰੇ ਮੈਂ 1 ਮਿੰਟ ਆਪਣੀ ਸਲਾਈਡਸ ਸ਼ੇਅਰ ਕਰਦੀ ਹਾਂ, ਫਿਰ ਸਿਸਟਮੈਟਿਕਲੀ ਅਸੀਂ ਇਸ ਕਨਸੈਪਟ ਨੂੰ ਜਾਣਾਂਗੇ। ਮੇਰਾ ਖਿਆਲ ਸਲਾਈਡਸ ਤੁਹਾਨੂੰ ਸਾਰਿਆਂ ਨੂੰ ਆਪਣੀ ਸਕਰੀਨ ਤੇ ਨਜ਼ਰ ਆ ਰਹੀ ਹੋਏਗੀ। ਸੋ ਅੱਜ ਦਾ ਟੌਪਿਕ ਜਿਹੜਾ ਮੇਨ ਹੈ ਉਹ ਸਿੰਧੀਅਤ, देयर फेथ इन आइडियोलॉजी ऑफ गुरु नानक। ਜਦੋਂ ਅਸੀਂ ਸਿੰਧੀਅਤ ਕਹਿ ਦਿੱਤਾ ਤਾਂ ਅਸੀਂ ਸਿੰਧੀ ਜਾਂ ਸਿੰਧੀ ਕਮਿਊਨਿਟੀ ਦਾ ਇੱਕ ਵਰਡ, ਜਿਵੇਂ ਅਸੀਂ ਕਿਸੇ ਗੱਲ ਨੂੰ ਕਹਿੰਦੇ ਆ ਸੱਭਿਅਤਾ, ਸਿੰਧੀਅਤ ਜਿਹੜੀ ਹੈ ਉਹ ਸਿਵਲਾਈਜੇਸ਼ਨ ਹੈ, ਉਹ ਸੱਭਿਅਤਾ ਹੈ। तो ਜਦੋਂ ਅਸੀਂ ਕਮਿਊਨਿਟੀ ਤੋਂ ਗੱਲ ਅੱਗੇ ਕਹਿ ਦਿੱਤੀ which means their style of living ਦੀ ਅੱਜ ਅਸੀਂ ਗੱਲ ਕਰਾਂਗੇ, ਉਹਨਾਂ ਦਾ style of living with ideology of Guru Nanak Dev Ji, philosophy of Guru Nanak Dev Ji, ਜਿਹੜੇ ideas, ਜਿਹੜੀ ideology, ਜਿਹੜੀ philosophy ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਹਿਊਮੈਨਿਟੀ ਨੂੰ ਦੇ ਕੇ ਗਏ ਨੇ, ਸਿੰਧੀ ਕਮਿਊਨਿਟੀ ਜਿਹੜੀ ਹੈ ਉਹਦੇ ਨਾਲ ਆਪਣੀ ਲਿਵਿੰਗ ਕਿਸ ਤਰ੍ਹਾਂ ਕਰਦੇ ਨੇ। ਸੋ ਸਭ ਤੋਂ ਪਹਿਲਾਂ ਮੈਂ ਇੱਕ ਹੋਰ ਅਗਲੀਆਂ ਸਲਾਈਡਸ ਤੇ ਜਾਣ ਤੋਂ ਪਹਿਲਾਂ ਕਿ ਮੈਂ 94 ਦਸੰਬਰ ਵਿੱਚ ਬੰਬੇ ਚ ਆਈ ਸੀ, 95 ਵਿੱਚ ਮੈਂ ਸਿੰਧੀ ਕਮਿਊਨਿਟੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਹ ਟੀਚਰਸ ਟ੍ਰੇਨਿੰਗ ਕਾਲਜ ਸੀ। ਟੀਚਰਸ ਟ੍ਰੇਨਿੰਗ ਕਾਲਜ ਤੋਂ ਗਰੋ ਕਰਦੇ ਕਰਦੇ 24 ਸਾਲਾਂ ਦੇ ਵਿੱਚ ਅੱਜ ਇਹ ਟੀਚਰਸ ਟ੍ਰੇਨਿੰਗ ਕਾਲਜ ਜਿਹੜਾ ਉਹ ਯੂਨੀਵਰਸਿਟੀ ਦੇ ਲੈਵਲ ਤੇ ਪਹੁੰਚ ਗਿਆ। 3 ਬੈਸਟ ਕਾਲਜਸ ਨੂੰ ਮਹਾਰਾਸ਼ਟਰ ਗਵਰਨਮੈਂਟ ਨੇ ਰੈਕਗਨਾਈਜ਼ ਕੀਤਾ ਸਟੇਟ ਕਲਸਟਰ ਯੂਨੀਵਰਸਿਟੀ ਦੇ ਲੈਵਲ ਤੇ। ਸੋ ਉਹ 24 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ, ਔਰ ਉਸ 24 ਸਾਲ ਦੇ ਐਕਸਪੀਰੀਅੰਸਿਸ ਦੇ ਵਿੱਚੋਂ ਮੈਂ ਕੀ ਲਰਨ ਕੀਤਾ ਜਾਂ ਮੈਂ ਕੀ ਦੇਖਿਆ, ਉਸ ਆਈਡੀਓਲੋਜੀ ਨੂੰ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੀ। ਇਸ ਮੈਪ ਵਿੱਚ ਇਹ ਸਪੈਸੀਫਿਕਲੀ ਮੈਪ ਇਸ ਕਰਕੇ ਲਿੱਤਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਇਹਨਾਂ ਦਾ ਕੰਟੈਕਟ, ਜਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਕੀ ਸਿੱਖਿਆ ਕਿਹੜੇ ਟਾਈਮ ਪੀਰੀਅਡ ਵਿੱਚ। ਤੇ ਉਸ ਵੇਲੇ ਜਿਹੜਾ ਇੰਡੀਆ ਦਾ ਮੈਪ, ਇੰਡੀਆ ਮੀਨਸ ਭਾਰਤ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੇ ਨਕਸ਼ੇ ਤੇ ਸਿੰਧ ਕਿੱਥੇ ਸੀ, ਜਾਂ ਭਾਰਤ ਦਾ ਉਸ ਵੇਲੇ ਜਿਹੜਾ ਨਕਸ਼ਾ ਉਲੀਕਿਆ ਗਿਆ, ਕਿਉਂਕਿ ਬੜੀ ਰਿਸਰਚ ਹੋਈ ਹੈ, ਬਹੁਤ ਹਿਸਟੋਰੀਅਨਸ ਨੇ ਆਪਣੇ ਆਪਣੇ ਟਾਈਮ ਪੀਰੀਅਡ ਨਾਲ ਚੀਜ਼ਾਂ ਪ੍ਰੈਜ਼ੈਂਟ ਕੀਤੀਆਂ ਨੇ। ਗਜਨੀ ਦੇ ਟਾਈਮ ਵਿੱਚ ਜਿਹੜਾ, ਔਰ ਦਿੱਲੀ ਸਲਤਨਤ ਜਿਹੜੀ ਹੈ ਜਾਂ ਮੁਸਲਿਮ ਕਿੰਗਡਮ, ਇੱਥੇ 2 ਸਪੈਸੀਫਿਕ ਗੱਲਾਂ ਇਹ ਮੈਂਸ਼ਨ ਕਰਨ ਵਾਸਤੇ ਬਣਦੀਆਂ ਨੇ ਕਿ ਉਸ ਟਾਈਮ ਪੀਰੀਅਡ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ ਸੀ, ਉਸ ਟਾਈਮ ਪੀਰੀਅਡ ਵਿੱਚ 2 ਮੇਨ ਚੀਜ਼ਾਂ, ਹਿੰਦੂ ਕਮਿਊਨਿਟੀ ਤੇ ਮਨੂ ਸਮ੍ਰਿਤੀ ਦਾ ਜ਼ੋਰ ਬਹੁਤ ਜ਼ਬਰਦਸਤ ਸੀ। ਮਨੂ ਸਮ੍ਰਿਤੀ ਦੇ ਆਰਡੀਨੈਂਸਿਸ ਦੇ ਨਾਲ ਔਰਤਾਂ ਦੀ ਜਿਹੜੀ ਸਿਚੁਏਸ਼ਨ ਜਾਂ ਬੱਚਿਆਂ ਦੀ ਉਹ ਇੰਪਲੀਮੈਂਟਡ, ਔਰ ਬਹੁਤ ਜ਼ਬਰਦਸਤ ਇੰਪੈਕਟ ਸੀ। ਦੂਸਰੇ ਪਾਸੇ ਪਠਾਨ, ਮੁਗਲਸ, ਇਹਨਾਂ ਨੇ ਇਨਵੇਡ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਤੁਸੀਂ ਕਹਿ ਲਓ ਸਲਤਨਤ ਕਹਿ ਲਓ, ਜਾਂ ਉਸ ਤੋਂ ਬਾਅਦ ਜਿਹੜੀਆਂ ਸਟੇਟਸ ਨੇ ਉਹਨਾਂ ਦੀ ਡਿਵਾਈਡ, ਫਿਰ ਕੰਟਰੀਜ਼ ਦੇ ਨਾਮ ਚੇਂਜ, ਪਾਰਟੀਸ਼ਨ, ਹਰ ਜਦੋਂ ਆਪਾਂ ਹਿਸਟਰੀ ਪੜ੍ਹਦੇ ਆ ਜਾਂ ਪੜ੍ਹਾਉਂਦੇ ਆ ਤਾਂ ਸਾਨੂੰ ਟਾਈਮ ਲਾਈਨ ਜ਼ਰੂਰ ਕੰਸੀਡਰ ਕਰਨੀ ਪੈਂਦੀ ਹੈ। ਉਹਨਾਂ 100 ਸਾਲਾਂ ਚ ਕੀ ਹੋਇਆ, 100 ਸਾਲ ਨੂੰ 50 ਸਾਲ ਵਿੱਚ ਡਿਵਾਈਡ ਕਰਕੇ
ਜਿਵੇਂ ਹਿਸਟਰੀ ਲਿਖੀ ਗਈ ਜਾਂ ਜਿਵੇਂ ਅੱਗੋਂ ਪੜ੍ਹਾਈ ਜਾ ਰਹੀ ਹੈ। ਸੋ ਦਿਸ ਇਜ਼ ਵਾਟ ਆਈ ਜਸਟ ਵਾਂਟਡ ਟੂ ਸ਼ੇਅਰ। ਸਿੰਧ ਜਿਹੜਾ ਹੈ ਉਹ 5 ਮੇਜਰ ਪ੍ਰੋਵਿੰਸਸ ਆਫ ਪਾਕਿਸਤਾਨ ਦੇ ਵਿੱਚ ਜਿਹੜਾ ਮੇਨ ਅੱਜ ਦੀ ਡੇਟ ਵਿੱਚ ਵੀ ਗਿਣਿਆ ਜਾਂਦਾ ਹੈ। Though Muslims from that largest religion are over there in the largest, ਉਸ time ਤੇ Christians ਵੀ ਆਏ, Zoroastrians ਜਿਨ੍ਹਾਂ ਨੂੰ ਅੱਜ ਅਸੀਂ ਪਾਰਸੀ ਕਹਿੰਦੇ ਆ, and Hindus also were there, but main language of Sindh is prevalent even today also in Sindhi. The province is associated with Indus civilization. ਇੰਡਸ ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸਭਿਅਤਾ, ਜਿਹਨੂੰ ਅਸੀਂ ਪੰਜਾਬੀ ਚ ਆਮ ਜਿਹੜੇ ਵੀ ਪੰਜਾਬ ਨਾਲ ਬਿਲੋਂਗ ਕਰਦੇ ਨੇ ਜਾਂ ਜਿਨ੍ਹਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਪੜ੍ਹਿਆ, ਸਿੰਧੂ ਘਾਟੀ ਦੀ ਸਭਿਅਤਾ ਤੋਂ ਸਾਡੀ ਹਿਸਟਰੀ ਸ਼ੁਰੂ ਹੁੰਦੀ ਹੈ ਸਾਡੇ ਸਕੂਲ ਐਜੂਕੇਸ਼ਨ ਬੋਰਡ ਵਿੱਚ। ਜਦੋਂ ਅਸੀਂ ਹਿਸਟਰੀ ਪੜ੍ਹਾਉਣੀ ਸ਼ੁਰੂ ਕਰਦੇ ਹਾਂ, ਅਸੀਂ ਉਸ ਸਭਿਅਤਾ ਤੋਂ ਪੜ੍ਹਾਉਣਾ ਸ਼ੁਰੂ ਕਰਦੇ ਆ। ਸੋ ਜੇ ਛੋਟੀ ਵਾਲੀ ਤੁਸੀਂ ਇੱਥੇ ਦੇਖ ਸਕੋ ਤੇ ਇਹ ਸਿੰਧ ਜਿਹੜਾ ਇਹ ਕਿੱਥੇ ਕਿੱਥੇ ਕਨੈਕਟ ਕਰਦਾ ਹੈ, ਗੁਜਰਾਤ ਨਾਲ ਵੀ ਕਨੈਕਟ ਕਰਦਾ ਹੈ। ਅਗਲੀਆਂ ਸਲਾਈਡਸ ਦੇ ਵਿੱਚ ਮੈਂ ਇਹਦਾ ਜ਼ਿਆਦਾ ਪਿਕਟੋਰੀਅਲ ਪ੍ਰੈਜੈਂਟੇਸ਼ਨ, ਕਿ ਉਹਦਾ ਪਿਕਟੋਰੀਅਲ ਪ੍ਰੈਜੈਂਟੇਸ਼ਨ ਦਾ ਰੈਲੇਵੈਂਸ ਵੀ ਇਹੀ ਹੈ ਕਿ ਜਦੋਂ ਸਿੰਧੀ ਮਾਈਗ੍ਰੇਟ ਹੋਏ ਤਾਂ ਇੰਡੀਆ ਦੀਆਂ ਕਿਹੜੀਆਂ ਸਟੇਟਸ ਵਿੱਚ ਆਏ। ਸੋ ਇਹਦੀ ਜਿਹੜੀ ਲੋਕੇਸ਼ਨ ਬੇਸਿਕਲੀ ਉਹ ਹੈ ਕਿ ਲਾਰਜੈਸਟ ਪ੍ਰੋਵਿੰਸ ਹੈ ਪਾਕਿਸਤਾਨ ਦੀ। ਸਿੰਧ ਦਾ ਬਾਰਡਰ ਜਿਹੜਾ ਬਲੋਚਿਸਤਾਨ ਦੇ ਵਿੱਚ, ਜਿਵੇਂ ਅਸੀਂ ਵੈਸਟ ਦਾ ਉੱਧਰ ਵੀ ਲੱਗਦਾ ਹੈ, ਤੇ ਗੁਜਰਾਤ ਤੇ ਰਾਜਸਥਾਨ ਦੇ ਨਾਲ ਅੱਜ ਦੀ ਡੇਟ ਵਿੱਚ ਜਿਹੜਾ ਇਹ ਬਾਰਡਰ ਲੱਗਦਾ ਹੈ। ਆਫਟਰ ਪਾਰਟੀਸ਼ਨ 1947 ਤੋਂ ਬਾਅਦ ਜਦੋਂ ਇੱਕ ਡਿਵਾਈਡ ਹੋਈ, ਡੀਮਾਰਕੇਸ਼ਨ ਡਿਕਲੇਅਰ ਕੀਤੀ ਗਈ, ਉਦੋਂ ਕਿਹੜੇ ਬਾਰਡਰ ਦੇ ਨਾਲ ਜਿਹੜਾ ਸਿੰਧ ਲੱਗਦਾ ਹੈ। ਔਰ ਉਸ ਤੋਂ ਅੱਗੇ ਮਾਈਗ੍ਰੇਸ਼ਨ ਤੋਂ ਬਾਅਦ ਮੇਨ ਜਿਹੜਾ ਅੱਜ ਅਸੀਂ ਇਸ ਵੈਬੀਨਾਰ ਵਿੱਚ ਗੱਲ ਕਰਨੀ ਚਾਹਾਂਗੀ ਮੈਂ ਤੁਹਾਡੇ ਨਾਲ, ਕਿ 1947 ਤੋਂ ਬਾਅਦ ਇੰਡੀਆ ਵਿੱਚ ਆ ਕੇ ਇਹਨਾਂ ਨੇ ਕਿੰਨੀ ਪ੍ਰੋਗਰੈਸ ਕੀਤੀ ਜਾਂ ਉਹਨਾਂ ਦੀ ਐਜੂਕੇਸ਼ਨਲ ਸੈਟਅਪ, ਕਿਉਂਕਿ ਮੇਰੀ ਮੇਜਰ ਲਰਨਿੰਗ ਜਿਹੜੀ ਹੈ ਉਹ ਇਹਨਾਂ ਦੀ ਐਜੂਕੇਸ਼ਨਲ ਸੈਟਅਪ ਤੋਂ ਮੈਂ ਸ਼ੇਅਰ ਕਰਨਾ ਚਾਹਾਂਗੀ। ਸੋ ਸਿੰਧ ਜਿਹੜੇ ਬੇਸਿਕਲੀ ਜਿਹੜੇ ਸਿੰਧੀਜ਼ ਨੇ ਉਹ ਪੰਜਾਬੀਆਂ ਦੀ ਤਰ੍ਹਾਂ ਹੀ ਐਗਰੀਕਲਚਰ ਨਾਲ ਰਿਲੇਟਡ ਨੇ। ਇਰੀਗੇਸ਼ਨ, ਐਗਰੀਕਲਚਰ, ਇਹਨਾਂ ਦੀਆਂ ਕ੍ਰੌਪਸ ਵੀ ਜਿਹੜੀਆਂ ਮੇਜਰ ਕ੍ਰੌਪਸ ਨੇ, ਵੀਟ, ਰਾਈਸ, ਕਾਟਨ, ਆਇਲ ਸੀਡਸ, ਸ਼ੂਗਰ ਕੇਨ, ਫਰੂਟਸ, ਕਿਉਂਕਿ ਇਹ ਹੱਥੀਂ ਕਿਰਤ ਕਰਨ ਵਾਲੇ ਲੋਕ ਉਸ ਵੇਲੇ ਸਿੰਧ ਵਿੱਚ ਵੀ ਹੱਥੀਂ ਕਿਰਤ ਕਰਨ ਵਾਲੇ ਲੋਕ ਸੀ। ਬਾਅਦ ਵਿੱਚ ਇਹਨਾਂ ਨੂੰ ਅੰਤਰਪ੍ਰੈਨਿਓਰ ਦੀ ਤਰ੍ਹਾਂ ਪਹਿਚਾਣਿਆ ਗਿਆ। ਇਹਨਾਂ ਨੇ ਬਿਜ਼ਨਸ, ਟ੍ਰੇਡਰਸ ਜਿਹੜੇ ਕਹਿੰਦੇ ਨੇ, ਉਸ ਵੇਲੇ ਜਦੋਂ ਆਪਾਂ ਵੋਕੇਸ਼ਨ ਨੂੰ ਡਿਵਾਈਡ ਕਰਦੇ ਸੀ ਪੜ੍ਹਨ ਵਾਸਤੇ ਜਾਂ ਅੰਡਰਸਟੈਂਡ ਕਰਨ ਵਾਸਤੇ, ਤਾਂ ਇਹ ਮੋਬਿਲਿਟੀ ਇਹਨਾਂ ਦੀ ਬੜੀ ਸਟਰੋਂਗ ਸੀ। ਸੋ ਦੇ ਵਰ ਕੰਸਿਡਰਡ ਟੂ ਬੀ ਟ੍ਰੇਡਰਸ, ਇੱਕ ਥਾਂ ਤੋਂ ਦੂਸਰੀ ਥਾਂ ਮੂਵ ਕਰਕੇ ਆਪਣਾ ਬਿਜ਼ਨਸ ਕਰਦੇ ਸੀ। ਸੋ ਦੈਟਸ ਹਾਊ देयर ਲਿਵਿੰਗ ਹੈਡ ਬੀਨ। ਐਂਡ ਲਾਸਟ ਜਿਹੜੀ ਮੈਂ ਗੱਲ ਸ਼ੇਅਰ ਕਰ ਰਹੀ ਹਾਂ ਕਿ ਦੇ ਆਰ ਵੈਰੀ ਹਾਰਡ ਵਰਕਿੰਗ ਪੀਪਲ। ਹੌਸਪਿਟੈਲਿਟੀ ਇਹਨਾਂ ਦੀ ਬਹੁਤ ਸਟਰੋਂਗ ਹੈ। ਦੇ ਆਰ ਓਪਨ ਮਾਈਂਡਡ ਕਮਿਊਨਿਟੀ। ਨਾਓ ਓਪਨ ਮਾਈਂਡਡ ਕਮਿਊਨਿਟੀ ਮੈਂ ਖਾਸ ਇਸ ਕਰਕੇ ਕਹਿ ਰਹੀ ਹਾਂ ਕਿ ਜਿੰਨੇ ਜ਼ਿਆਦਾ ਇਹ ਓਪਨ ਮਾਈਂਡਡ ਹੈ ਉਨੇ ਜ਼ਿਆਦਾ ਹੀ ਇਹ ਪ੍ਰੋਗਰੈਸਿਵ ਨੇ। ਓਪਨ ਮਾਈਂਡਡਨੈਸ ਜਿਹੜੀ ਹੈ ਇਹ ਆਈ ਫੀਲ ਪਰਸਨਲੀ ਉਹ ਸਾਨੂੰ ਪ੍ਰੋਗਰੈਸਿਵ ਐਂਡ ਪ੍ਰੋਸਪੈਰਿਟੀ ਦੇ ਰਸਤੇ ਤੇ ਜ਼ਰੂਰ ਚਲਾਉਂਦੀ ਹੈ। ਔਰ ਇਹ ਬੜੇ ਪੀਸਫੁਲ ਨੇ, ਔਰ ਪੀਸਫੁਲ ਇਨ ਦਾ ਸੈਂਸ ਕਿ ਹੰਬਲ ਔਰ ਆਪਣੀ ਹਿਊਮਿਲਿਟੀ ਨਾਲ ਜੀਣ ਵਾਲੇ ਲੋਕ ਨੇ। So that's how I have understood Sindhis. There are many other opinions also. People they feel ke Sindhi shrewd ne, crooked ne, ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ sharpness ਨਾਲ ਇਹਨਾਂ ਨੂੰ ਜੋੜਿਆ ਜਾਂਦਾ ਹੈ। ਹੋ ਸਕਦਾ ਉਹ characteristic ਵੀ ਜ਼ਰੂਰ ਹੋਏਗਾ, ਪਰ ਇਹਨਾਂ ਦੀ ਹਿਊਮਿਲਿਟੀ ਜਿਹੜੀ ਹੈ ਔਰ ਹੰਬਲਨੈਸ ਜਿਹੜੀ ਹੈ, ਡਾਊਨ ਟੂ ਅਰਥ ਜਿਹੜੀ ਨੇਚਰ ਹੈ, ਉਹ ਬਹੁਤ ਜ਼ਿਆਦਾ ਸ਼ਾਇਦ ਉੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਹੈ ਇਹਨਾਂ ਦੀ ਲਿਵਿੰਗ ਵਿੱਚ ਰਿਫਲੈਕਟ ਕਰਦੀ ਹੈ। So these are some of the places I just wanted to share ਕਿ ਜਦੋਂ ਮਾਈਗ੍ਰੇਸ਼ਨ ਤੋਂ ਬਾਅਦ ਇਹਨਾਂ ਨੇ ਵੀ ਪਾਕਿਸਤਾਨ, ਜਿਵੇਂ ਸਿੱਖ ਕਮਿਊਨਿਟੀ ਨੂੰ ਪਾਕਿਸਤਾਨ ਛੱਡਣਾ ਪਿਆ ਔਰ ਸਾਡੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ
ਸਾਡੀ ਮਤਲਬ ਸਾਡੇ ਤੋਂ ਅਗਲੀ ਜਨਰੇਸ਼ਨ ਜਿਹੜੇ ਇਸ ਵੇਲੇ ਜਿਨ੍ਹਾਂ ਦੀ ਉਮਰ 70 75 80 ਸਾਲ ਦੇ ਉਮਰ ਦੇ ਲੋਕ ਹੋਣਗੇ ਜਾਂ ਉਸ ਤੋਂ ਵੀ ਜ਼ਿਆਦਾ ਉਮਰ ਦੇ ਲੋਕ ਹੋਣਗੇ ਜਿਨ੍ਹਾਂ ਨੇ, ਕਿਉਂਕਿ ਅਸੀਂ 75 ਸਾਲ ਤੇ ਹੋ ਚੁੱਕੇ, ਅਸੀਂ ਇਸ ਡਿਵਾਈਡ ਨੂੰ ਦੇਖ ਰਹੇ ਹਾਂ। ਤੇ ਉਸ ਤੋਂ ਪਹਿਲਾਂ ਦੇ ਜਿਹੜੇ ਲੋਕੀ ਬੋਰਨ ਨੇ ਉਹਨਾਂ ਦਾ ਬਹੁਤ ਸਾਰਾ ਦਰਦ ਜਿਹੜਾ ਉਹ ਉਹਨਾਂ ਰੈਮਿਨੀਸੈਂਸਿਸ ਦੇ ਨਾਲ ਜੁੜਿਆ ਹੋਇਆ ਹੈ ਔਰ ਉਹ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਸ ਦੇ ਨਾਲ ਜੁੜੀਆਂ ਨੇ। ਇਸੇ ਤਰ੍ਹਾਂ ਇਸੇ ਤਰ੍ਹਾਂ ਸਿੰਧੀ ਕਮਿਊਨਿਟੀ ਦੀਆਂ ਬਹੁਤ ਸਾਰੀਆਂ ਬਿਲੋਂਗਿੰਗਨੈਸ ਕਹਿ ਲੋ ਕਿ ਉਹਨਾਂ ਚੀਜ਼ਾਂ ਦੇ ਨਾਲ, ਜਿਵੇਂ ਉਹ ਉੱਥੇ ਜੋ ਛੱਡ ਆਏ। ਫੋਰ ਐਗਜ਼ਾਮਪਲ ਜਿਹੜੀ ਹੈ ਇੱਕ ਪਿਕਚਰ ਥੱਟਾ ਦੇ ਵਿੱਚ, ਇਹ ਲੋਕ ਕਹਿੰਦੇ ਨੇ ਉੱਥੇ ਇਹਨਾਂ ਦਾ ਬਹੁਤ ਵੱਡਾ ਇੱਕ ਦੀਵਾਨ ਲੱਗਦਾ ਸੀ ਜਿੱਥੇ ਇਹ ਹਮੇਸ਼ਾ ਗੁਰੂ ਨਾਨਕ ਦੀ ਫਿਲਾਸਫੀ ਨੂੰ, ਜਾਂ ਜਦੋਂ ਵੱਡੇ ਵੱਡੇ ਸਮਾਗਮ ਹੁੰਦੇ ਸੀ ਇਹ ਉਦੋਂ ਉਸ ਵੇਲੇ ਸਾਰੀ ਇਹਨਾਂ ਦੀ ਕਮਿਊਨਿਟੀ ਇਕੱਠੇ ਹੋ ਕੇ ਗੁਰੂ ਨਾਨਕ ਜਯੰਤੀ ਜਿਹੜੀ ਹੈ ਉਹ ਸੈਲੀਬ੍ਰੇਟ ਕਰਦੇ ਸੀ। ਸੋ some of the places I could collect the pictures which they try to remember। ਜਦੋਂ ਅਸੀਂ ਸੁੱਕਰ ਇੱਕ ਜਗ੍ਹਾ ਸੀ, ਜਾਂ ਇਹ ਜਿਹੜੀਆਂ ਮੈਂਸ਼ਨ ਕੀਤੇ ਨਾਮ ਨੇ, ਇਹਨਾਂ ਦੇ ਨਾਲ ਇਹਨਾਂ ਦੀ ਬੜੀ ਸਟਰੋਂਗ ਬਿਲੋਂਗਿੰਗਨੈਸ ਹੈ। ਉਸ ਵੇਲੇ ਕਰਾਚੀ ਵਿੱਚ ਬਹੁਤ ਵੱਡਾ, ਕਰਾਚੀ ਵਿੱਚ ਇਹਨਾਂ ਦੇ ਕਾਲਜਿਸ ਵੀ ਹੈਗੇ ਸੀ, ਯੂਨੀਵਰਸਿਟੀਜ਼ ਵੀ ਹੈਗੀਆਂ ਸੀ। ਮੈਂ ਜਿਹਦੇ ਨਾਲ ਡੀਲ ਕੀਤਾ ਹੈ ਹੈਦਰਾਬਾਦ ਸਿੰਧ ਨੈਸ਼ਨਲ ਕਾਲਜੀਏਟ ਬੋਰਡ। ਹੈਦਰਾਬਾਦ ਸਿੰਧ ਨੈਸ਼ਨਲ ਕਾਲਜੀਏਟ ਬੋਰਡ, ਉਹ ਇਹਨਾਂ ਦਾ ਉੱਥੇ ਪਾਇਨੀਅਰ ਕਾਲਜ ਜਿਹੜਾ ਇਹ ਉਸ ਥਾਂ ਤੇ ਡਿਵੈਲਪ ਹੋਇਆ। ਬੜੀ ਦੇਰ ਇਹਨਾਂ ਨੇ ਉਸ ਜਗ੍ਹਾ ਨੂੰ ਛੱਡਿਆ ਨਹੀਂ, ਪਰ ਹੌਲੀ ਹੌਲੀ ਕਰਕੇ ਇਹਨਾਂ ਨੂੰ ਉੱਥੋਂ ਮਾਈਗ੍ਰੇਟ ਹੋਣਾ ਪਿਆ। 47 ਵਿੱਚ ਇਹਨਾਂ ਨੇ ਬੜੀ ਸਟਰੋਂਗ ਸਟੇ ਬੈਕ ਕਰਨ ਦੀ ਕੋਸ਼ਿਸ਼ ਕੀਤੀ, ਬਟ ਜਿਵੇਂ ਜਿਵੇਂ ਫਿਰ ਅੱਗੋਂ ਹਾਲਾਤ ਜ਼ਿਆਦਾ ਵਿਗੜਦੇ ਗਏ, 52 ਤੋਂ ਬਾਅਦ ਇਹਨਾਂ ਨੂੰ ਮਾਈਗ੍ਰੇਟ ਹੋ ਕੇ ਪਾਕਿਸਤਾਨ ਛੱਡਣਾ ਹੀ ਪਿਆ। ਔਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਨਾਲ ਕੀ ਲਿੰਕ ਹੈ ਜਾਂ ਕਿੱਦਾਂ, ਇਹ ਜਿਹੜੀ ਸਲਾਈਡ ਹੈ ਇੱਥੇ ਮੈਂ ਪਰਪਸਲੀ ਟਰੈਵਲਸ ਆਫ ਗੁਰੂ ਨਾਨਕ ਇਸ ਕਰਕੇ ਸਾਰੀਆਂ 4-5 ਸਲਾਈਡਸ ਇਕੱਠੀਆਂ ਇਸ ਲਈ ਕੀਤੀਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਕਹਿ ਲੋ ਜਾਂ ਉਹਨਾਂ ਦੇ ਟਰੈਵਲਸ ਤੇ ਬੜੀ ਰਿਸਰਚ ਹੋ ਚੁੱਕੀ ਹੈ। ਔਰ देयर आर डिफरेंसेस बिटवीन द ट्रेवल्स आल्सो फ्रॉम द स्कॉलर्स। कई स्कॉलर्स ने किया कि 4 उदासियां कीतियां ने, कईयां ने किया 5 उदासियां कीतियां ने। That does not matter to us in this webinar because जिन्नी वारी भी गुरु नानक देव जी, क्योंकि सिंध लोगां दा बिलीव ये है कि गुरु नानक साहब सिंध में बहुत बार आए थे, तो असी एक उदासी या 2 उदासियां या 3 उदासियां दे नाल रिलेट भी नहीं कर सकते। उन्हां दा सिंध नाल कनेक्ट या सिंध दे ऊपर इंपैक्ट, एक्चुअली सिंधियत या सिंध लोग जेड़े ने ओ गुरु नानक देव जी नू अपना सेवियर रखवाला मनदे ने, इस करके कि उस वेले उन्हां ते कन्वर्जन दा अटैक होना शुरू हो गया सी। पठान्स, मुगल्स ਇਹ ਸਾਰੇ ਆ ਕੇ ਉਹਨਾਂ ਦੀ ਧਰਮ ਨੂੰ ਕਨਵਰਜਨ ਤੇ ਅਟੈਕ ਕਰ ਰਹੇ ਸੀ ਤੇ ਸਿਰਫ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਇਹਨਾਂ ਦੀ ਰੱਖਿਆ ਕੀਤੀ। ਔਰ ਇਹਨਾਂ ਨੂੰ ਜਿਹੜਾ ਪਿੱਛੋਂ ਇਹ ਫੋਲੋ ਕਰਦੇ ਆ ਰਹੇ ਨੇ ਆਰੀਆ ਸਮਾਜੀ, ਐਂਸ਼ੀਐਂਟ ਇੰਡੀਆ ਦਾ ਜਿਹੜਾ ਅਸੀਂ ਕਲਚਰ ਕਹਿੰਦੇ ਆ ਜਾਂ ਐਂਸ਼ੀਐਂਟ ਇੰਡੀਆ ਜਿਹੜੇ ਰਿਲੀਜਨ ਨਾਲ ਜੀ ਰਿਹਾ ਸੀ ਉਸ ਵੇਲੇ, ਤਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੀ ਉਸ ਵੇਲੇ ਰੱਖਿਆ ਕੀਤੀ। ਸੋ बेसिकली वी नीड टू अंडरस्टैंड कि ये आर्यंस ने, आर्या समाजी ने, सिंध नाल बिलोंग करते ने, पर ये गुरु नानक देव जी दे शेल्टर दे अंडर आ गए उस वेले क्योंकि गुरु नानक देव जी नू ये अपना सेवियर मनदे ने, अपना रखवाला मनदे ने। सो जिन्नी वारी भी जदों ट्रैवल्स दी गल करिए ते जदों भी ट्रैवल कीता गुरु नानक देव जी ने अपनी बाणी दे थ्रू, फरीद जी दी बाणी दे थ्रू इन्हां दे उपर इंपैक्ट किया। इस करके ये सूफियाना कलाम ओनू भी बहुत ज्यादा मनदे ने, सूफियाना कलाम। और जिन्ना भी एंशिएंट इंडिया दा रिलीजियस कल्चर है ओदे विच ये लोग बिलीव करते ने। एक इन्हां दी आइडियोलॉजी दा या इन्हां दी थिंकिंग, इन्हां दी फिलोसफी नू
ਪ੍ਰੋਜੈਕਟ ਕਰਨ ਵਾਸਤੇ ਇੱਕ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ। ਸੋ ਗਿਵ ਮੀ 1 ਮਿੰਟ। ਉਹ ਵੀਡੀਓ ਜਿਹੜਾ ਆਪਣੇ ਆਪ ਚ ਸੈਲਫ ਸਪੀਕਿੰਗ ਹੈ, ਉਸ ਤੋਂ ਬਾਅਦ ਮੈਂ ਅਗਲੀ ਸਲਾਈਡਸ ਤੁਹਾਡੇ ਨਾਲ ਸ਼ੇਅਰ ਕਰਾਂਗੀ। Give me a moment. I will just share about. Take your time. ਹਾਂਜੀ। ਵੀਰ ਜੀ ਤੁਸੀਂ ਮੈਨੂੰ ਦੱਸਣਾ ਕਿ ਸਾਊਂਡ ਆ ਰਹੀ ਹੈ? ਵੀਡੀਓ ਚਲਾਉਣ ਨੂੰ ਹਾਂਜੀ ਹਾਂਜੀ, ਇੱਕ ਮਿੰਟ ਸੌਰੀ ਵੀਰ ਜੀ, ਮੈਂ ਸਾਊਂਡ ਸ਼ੇਅਰ ਕਰਦੀ ਹਾਂ। ਆ ਰਹੀ ਹੈ ਜੀ ਤੁਹਾਡੀ ਆਵਾਜ਼? ਨਹੀਂ ਮੇਰੀ ਨਹੀਂ ਵੀਰ ਜੀ, ਵੀਡੀਓ ਦੀ ਆਣੀ। ਮੈਂ ਸਮਝ ਗਈ, ਉਹਦੇ ਨਾਲ ਮੈਂ ਸਾਊਂਡ ਸ਼ੇਅਰ ਨਹੀਂ ਕੀਤੀ। गुरु सुखमनी पढ़ करके निकलते हैं। हमारे घर में कुछ प्रोग्राम होते हैं तो गुरु ग्रंथ साहब सुखमनी पढ़ करके निकलते हैं। हमारे घर में कुछ प्रोग्राम होते हैं तो गुरु ग्रंथ साहब रख कर करके और उनकी पूजा की जाती है। गुरु नानक जयंती जितने जोश और खरोश से सिख मनाते हैं, उतने ही जोश के साथ हम सिंधी लोग भी उतनी ही गुरु नानक जयंती को हम अपना नेशनल पर्व मान करके मनाते हैं। सिंधी में आपने एक चीज देखी होगी कि हमारे जो सूफी सिंधी होते हैं वो हम अपने बच्चों को वाहेगुरु बोलना सिखाते हैं, और हमारे जितने भी सिंधी सिख होते हैं वो आज भी सिंधी में बात करते हैं, जो कई जगह पर होते हैं। सिंधी सिख डेरा जो कि करीब करीब 40 डेरा हिंदुस्तान के अंदर हैं, और सिंधी मंदिर अगर आप देखेंगे तो उनके अंदर हमारे गुरु ग्रंथ साहब रखे हुए हैं। हमारे जितने भी सिंधियों के मंदिर हैं उसमें भी हम लोग गुरु ग्रंथ साहब रख करके उनकी पूजा पाठ करते हैं। श्री गुरुचरण सिंह जी देव, गुरु नानक जी के जो दो पुत्र थे, बाबा श्रीचंद जी और बाबा लक्ष्मीचंद जी। जो श्रीचंद जी थे वो थे उदासीन पंथ के, और बाबा लक्ष्मीचंद जी जो थे वो सिख पंथ के थे। हम लोग बाबा श्रीकांत जी के उदासीन पंथ को मानते हैं, जिसमें जैसे हमारी कई आपने सरनेम देखी होगी, उदासी, जग्यासी, मसंद, ये सब हमारे उस पंथ के अंदर आते हैं। आज दुबई के अंदर, जबकि एक मुस्लिम कंट्री है, वहां पे वहां के शेखों ने हमें इतनी बड़ी लैंड दी है कि सिंधी जो हमारे दुबई के हैं, पायोनियर, वन ऑफ द पायोनियर दादा वाशीष रॉक, वहां पे पूरा एक गुरुद्वारा बना रहे हैं, बहुत बड़ा गुरुद्वारा बना रहे हैं दुबई के अंदर। जबकि हमारे हिंदुस्तान के अंदर हम अपने रामलला को लेकर आने के लिए 500 साल तक इंतजार करते रहे हैं। सबसे बड़ी बात यह है कि मैं खुद एक गुरुद्वारे में दिया हुआ था बचपन से ही। आप विश्वास नहीं करेंगे, पूना के अंदर पदम जी कंपाउंड के अंदर बाबा अमोलक दास जी, माधव दास जी की एक दरबार है, जिसके अंदर मुझे बचपन में दिया गया, और मैं करीब वहां पे 3 साल तक रहा। और गुरु ग्रंथ साहब और गुरुमुखी और कैसे सेवा की जाती है गुरुद्वारों के अंदर। शादी के वक्त मुझे वहां से मोक्ष आ गया, कि मोक्ष दिलाया गया कि अब आपकी शादी हो रही है तो अब आप गुरुद्वारे में वहां पे इस काम के लिए, क्योंकि वहां पे जो उस गुरुद्वारे में थे वो सब के सब किसी ने भी शादी नहीं की थी, और सब करीब करीब 40 और 50 साल की एज के अंदर समा गए थे। जैसे मैंने बताया कि हमारे ग्रेट ग्रैंडफादर साहब भी सरदारी थे। तो सिंधी और सिखों के अंदर जो बहादुरी, डेडिकेशन, गुरु नानक साहब जी के प्रति जो डेडिकेशन है, और एक चीज हम लोगों ने बहुत अच्छी तरह से देखी कि सिख और सिंधियों में कभी आपको कोई भीख मांगता हुआ नहीं मिलेगा। मोस्ट ये लोग जितने दिले और हिम्मत वाले और जितने काम करने वाले होते हैं, इनको ऊपर वालों ने शांत प्रवृत्ति का कहा है। सिख जरूर हमारे आर्मी में हो, चाहे कोई भी ऐसी जगह हो जहाँ पे वो अपना
पूरा जोश दिखाते हैं, लेकिन सिंधी जो कि थोड़े से शांत स्वभाव के होते हैं, लेकिन मतलब हार्मफुल नहीं होते हैं, लेकिन सिंधी और सिखों का हर त्योहार एक साथ मनाया जाता है। हमारे सिंधियों के हर घर के अंदर आप देखेंगे कि हमारे सुखमनी जरूर रखी जाती है। मैं भी जब सुबह निकलता हूं तो सुखमनी का एक पेज पढ़ के जरूर निकलता हूं, जो मेरे पापा ने मुझे दी थी कि सुखमनी जब सुबह घर से आप निकलते हैं तो मंदिर में उसका एक पेज खोल करके पढ़ के उसके बाद ही आप घर से निकला करें। बाबा थारा सिंह जी जो थे, आज भी उनका फोटो अमृतसर के म्यूजियम में वहां पे रखा गया है, और 108 साल की उम्र के अंदर उनकी डेथ हुई थी, और उन्होंने 108 साल की उम्र के साथ 80 साल तक उन्होंने तपस्या की थी, 80 साल तक। जबकि उनका जन्म तलवंडी में हुआ था, जो कि जिसको आज नानकाना कहते हैं, वो आज पाकिस्तान के अंदर है। सिंधी और सिखों के रिलेशनशिप के बारे में जितनी भी हम बात करें उतनी कम है, लेकिन आज चूंकि मुझे ये मौका दिया गया, जो मुझे थोड़ा बहुत मेरे नॉलेज के हिसाब से था, मुझे पता है आज एपी सिंह जी हैं और गिल साहब हैं, डॉक्टर हक, आई वुड लाइक टू लिसन टू देम मोर ओवर देयर, और रिलेशंस, क्योंकि इस टॉपिक के ऊपर एपी सर भी बात कर रहे हैं, इवन आई वुड लाइक टू लर्न समथिंग फ्रॉम देयर। थैंक यू वेरी मच फॉर गिविंग दिस अपॉर्चुनिटी टू मी एंड टॉकिंग अबाउट ऑन 550th बर्थडे ऑफ श्री गुरु नानक साहब, और इस प्रोग्राम IGNCA में बुलाया गया, उसके लिए मैं आप सब लोगों का धन्यवाद करता हूँ। थैंक यू सो मच। मेरा ख्याल वीर जी साउंड क्लियर आई होएगी। सो साउंड ठीक है। हाँ जी, सो वीडियो जेड़ा वो आज तो हुन आज 23 चल रहा है ते 4-5 साल पुराना, जदों 2019 दे विच सारी दुनिया विच गुरु नानक देव जी दा 550 साल जेड़ा इंडिया दे विच ते UGC यूनिवर्सिटी ग्रांट्स कमीशन ने डिक्लेयर किया सी कि सारियां एजुकेशनल इंस्टीट्यूशंस दे विच जेड़ा गुरु नानक जयंती जेड़ी है वो बहुत जोश नाल मनाई जावे। सो उस वेले आई जस्ट विश टू शेयर एट दैट पॉइंट ऑफ टाइम, पहली गल ते सिंधियां दे सारे गुरुद्वारा सारे कॉलेजेस दे विच प्रोमिनेंटली गुरु नानक देव जी दी फोटो लगाई जाती है। हुन असी कई बार ये फील करते हैं फोटोआं लगानियां ठीक नहीं, फोटोआं क्यों लगाइयां जांदियां, ये बिलीव करते ने या ये सोचते ने जे फोटो नाल असी दिखावांगे नहीं अगली जनरेशन नू, ਇਹ वाद विवाद ਦਾ ਵਿਸ਼ਾ ਸਾਡੇ ਅੰਦਰ ਵੀ ਹੈ, ਪਰ point which they are wanting to present is ਕਿ ਜਿੰਨੀ ਦੇਰ ਤੱਕ ਅਸੀਂ ਫੋਟੋ ਦਿਖਾ ਕੇ ਅਗਲੀ ਜਨਰੇਸ਼ਨ ਨੂੰ ਦੱਸਾਂਗੇ ਨਹੀਂ ਕਿ ਸਾਡਾ ਗੁਰੂ ਕੌਣ ਹੈ, ਸਾਰੇ ਪ੍ਰਿੰਸੀਪਲਾਂ ਦੇ ਆਫਿਸ ਦੇ ਵਿੱਚ ਸਭ ਤੋਂ ਉੱਪਰ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੁੰਦੀ ਹੈ। So I am just sharing the next slide with you all. So wish to present further points. So गुरु नानक देव जी दी फिलोसफी या आइडियोलॉजी नाल आज दी डेट विच जे असी गल करिए कि एक कम्युनिटी पोस्ट इंडिपेंडेंस इन्हां दियां अचीवमेंट्स की ने। नाउ हुने 2 मिनट पहले जदों मैं ए वीडियो दिखा रही सी ते ओ भी कह रहे सी कि दुबई दे विच गुरुद्वारे दी जगह दित्ती गई। आई एम श्योर, आई थिंक उस तो बाद ये सुनन विच आया कि वो गुरुद्वारा इनॉगुरेट भी हो चुका है, पर मैं ज्यादा फॉलो नहीं किया, सो ऑथेंटिकली मैं नहीं कह सकती। पर उस वेले इन्नी क्योंकि वो ਜਿਹੜਾ ਫੇਜ਼ ਚੱਲ ਰਿਹਾ ਸੀ ਜਾਂ ਉਸ ਤੋਂ ਬਾਅਦ 2020 ਵਿੱਚ ਲੋਕਡਾਊਨ ਹੋਇਆ, ਫਿਰ ਲੋਕਡਾਊਨ ਦੇ ਵਿੱਚ ਵੀ ਬੜੀਆਂ ਫੋਲੋ ਅਪ ਕੀਤੀਆਂ ਗਈਆਂ। ਗੁਰੂ ਤੇਗ ਬਹਾਦਰ ਜੀ ਦਾ ਵੀ ਗੁਰਪੁਰਬ ਜਿਹੜਾ ਉਹ ਵੀ ਬੜੀ ਪ੍ਰੋਮੀਨੈਂਟਲੀ ਸਾਰੀਆਂ ਇੰਸਟੀਟਿਊਸ਼ਨਸ ਦੇ ਵਿੱਚ ਯਾਦ ਕੀਤਾ ਗਿਆ, ਮਨਾਇਆ ਗਿਆ। ਉਸ ਵੇਲੇ ਵੀ ਇਹਨਾਂ ਨੇ ਬਹੁਤ ਕੰਟਰੀਬਿਊਟ ਕਰਕੇ ਔਰ ਆਪਣੀ ਜਿਹੜੀ ਹੈ ਰਿਟੈਂਸ਼ਨ ਆਫ ਫਿਲਾਸਫੀ ਨੂੰ अपनी जनरेशन दे विच पहुंचाण दी कोशिश की। Now before I come to current achievements of Mumbai colleges or university, I just wish to present and show it over here कि उस webinar जेड़ा Bombay Teachers Training College विच seminar conduct किया गया,
ਉਹਦੀ ਆਊਟਪੁੱਟ। now this is the ਇੱਕ ਮਿੰਟ ਮੈਂ ਸਕਰੀਨ ਬੰਦ ਕਰ ਦਿੰਨੀ ਆ ਸ਼ਾਇਦ, ਹਾਂਜੀ maybe now this can be more clear because मैं screen ਵੱਡੀ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। This is the book which is the output of seminar which was conducted in 2019 by this university and this college, और ਜਿਹਦੇ ਵਿੱਚ 42 ਜਿਹੜੇ ਆਰਟੀਕਲਸ ਰਿਸਰਚ ਪੇਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਹਦਾ ਮੈਸੇਜ ਲਿਖਿਆ ਸੀ। 42 ਰਿਸਰਚ ਪੇਪਰ all over India ਇਕੱਠੇ ਕੀਤੇ ਗਏ। ਨਾउ ਕਿਉਂ ਮੈਂ ਪ੍ਰੋਮੀਨੈਂਟਲੀ ਇਹ ਜਿਹੜੀ ਗੱਲ ਕਹਿ ਰਹੀ ਹਾਂ 42 ਪੇਪਰਸ ਆਰਟੀਕਲਸ ਲਿਖੇ ਗਏ, ਕਿਉਂ ਮੈਂ ਪ੍ਰੋਮੀਨੈਂਟਲੀ ਇਹ ਗੱਲ ਕਹਿਣਾ ਚਾਹ ਰਹੀ ਹਾਂ? ਉਸ ਵੇਲੇ ਨੌਨ ਸਿੰਧੀ ਐਂਡ ਨੌਨ ਸਿੱਖ ਉਸ ਕਮਿਊਨਿਟੀ ਨੂੰ ਵੀ ਪਤਾ ਚੱਲਿਆ ਇਸ ਬੁੱਕ ਵਿੱਚ ਆਰਟੀਕਲ ਲਿਖਣ ਲੱਗਿਆ ਕਿ ਸਿੰਧੀਆਂ ਦਾ ਤੇ ਸਿੱਖਾਂ ਦਾ ਆਪਸ ਵਿੱਚ ਰਿਲੇਸ਼ਨ ਕੀ ਹੈ। ਸਿੰਧੀ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਫੋਲੋਅਰਸ ਕਿਉਂ ਨੇ? when I said it non Sindhi and non Sikh, I mean to say ਇਸ ਬੁੱਕ ਦੇ ਵਿੱਚ ਪਾਰਸੀਆਂ ਨੇ ਵੀ ਆਰਟੀਕਲਸ ਲਿਖੇ ਨੇ, ਇਸਲਾਮਿਕ ਨੂੰ ਫੋਲੋ ਕਰਨ ਵਾਲੇ ਲੋਕਾਂ ਨੇ ਵੀ ਆਰਟੀਕਲ ਇਸ ਕਿਤਾਬ ਵਿੱਚ ਲਿਖੇ ਨੇ, ਹਿੰਦੂ ਕਮਿਊਨਿਟੀ ਨੇ ਤੇ ਲਿਖੇ ਹੀ ਲਿਖੇ ਨੇ ਕਿਉਂਕਿ ਉਹ ਕਾਲਜਸ ਦੇ ਵਿੱਚ ਜੌਬ ਕਰਦੇ ਨੇ। ਸੋ I just want to mention over here ਕਈ ਚੀਜ਼ਾਂ ਸਿੱਖ ਕਮਿਊਨਿਟੀ ਨੂੰ ਤੇ ਭਾਵੇਂ ਨਹੀਂ ਪਤਾ, ਪਰ ਦੂਸਰੀ ਕਮਿਊਨਿਟੀ ਨੂੰ ਵੀ ਇਹ ਚੀਜ਼ਾਂ ਉਸ ਵੇਲੇ ਪਤਾ ਚੱਲੀਆਂ ਜਦੋਂ ਇਹ ਸੈਮੀਨਾਰ ਘੱਟੋ ਘੱਟ 300 ਕੇ 400 ਲੋਕਾਂ ਨੇ ਮਿਲ ਕੇ ਮਨਾਇਆ, ਜਿਹਦੇ ਚ ਸਿੰਧੀ ਕਮਿਊਨਿਟੀ, ਇਸਲਾਮਿਕ ਕਮਿਊਨਿਟੀ, ਸਾਰੀ ਕਮਿਊਨਿਟੀ ਦੇ ਲੋਕ ਦਾਦਰ ਗੁਰਦੁਆਰੇ ਜਾ ਕੇ ਇਕੱਠੇ ਹੋਏ, followed by the seminar which was at all India level, ਔਰ 3 colleges ਨੇ ਇਕੱਠੇ ਹੋ ਕੇ ਇਹ ਸੈਮੀਨਾਰ ਮਨਾਇਆ ਉਸ ਵੇਲੇ। So just wanted to say ਕਿ ਕਈ ਚੀਜ਼ਾਂ ਅਸੀਂ ਮਿਸ ਆਊਟ ਕਰ ਗਏ ਆ, ਸਿੰਧੀਆਂ ਬਾਰੇ ਸਾਨੂੰ ਨਹੀਂ ਪਤਾ, ਪਰ ਇਹੋ ਜੀਆਂ ਕਲੈਕਟਿਵ ਸੈਲੀਬ੍ਰੇਸ਼ਨਸ ਹੋਣ ਦੇ ਨਾਲ ਦੂਸਰੀਆਂ ਕਮਿਊਨਿਟੀਜ਼ ਨੂੰ ਵੀ ਪਤਾ ਚੱਲਿਆ ਕਿ ਸਿੰਧੀਆਂ ਤੇ ਸਿੱਖਾਂ ਦਾ ਆਪਸ ਵਿੱਚ ਜਾਂ ਉਹਨਾਂ ਦੀ ਫੋਲੋ ਅਪ ਜਾਂ ਜੇ ਗੁਰੂ ਨਾਨਕ ਤੇ ਵਿਸ਼ਵਾਸ, ਉਹ ਗੁਰੂ ਨਾਨਕ ਦੇਵ ਜੀ ਤੇ ਵਿਸ਼ਵਾਸ ਕਿਉਂ ਕਰਦੇ ਨੇ ਜਾਂ ਉਹਦਾ ਰੀਜ਼ਨ ਕੀ ਹੈ। So I am coming to the current situation now। ਜਦੋਂ ਪਾਰਟੀਸ਼ਨ ਤੋਂ ਬਾਅਦ ਇਹ ਲੋਕ ਆ ਕੇ ਜਿਹੜੀਆਂ ਬਿਲਕੁਲ ਨਾਲ ਲੱਗਦੀਆਂ ਸਟੇਟਸ ਸੀ ਉਹਨਾਂ ਸਟੇਟਸ ਦੇ ਵਿੱਚ ਇਹ ਆ ਕੇ ਸੈਟਲ ਹੋਏ। ਇੱਥੇ ਬੰਬੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਹੁਣ ਅੱਜ ਦੀ ਡੇਟ ਵਿੱਚ ਜਿਹਨੂੰ ਯਾਦ ਕੀਤਾ ਜਾਂਦਾ ਹੈ, ਉल्हासनगर ਜਿਹੜਾ ਹੈ ਉਹ ਇੱਕ ਟਾਊਨਸ਼ਿਪ ਹੈ, ਬਹੁਤ ਵੱਡੀ ਟਾਊਨਸ਼ਿਪ ਹੈ। ਪਰ ਇਸ ਬੋਰਡ ਦੇ ਜਿਹੜੇ ਪਾਇਨੀਅਰ ਸੀ, ਹੈਦਰਾਬਾਦ ਸਿੰਧ ਨੈਸ਼ਨਲ ਕਾਲਜੀਏਟ ਬੋਰਡ ਦੇ ਪਾਇਨੀਅਰ ਫਾਊਂਡਰ ਸੀ, ਉਹ ਆਪਣਾ ਤਕਰੀਬਨ ਸਾਰਾ ਕੁਝ ਉਥੋਂ ਇੰਟੈਲੈਕਚੁਅਲ ਕਾਪੀਰਾਈਟ ਤੱਕ ਆਪਣੇ ਨਾਲ ਲੈ ਕੇ ਆਏ। ਔਰ ਉਹਨਾਂ ਨੇ ਸਭ ਤੋਂ ਪਹਿਲੇ ਹੁਣ ਥੋੜੀ ਦੇਰ ਪਹਿਲੇ ਮੇਰਾ ਖਿਆਲ ਇਹ 1 ਸਾਲ 21 ਦੀ ਗੱਲ ਹੈ, ਇਹਨਾਂ ਨੇ ਆਪਣੀ 70 ਸਾਲ ਦੀ ਹਿਸਟਰੀ 70 ਸਾਲ ਦੀ ਹਿਸਟਰੀ ਨੂੰ ਇਸ ਬੁੱਕ ਦੇ ਵਿੱਚ ਕੰਪਾਈਲ ਕੀਤਾ ਹੈ। ਇਸ ਬੁੱਕ ਦੇ ਵਿੱਚ 16 ਕਾਲਜਸ, 8 ਸਕੂਲ ਔਰ 1 ਯੂਨੀਵਰਸਿਟੀ ਇਹ ਆਊਟਪੁੱਟ ਹੈ ਜਿਸ ਨੂੰ ਕੰਪਾਈਲ ਕੀਤਾ ਗਿਆ। ਮੈਂ ਇੱਕ ਵਾਰੀ ਫਿਰ ਸਲਾਈਡ ਬੰਦ ਕਰ ਦਿੰਨੀ ਆ, ਫਿਰ ਬੁੱਕ ਦੀ ਜਿਹੜੀ ਇੰਪੈਕਟ ਹੈ ਉਹ ਜ਼ਿਆਦਾ ਕਲੀਅਰ ਨਜ਼ਰ ਆ ਸਕੇਗਾ। ਹਾਂਜੀ, ਇਸ ਕਿਤਾਬ ਦੇ ਵਿੱਚ ਫਸਟ ਆਫ ਆਲ ਆਈ ਫੀਲ ਕਿ ਆਸਾਨ ਨਹੀਂ ਹੈ 70 ਸਾਲ ਦੀ ਹਿਸਟਰੀ ਨੂੰ ਇਕੱਠਾ ਕਰਨਾ ਔਰ ਕੰਪਾਈਲ ਕਰਨਾ ਔਰ ਫਿਰ ਪੂਰਾ ਇੰਪੈਕਟਫੁਲੀ ਉਹਨੂੰ ਪ੍ਰੈਜ਼ੈਂਟ ਕਰਨਾ। ਸੋ 7 decades legacy of learning, I hope the book is clear। ਇਹ ਲੋਕ ਸੀ ਜਿਹੜੇ ਉਸ ਵੇਲੇ ਉੱਥੋਂ ਆਏ ਔਰ ਉਹਨਾਂ ਨੇ ਇੱਥੇ ਆ ਕੇ ਕਾਲਜਸ ਖੋਲਣੇ ਸ਼ੁਰੂ ਕੀਤੇ। ਇਹ ਉਸ ਟਾਈਮ ਦੀਆਂ ਫੋਟੋਆਂ ਨੇ। ਸੋ first chapter of the book is the mission of educational output, which says I will start a college in Bombay। ਇਹਨਾਂ ਦੀ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਜਦੋਂ ਇਹਨਾਂ ਨੂੰ
ਅਪਰੂਟ ਕੀਤਾ ਗਿਆ। ਇਹਨਾਂ ਨੂੰ ਪਾਕਿਸਤਾਨ ਤੋਂ ਕਹਿ ਮਤਲਬ ਉਸ ਵੇਲੇ ਇਹ ਰਹਿ ਨਹੀਂ ਸਕੇ, ਇਹ ਇਸ ਮਿਸ਼ਨ ਨਾਲ ਆਏ ਕਿ ਇਹੋ ਜਿਹਾ ਕਾਲਜ ਜਿਹੜਾ ਇਹ ਦਿਸ ਇਜ਼ ਦਾ ਕਾਲਜ ਵਿਚ ਵਾਸ ਇਨ ਪਾਕਿਸਤਾਨ। ਤੋ ਇਸ ਫਸਟ ਚੈਪਟਰ ਦੇ ਵਿੱਚ ਮੈਂ ਫਸਟ ਚੈਪਟਰ ਦੀਆਂ ਕੁਝ ਲਾਈਨਾਂ ਤੁਹਾਡੇ ਵਾਸਤੇ ਪੜਾਂਗੀ। 16 colleges, 8 schools, the recently launched HSNC, Hyderabad Sindh National Collegiate University, with 3 newly established institutions, 45,000 students ਇਹਨਾਂ ਦੀਆਂ universities or colleges ਵਿੱਚੋਂ pass out ਹੁੰਦੇ ਨੇ। So this was what specifically ਇਸ book ਦੇ ਵਿੱਚ ਇਹਨਾਂ ਨੇ ਸਾਰੇ ਆਪਣੇ colleges ਦੀ history, ਸਾਰੀਆਂ ਆਪਣੀਆਂ achievements, ਇਹ market ਜਾਂ commercial book available ਨਹੀਂ ਹੈ, ਪਰ 2020 ਦੇ ਵਿੱਚ ਜਿਹੜੀ ਹੈ ਗਵਰਨਰ ਆਫ ਮਹਾਰਾਸ਼ਟਰ ਉਸ ਟਾਈਮ ਤੇ ਯੂਨੀਵਰਸਿਟੀ ਲਾਂਚ ਕੀਤੀ, ਔਰ ਇਹ ਸਾਰੀ ਇਹਨਾਂ ਦੀ ਐਜੂਕੇਸ਼ਨਲ ਆਊਟਪੁੱਟ ਹੈ। ਸੋ ਸਪੈਸੀਫਿਕਲੀ ਅੱਜ ਦੇ ਸੈਮੀਨਾਰ ਵਾਸਤੇ ਜਦੋਂ ਡਾਕਟਰ ਜਗਜੀਤ ਸਿੰਘ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੀ ਸੰਗਤ ਨਾਲ ਸ਼ੇਅਰ ਕਰੋ, ਇਹ ਬੁੱਕ ਸਿਰਫ ਲਾਇਬ੍ਰੇਰੀ ਵਾਸਤੇ ਹੈ। ਸੋ ਫਰਾਈਡੇ ਸੈਟਰਡੇ ਮੈਂ ਬੁੱਕ ਲਾਇਬ੍ਰੇਰੀ ਵਿੱਚੋਂ ਲੈ ਕੇ ਆਂਦੀ ਔਰ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਕਿ ਆਪਣੀ ਪੂਰੀ ਲੈਗੇਸੀ ਨੂੰ ਇਹਨਾਂ ਨੇ ਇਸ ਬੁੱਕ ਦੇ ਵਿੱਚ ਕੰਬਾਈਨ ਕੀਤਾ, ਕੰਪਾਈਲ ਕੀਤਾ, ਪਬਲਿਸ਼ ਕੀਤਾ, ਔਰ ਆਪਣੀਆਂ ਸਾਰੀਆਂ, ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ, ਬੁੱਕ ਲਿਖਣ ਦਾ ਮਤਲਬ ਇਹੀ ਹੁੰਦਾ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਇਹ ਪਤਾ ਚੱਲੇ ਕਿ ਸਿੰਧੀਆਂ ਨੇ ਕੀ ਪ੍ਰੋਗਰੈਸ ਕੀਤੀ ਹੈ ਔਰ ਉਹਨਾਂ ਦੀ ਐਜੂਕੇਸ਼ਨਲ ਆਊਟਪੁੱਟ ਕੀ ਹੈ। ਮੈਂ ਦੁਬਾਰਾ ਸਕਰੀਨ ਸ਼ੇਅਰ ਕਰ ਰਹੀ ਹਾਂ। So which is ਜਿਹੜੇ main my points which is my experiential learning, how they live their lifestyle। ਪਹਿਲੀ ਗੱਲ ਮੈਂ ਇੱਕ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਸਾਰੇ colleges ਦੇ ਵਿੱਚ ਪ੍ਰਿੰਸੀਪਲ ਆਫਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਨੇ ਸ਼ੀਸ਼ਿਆਂ ਦੀਆਂ ਕਬਰਡਸ ਦੇ ਵਿੱਚ ਦੇ ਵਿੱਚ ਉਹਨਾਂ ਨੂੰ ਇਨਸਟੇਟ ਕੀਤਾ ਹੋਇਆ ਹੈ। ਔਰ ਉੱਥੋਂ ਜਦੋਂ ਵੀ ਕੋਈ ਵੱਡਾ ਇਵੈਂਟ ਹੁੰਦਾ ਹੈ, ਜਿਵੇਂ ਗੁਰੂ ਨਾਨਕ ਜਯੰਤੀ ਕਹਿ ਲਓ ਜਾਂ ਕਾਲਜ ਦੀ ਇਨੋਗੂਰੇਸ਼ਨ ਕਹਿ ਲਓ ਜਾਂ ਜੋ ਕੁਝ ਵੀ, ਫਿਰ ਉਸ ਵੇਲੇ ਇਹ ਨਹੀਂ ਮੈਂ ਕਹਿ ਰਹੀ ਕਿ ਹਰ ਰੋਜ਼ ਪ੍ਰਕਾਸ਼ ਕਰਦੇ ਨੇ ਜਾਂ ਹਰ ਰੋਜ਼ ਇੰਸਟੀਟਿਊਸ਼ਨਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਰਿਹਾ, ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਔਰ ਪਹਿਲੇ ਮੈਂ ਸ਼ਾਇਦ ਸੁਣਿਆ ਸੀ ਜਾਂ ਮੈਨੂੰ ਪਤਾ ਸੀ ਕਿ ਇਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਇੱਕ ਡਿਊਟੀ ਲਗਾਈ ਜਾਂਦੀ ਸੀ, ਸਮਬਡੀ ਜਿਵੇਂ ਡਿਵਿਨਿਟੀ ਟੀਚਰ ਜਾਂ ਇਸ ਤਰ੍ਹਾਂ, ਪਰ ਅੱਜ ਕੱਲ ਮੈਨੂੰ ਉਹ ਨਜ਼ਰ ਨਹੀਂ ਆਇਆ। ਪਰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹਨਾਂ ਨੇ ਪਰਮਾਨੈਂਟ ਸਟੇਟ ਕੀਤਾ ਹੋਇਆ, ਔਰ ਉੱਥੋਂ ਹੀ ਲੈ ਕੇ ਇਹ ਆਪਣੇ ਇਵੈਂਟਸ ਸੈਲੀਬ੍ਰੇਟ ਕਰਦੇ ਨੇ, ਜਾਂ ਓਕੇਜਨਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਬਲਿਕ ਡਿਸਪਲੇ ਤੇ ਲੈ ਕੇ ਆ ਕੇ, ਔਰ ਇਹਨਾਂ ਨੂੰ ਪਤਾ ਹੈ ਪੂਰੀ ਮਰਿਆਦਾ ਨਾਲ ਪ੍ਰਕਾਸ਼ ਕਰਕੇ ਔਰ ਪੂਰੀ ਮਰਿਆਦਾ ਨਾਲ ਸੈਲੀਬ੍ਰੇਟ ਕਰਕੇ ਆਪਣੇ ਇਵੈਂਟਸ ਜਿਹੜੇ ਨੇ ਆਪਣੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਫਾਊਂਡਰਸ ਡੇ ਸੈਲੀਬ੍ਰੇਟ ਗੁਰਬਾਣੀ ਕੀਰਤਨ ਨਾਲ ਹੀ ਕਰਦੇ ਨੇ। So I mentioned specifically 45,000 students ਸਿੰਧੀ colleges ਜਾਂ ਸਿੰਧੀ universities ਦੇ ਵਿੱਚੋਂ ਪਾਸ ਆਊਟ ਹੋ ਰਹੇ ਨੇ ਅੱਜ ਦੀ ਡੇਟ ਵਿੱਚ, ਜਿਹਦੇ ਵਿੱਚ ਯੂਨੀਵਰਸਿਟੀ ਦੀ ਜੇ ਮੈਂ ਗੱਲ ਕਰਾਂ ਤੇ ਯੂਨੀਵਰਸਿਟੀ ਵਿੱਚ 5 ਸਕੂਲਸ ਨੇ, ਸਕੂਲ ਆਫ ਰੀਅਲ ਐਸਟੇਟ, ਸਕੂਲ ਆਫ ਪਰਫਾਰਮਿੰਗ ਆਰਟ, ਸਕੂਲ ਆਫ ਲਾਅ, ਸਕੂਲ ਆਫ, ਇੱਕ ਸਪੈਸੀਫਿਕ ਗੱਲ ਜਿਹੜੀ ਮੈਂ ਅੱਜ ਸਾਰਿਆਂ ਦੇ ਸਾਹਮਣੇ ਕਹਿ ਸਕਦੀ ਹਾਂ, ਇੰਡੀਆ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਸਕੂਲ ਆਫ ਰੀਅਲ ਐਸਟੇਟ ਅੱਜ ਤੱਕ ਸ਼ੁਰੂ ਨਹੀਂ ਹੋਇਆ। 2020 ਵਿੱਚ ਇਹ ਯੂਨੀਵਰਸਿਟੀ ਸ਼ੁਰੂ ਹੋਈ ਔਰ 21 ਵਿੱਚ ਸਕੂਲ ਆਫ ਰੀਅਲ ਐਸਟੇਟ ਜਿਹੜਾ, ਕਹਿਣ ਦਾ ਮਤਲਬ ਅੱਜ ਤੋਂ ਬਾਅਦ ਜਿਹੜੇ ਵੀ ਸਟੂਡੈਂਟ ਪਾਸ ਆਊਟ ਹੋਣਗੇ, ਈਵਨ ਭਾਵੇਂ ਉਹਨਾਂ ਨੇ ਕੰਸਟਰਕਸ਼ਨ ਚ ਜਾਣਾ ਹੈ, ਆਰਕੀਟੈਕਚਰ ਚ ਜਾਣਾ ਹੈ, ਬਿਲਡਰਸ ਬਣਨਗੇ, ਉਹਨਾਂ ਕੋਲ ਵੀ ਕੁਆਲੀਫਿਕੇਸ਼ਨ ਗੇਨ ਕਰਨ ਦਾ ਕੋਈ ਨਾ ਕੋਈ ਜ਼ਰੀਆ ਹੈ। ਸਕੂਲ ਆਫ ਪਰਫਾਰਮਿੰਗ ਆਰਟਸ ਬਹੁਤ ਪਪੂਲਰ ਡਿਗਰੀ ਨਹੀਂ ਹੈ, ਪਰ ਗ੍ਰੈਜੂਏਸ਼ਨ ਐਂਡ ਪੋਸਟ ਗ੍ਰੈਜੂਏਸ਼ਨ ਜਿਹੜੀ ਹੈ ਸਕੂਲ ਆਫ ਪਰਫਾਰਮਿੰਗ ਆਰਟਸ ਦੇ ਵਿੱਚ ਸਾਰੇ ਤਰ੍ਹਾਂ ਦੇ ਮਿਊਜ਼ੀਸ਼ੀਅਨ, ਸਾਰੇ ਤਰ੍ਹਾਂ ਦੇ ਡਾਂਸਿੰਗ ਐਂਡ ਹਰ ਤਰ੍ਹਾਂ ਦੇ ਟੈਲੈਂਟ ਨੂੰ ਐਪਰੀਸੀਏਟ ਕਰਨ ਵਾਸਤੇ ਇਹ ਡਿਗਰੀ ਜਿਹੜੀ ਹੈ
ਉਹ ਇਨਸਟੇਟ ਕੀਤੀ ਗਈ ਹੈ। ਔਰ ਅਗਲੀ ਅਚੀਵਮੈਂਟ ਜਿਹੜੀ ਹੈ, ਕਿਉਂਕਿ ਜਿਵੇਂ ਮੈਂ ਪਹਿਲੇ ਵੀ ਮੈਂਸ਼ਨ ਕੀਤਾ ਜਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਜਿਵੇਂ ਪੰਜਾਬ ਵਿੱਚ ਆਪਾਂ ਪ੍ਰਾਈਡ ਫੀਲ ਕਰ ਸਕਦੇ ਹਾਂ ਕਿ ਸਿੱਖਾਂ ਨੂੰ ਘੱਟੋ ਘੱਟ ਆਪਣੀ ਇੱਕ ਮਾਈਨੋਰਿਟੀ ਸਟੇਟ ਤੇ ਮਿਲੀ ਨਾ, ਉਹਨਾਂ ਨੂੰ ਆਪਣੀ ਆਈਡੈਂਟੀਟੀ ਤੇ ਮਿਲੀ ਨਾ। ਸਿੰਧੀਆਂ ਨੂੰ ਕੋਈ ਸਟੇਟ ਅਲੋਕੇਟ ਨਹੀਂ ਕੀਤੀ ਗਈ। ਸੋ ਅੱਜ ਦੀ ਡੇਟ ਵਿੱਚ ਇਹਨਾਂ ਨੇ ਗੁਜਰਾਤ ਦੇ ਰਿਵਰ ਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਤੋਂ ਅਗਲਾ ਜਿਹੜਾ ਇਹ ਫੋਲੋ ਕਰਦੇ ਨੇ, ਇਹ ਝੂਲੇ ਲਾਲ ਨੂੰ ਵੀ ਆਪਣਾ ਰਕਸ਼ਕ ਮੰਨਦੇ ਨੇ। ਝੂਲੇ ਲਾਲ ਦੀ ਫਿਲਾਸਫੀ ਜਾਂ ਝੂਲੇ ਲਾਲ ਨੂੰ ਦੀ ਪੂਜਾ ਕਰਦੇ ਨੇ, ਉਹਨਾਂ ਦੀ ਮੂਰਤੀ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਨੇ। ਸੋ ਉਹ ਝੂਲੇ ਲਾਲ ਕਿਉਂਕਿ ਵਾਟਰ ਆਈਡਲ ਹੈ, ਉਹਦਾ ਮਤਲਬ ਪਾਣੀ ਵਿੱਚੋਂ ਕਹਿੰਦੇ ਨੇ ਪ੍ਰਗਟ ਹੋਏ ਔਰ ਉਹਨਾਂ ਨੇ ਸਾਡੀ ਰੱਖਿਆ ਕੀਤੀ। ਤਾਂ ਉਹ ਗੁਜਰਾਤ ਦੇ ਰਿਵਰ ਤੇ ਹੁਣ ਇਹਨਾਂ ਨੇ ਆਪਣਾ ਸਿੰਧੀਅਤ ਨੂੰ ਬਿਲੋਂਗ ਕਰਨ ਵਾਲਾ ਇੱਕ ਗੁਰੂ ਧਾਮ ਉਹ ਬਣਾ ਲਿੱਤਾ ਔਰ ਉਹਦੀ ਇਨੋਗ੍ਰੇਸ਼ਨ ਵੀ ਹੋ ਚੁੱਕੀ ਹੈ ਔਰ ਉਹਦੇ ਤੇ ਹੁਣ ਇਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਸੋ ਇਹ ਚੀਜ਼ਾਂ ਮੇਰਾ ਖਿਆਲ ਜਦੋਂ ਇਹਨਾਂ ਦੀ ਜਾਂ ਡਿਵਾਈਡ ਕਹਿ ਲੋ ਜਾਂ ਫਿਰ ਸਿੱਖ ਕਮਿਊਨਿਟੀ ਨੇ ਬਿਲਕੁਲ ਇਹਨਾਂ ਨੂੰ ਆਪਣੇ ਆਪ ਨਾਲ ਮਿੰਗਲ ਨਹੀਂ ਕੀਤਾ, ਉਸ ਤੋਂ ਬਾਅਦ ਜਿਹੜੀ ਹੈ ਡਿਵਾਈਡ ਜਿਹੜੀ ਹੈ ਕਮਿਊਨਿਟੀਜ਼ ਦੇ ਵਿੱਚ ਵੀ ਵੱਧਦੀ ਗਈ। ਹੁਣ ਇਹ ਆਪਣੀ ਵੱਖਰੀ ਪਲੇਸ ਵੀ ਬਣਾ ਰਹੇ ਨੇ, ਹੁਣ ਇਹ ਆਪਣੀ ਪ੍ਰੋਸਪੈਰਿਟੀ ਆਪਣੀ ਪ੍ਰੋਗਰੈਸ ਦੇ ਹਿਸਾਬ ਨਾਲ। ਪਰ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਇਹਨਾਂ ਨੇ ਰਿਟੈਂਸ਼ਨ ਕਿਵੇਂ ਕੀਤੀ ਹੈ, ਇੱਕ ਵੀਡੀਓ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ, ਫਿਰ ਉਸ ਤੋਂ ਬਾਅਦ 5 ਮਿੰਟ ਵਿੱਚ ਮੈਂ ਗੱਲ ਖਤਮ ਕਰ ਸਕਦੀ ਹਾਂ ਕਿ ਜਦੋਂ ਪਾਰਟੀਸ਼ਨ ਤੋਂ ਬਾਅਦ ਅਸੀਂ ਆਪਣੀ ਪ੍ਰੋਗਰੈਸ ਆਪਣੀ ਪ੍ਰੋਸਪੈਰਿਟੀ ਜਾਂ ਆਪਣੀ ਕਮਿਊਨਿਟੀ ਵਿੱਚ ਸਿੱਖ ਖਾਲਸਾ ਇੰਸਟੀਟਿਊਸ਼ਨਸ ਦੇ ਵਿੱਚ ਪ੍ਰੋਸਪੈਰਿਟੀ ਦੇਖੀਏ ਔਰ ਇਹਨਾਂ ਨਾਲ ਇੱਕ ਕੰਪੈਰੀਟਿਵ ਥੋੜਾ ਜਿਹਾ ਸੋਚ ਵਿਚਾਰ ਕਰੀਏ ਤੇ ਸ਼ਾਇਦ ਅਸੀਂ ਇਹ ਆਪਣਾ ਲੈਵਲ ਸੈੱਟ ਕਰ ਸਕਾਂਗੇ ਕਿ ਅਸੀਂ ਕਿੱਥੇ ਖੜੇ ਹਾਂ ਔਰ ਇਸ ਕਮਿਊਨਿਟੀ ਨੇ ਕਿੰਨੀ ਕੁ ਪ੍ਰੋਸਪੈਰਿਟੀ ਅਚੀਵ ਕੀਤੀ ਹੈ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਫੋਲੋ ਕਰਕੇ। ਜਸਟ ਗਿਵ ਮੀ ਅ ਮਿੰਟ, I will just play the second video. ਜਗਜੀਤ ਵੀਰ ਜੀ, ਪਹਿਲੇ ਵੀਡੀਓ ਦੀ ਆਵਾਜ਼ ਕਲੀਅਰ ਸੀ? ਠੀਕ ਸੀ ਹਾਂਜੀ ਹਾਂਜੀ, give me a minute, ਮੈਂ ਸ਼ੁਰੂ ਕਰ ਰਹੀ ਹਾਂ। ਵੀਰ ਜੀ ਮੈਨੂੰ ਦੱਸ ਦੇਣਾ ਆਵਾਜ਼ ਆ ਰਹੀ ਹੈ ਨਾ? ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਖੜੇ ਹਾਂ ਜੀ ਸ਼ੋਲਾਪੁਰ, ਮਹਾਰਾਸ਼ਟਰ ਦੇ ਵਿੱਚ, ਪੂਨੇ ਤੋਂ ਤਕਰੀਬਨ 250 ਕਿਲੋਮੀਟਰ ਤੇ ਇੱਥੋਂ ਹਜੂਰ ਸਾਹਿਬ ਵੀ 200-250 ਕਿਲੋਮੀਟਰ ਤੇ ਹੈ। ਨਾ ਹੀ ਇੱਥੇ ਕੋਈ ਗ੍ਰੰਥੀ ਹੈ, ਨਾ ਹੀ ਇੱਥੇ ਕੋਈ ਪ੍ਰਚਾਰਕ ਹੈ, ਨਾ ਹੀ ਇੱਥੇ ਕੋਈ ਰਾਗੀ ਸਿੰਘ ਹੈ, ਨਾ ਹੀ ਇੱਥੇ ਕੋਈ ਢਾਡੀ ਸਿੰਘ ਹੈ, ਨਾ ਹੀ ਇੱਥੇ ਕੋਈ ਲਾਂਗਰੀ ਸਿੰਘ ਹੈ। ਪਰ ਫਿਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਮਰਜ਼ਾਦਾਵਾਂ ਸੰਪੂਰਨ ਹੁੰਦੀਆਂ ਨੇ ਤੇ ਨਾ ਹੀ ਕੋਈ ਪੰਜਾਬੀ ਹੈ। ਤੇ ਮੈਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ। ਵੀਰ ਜੀ, ਜੇ ਤੁਸੀਂ ਮੈਨੂੰ ਦੱਸ ਦੇਣਾ, ਇਹ ਲੰਬਾ ਹੈ ਵੀਡੀਓ, 11 ਮਿੰਟ ਦਾ, ਜੇ ਸਾਡੇ ਕੋਲ ਟਾਈਮ ਹੈਗਾ ਤੇ ਮੈਂ ਪੂਰਾ ਦਿਖਾਵਾਂਗੀ, ਨਹੀਂ ਤੇ ਮੈਂ ਕੱਟ ਕੇ ਵੀ ਦਿਖਾ ਸਕਦੀ ਹਾਂ। ਮੈਂ ਕਿਹਾ ਪੂਰਾ ਇਹ ਵੀਡੀਓ ਆਲਰੇਡੀ ਤੁਸੀਂ ਇਹ ਭਾਸ਼ਾ ਜਿਹੜੀ ਹੈ ਜੇ ਆਪਾਂ ਦੇਖਾਂਗੇ ਤਾਂ ਉਹ ਮਰਾਠੀ ਹੈ। ਜਿੱਦਾਂ ਬਾਹਰ ਪਾਣੀ ਦੀ ਟੁੱਟੀਆਂ ਲੱਗੀਆਂ ਨੇ, ਪਿੰਡ ਚਾਏ ਪਾਣੀ ਤੇ ਬਣੇ ਹੋਏ ਨੇ, ਤਕਰੀਬਨ ਆ ਕਰ ਕੂੜਾ ਪ੍ਰਸ਼ਾਦੇ ਦੀ, ਉਹ ਇੱਥੇ ਬੈਠ ਕੇ ਪ੍ਰਸ਼ਾਦਾ ਛਕਦੇ ਤੇ ਲੰਗਰ ਦੀ ਸੇਵਾ ਕਰਦੇ ਨੇ। ਤੇ ਸਵੇਰ ਦਾ ਦੀਵਾਨ ਲਗਾ ਕੇ ਹਟੇ ਸੀ ਤੇ ਸਾਰੇ ਆਪ ਜੀ ਨੂੰ ਮੈਂ ਦਰਸ਼ਨ ਕਰਵਾਵਾਂਗਾ ਵੀ ਕਿੱਦਾਂ ਸਾਰੇ ਕੀਰਤਨ ਕਰਦੇ ਨੇ, ਕਿੱਦਾਂ ਬਿਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਕੌਰ ਖੜੇ ਹੋ ਬੇਟਾ। ਜੀ ਮੈਂ ਫਾਰਵਰਡ ਕਰ ਰਹੀ ਹਾਂ ਥੋੜਾ ਫਿਰ ਮੈਂ ਤੁਹਾਡੇ ਨਾਲ। ਸਾਡੇ ਬੇਟਾ ਨੇ ਗੁਰਪ੍ਰੀਤ ਕੌਰ, ਜਿਹੜੇ ਕਿ ਸੌਫਟਵੇਅਰ ਇੰਜੀਨੀਅਰ ਵੀ ਨੇ
ਤੇ ਗੁਰਪ੍ਰੀਤ ਕੌਰ ਜੀ ਆਈ ਇੱਥੇ ਕੋਈ ਗ੍ਰੰਥੀ ਸਾਰੇ ਬੱਚਿਆਂ ਨੂੰ ਕੀਰਤਨ ਆਉਂਦਾ, ਇਹਦਾ ਕਾਰਨ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਡਾ ਕਾਰਨ ਇਸ ਦਾ ਇਹ ਹੈ ਕਿ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਸਰਦਾਰ ਰਮੇਸ਼ ਸਿੰਘ ਜੀ, ਪ੍ਰਬੰਧਕ ਕਮੇਟੀ ਹੈ ਇੱਥੇ ਕੋਈ? ਪ੍ਰਬੰਧਕ ਦਾ ਅਰਥ ਇਸ ਤਰ੍ਹਾਂ ਨਹੀਂ, ਪਰ ਉਹ ਇੱਥੇ ਮਤਲਬ ਪੂਰੀ ਸੇਵਾ ਸੰਭਾਲ ਜਿਹੜੀ ਕਰਦੇ ਨੇ ਉਹ ਪ੍ਰਬੰਧਕ ਕਮੇਟੀ ਕੋਈ ਨਹੀਂ ਹੈ, ਲੇਕਿਨ ਰਮੇਸ਼ ਸਿੰਘ ਜੀ ਇਕੱਲੇ ਜੋ ਹੈਗੇ ਸੇਵਾ ਸੰਭਾਲ ਕਰ ਰਹੇ ਨੇ। ਹਾਂਜੀ, ਉਹ ਮਤਲਬ ਇੰਨੇ ਵਧੀਆ ਤਰੀਕੇ ਨਾਲ ਸੇਵਾ ਸੰਭਾਲ ਕਰਦੇ ਨੇ। ਇੱਥੇ ਕੋਈ ਰਾਗੀ ਜੱਥਾ ਨਹੀਂ, ਕੋਈ ਪ੍ਰੋਫੈਸ਼ਨਲ ਨਹੀਂ, ਸਾਰੇ ਸੇਵਾ ਬੱਚੇ ਸੰਭਾਲਦੇ ਨੇ ਤੇ ਉਹਨਾਂ ਨੇ ਸਿਖਲਾਈ ਦਿੱਤੀ ਹੈ ਸਾਰੇ ਬੱਚਿਆਂ ਨੂੰ। ਜਿਵੇਂ ਛੋਟੇ ਛੋਟੇ ਬੱਚੇ ਆਉਂਦੇ ਨੇ ਉਹਨਾਂ ਨੂੰ ਸੋਹਿਲਾ ਸਾਹਿਬ ਤੋਂ ਸ਼ੁਰੂ ਕਰਵਾ ਕੇ ਉਹਨਾਂ ਦੀ ਬਾਣੀ ਸ਼ੁੱਧ ਕਰਾ ਕੇ ਉਹਨਾਂ ਨੂੰ ਕੀਰਤਨ ਦੀ ਚਾਂਸ ਦਿੰਦੇ ਨੇ ਤੇ ਉਸ ਤੋਂ ਬਾਅਦ ਪੂਰੀ ਉਹਨਾਂ ਦੀ ਬਾਣੀ ਸ਼ੁੱਧ ਹੁੰਦੀ ਹੈ। ਉਹਨਾਂ ਨੂੰ ਸੈਂਚੀ ਸਾਹਿਬ, ਸਾਰਿਆਂ ਬੱਚਿਆਂ ਦੇ ਘਰ ਸੈਂਚੀ ਸਾਹਿਬ ਨੇ, ਉਹਨਾਂ ਨੂੰ ਚਰਣੀ ਲਗਾਇਆ, ਉਹਨਾਂ ਦੀ ਪਹਿਲੇ ਸ਼ੁੱਧਤਾ ਕੀਤੀ ਜਾਂਦੀ ਹੈ ਬਾਣੀ ਦੀ, ਪਰ ਉਹਨਾਂ ਨੂੰ ਪਹਿਲੇ ਸਿਖਲਾਈ ਦਿੱਤੀ ਜਾਂਦੀ ਹੈ। ਸਾਰੀ ਬਾਣੀ ਸ਼ੁੱਧ ਕਰਾ ਕੇ ਉਹਨਾਂ ਦੇ ਟੈਸਟ ਲੈ ਕੇ ਫਿਰ ਉਹਨਾਂ ਨੂੰ ਚਰਣੀ ਲਗਾਇਆ ਜਾਂਦਾ ਹੈ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਘਰ ਸੈਂਚੀ ਸਾਹਿਬ ਦਿੱਤੇ ਜਾਂਦੇ ਨੇ ਤਾਂ ਕਿ ਉਹ ਘਰ ਬੈਠ ਕੇ ਆਪਣਾ ਪਾਠ ਪੂਰਾ ਕਰ ਸਕਣ ਤੇ ਇਸ ਤਰ੍ਹਾਂ ਇੱਥੇ ਉਹਨਾਂ ਨੂੰ ਰੋਜ਼ ਚਾਂਸ ਮਿਲਦੀ ਹੈ। ਇਸ ਲਈ ਉਹਨਾਂ ਨੂੰ ਕੀਰਤਨ ਕੀਤਾ ਜਾ ਰਿਹਾ ਪਰ ਤੰਤੀ ਸਾਹਿਬ ਸਿਖਾਉਣ ਵਾਲਾ ਕੋਈ ਨਹੀਂ ਹੈ। ਹਾਂਜੀ, ਕੀ ਉਹਦੀ ਕਿੰਨੀ ਕੁ ਲੋੜ ਹੈ ਇੱਥੇ? ਅੱਗੇ ਵਧਣ ਦੀ ਬਹੁਤ ਚਾਅ ਹੈ ਨੇ, ਜਿਵੇਂ ਗੁਰੂ ਮਹਾਰਾਜ ਜੀ ਆਪ ਵੀ ਵਰਤਦੇ ਸਨ ਉਹ ਕੀਰਤਨ ਦੇ ਲਈ ਤੇ ਬੱਚਿਆਂ ਦੇ ਅੰਦਰ ਚਾਅ ਇੱਥੇ ਇੱਕ ਤੋਂ ਬਾਅਦ ਉਸਤਾਦ ਨਹੀਂ ਮਿਲਦੇ ਲੋੜ ਹੈ। ਤੇ ਦਾਸ ਨੂੰ ਕਿੰਨਾ ਟਾਈਮ ਹੋ ਗਿਆ? ਹੁਣ ਜਿਸ ਤਰ੍ਹਾਂ ਸਾਨੂੰ ਦਿੱਤਾ ਹੈ ਇਹ ਵੀ ਘੱਟ ਲੱਗਿਆ ਆਦ ਨੇ। ਤੇ ਅੱਜ ਕੱਲ ਹੁਕਮਨਾਮਾ ਕਿਹੜਾ ਆਇਆ ਸੀਗਾ? ਬੱਚੀਆਂ ਪ੍ਰਸ਼ਾਦ, ਸੇਵਾਦਾਰ ਕੋਈ ਨਹੀਂ ਹੈ ਲੇਕਿਨ ਪ੍ਰਸ਼ਾਦ ਬੱਚੀਆਂ ਵਰਤਾ ਰਹੀਆਂ ਨੇ। ਕੱਲ ਹੁਕਮਨਾਮਾ ਕਿਹੜਾ ਆਇਆ ਸੀਗਾ? श्री महला पंचवा घर पहला एक ओंकार सतगुर प्रसाद सलोक दर्शन प्यासी दिनस रात चितवो अंजनीत खोल कपट गुर मेलिया नानक हर संगीत। ਤੇ ਕੱਲ ਅੱਜ ਹੁਕਮਨਾਮਾ ਕਿਹੜਾ ਆਇਆ? जयश्री महला चौथा घर पहला चौपदे एक ओंकार सतगुर प्रसाद मेरा हियरै रतन नाम हर बसया गुर हाथ धर्यो मेरे माथा जन्म जन्म के किलविक दुख उतरे गुर नाम दियो रिन लाथा। ਤੇ ਅੱਛਾ ਇਹ ਬੱਚੀ ਮੈਂ ਆਜੋ ਬੇਟਾ, ਤੁਸੀਂ ਦੇਖੋਗੇ ਕਿ ਅਸੀਂ ਸਾਡੇ ਬੱਚਿਆਂ ਨੂੰ ਲਿਖਣਾ ਨਹੀਂ ਆਉਂਦਾ ਲੇਕਿਨ ਇਹ ਬੱਚੇ ਸਿੰਧੀ ਹੋਕਰ ਵੀ ਜਦੋਂ ਤੁਸੀਂ ਦੇਖੋਗੇ ਇਹ ਹੁਕਮਨਾਮਾ ਜਿਹੜਾ ਲਿਖਿਆ ਹੋਇਆ ਇਹ ਵਾਲਾ ਇਹ ਇਸ ਬੱਚੀ ਨੇ ਲਿਖੇ ਹੋਏ ਨੇ। ਕਿੰਨੇ ਟਾਈਮ ਦੇ ਵਿੱਚ ਤੁਸੀਂ ਰੋਜ਼ਾਨਾ ਆ ਕੇ ਹੁਕਮਨਾਮਾ ਸਾਹਿਬ ਲਿਖਦੇ ਹੋ? करीब 7 to 6 years। 7-8 ਸਾਲ ਲਗਾਤਾਰ ਹੋ ਗਏ ਤੁਹਾਨੂੰ ਰੋਜ਼ ਆ ਕੇ ਹੁਕਮਨਾਮਾ ਲਿਖਦੇ ਨੇ। ਜਿਵੇਂ ਅੱਜ ਹੁਕਮਨਾਮਾ ਆਇਆ ਜੀ, ਅੱਛਾ ਅਸੀਂ ਹੁਕਮਨਾਮਾ ਸਾਹਿਬ ਭੁੱਲ ਜਾਂਦੇ ਆ ਜਦੋਂ ਹੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਆ, ਅਸੀਂ ਹੁਕਮਨਾਮਾ ਭੁੱਲ ਜਾਂਦੇ ਆ। ਔਰ ਅੱਜ ਹੁਕਮਨਾਮਾ ਜਿਹੜਾ ਆਇਆ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ। ਤੇ ਹੋਰ ਕਿਹਨੂੰ ਯਾਦ ਹੈ ਵੇਖਦੇ ਆਪਾਂ ਜੀ। ਤੇ ਸਾਰੇ ਪ੍ਰਸ਼ਾਦ ਲੈ ਰਹੇ ਛਕ ਰਹੇ ਨੇ ਤੇ ਭੈਣ ਜੀ ਰੋਜ਼ ਸਾਰਿਆਂ ਨੂੰ ਪ੍ਰਸ਼ਾਦ ਛਕਾਉਂਦੇ ਨੇ। ਅੱਛਾ ਤੁਹਾਡਾ ਟੈਸਟ ਅੱਜ ਹੁਕਮਨਾਮਾ ਕਿਹੜਾ ਆਇਆ ਸੀਗਾ? ਹੁਕਮਨਾਮਾ ਕਿਹੜਾ ਆਇਆ ਸੀਗਾ ਅੱਜ ਦਾ ਹੁਕਮਨਾਮਾ ਕਿਹੜਾ ਸੀਗਾ? जयश्री महला चौथा जयश्री महला चौथा चंद का चौथा मेरा हीरा है। हाँ हाँ बोलो। एक ओंकार सतगुर प्रसाद मेरे हीरे रतन नाम हर बसिया गुर मात की जय हर मांझा। अच्छा तुसी? मेरे हीरे रतन नाम हर बसिया गुर हाथ धरियो मेरे माथा जन्म जन्म के किलबिक दुख उतरे गुरु नाम दियो रिन लाठा। ਇਹ ਅੱਜ ਦਾ ਹੁਕਮਨਾਮਾ ਸਾਹਿਬ ਸੰਗਤ ਜੀ ਆਇਆ ਸੀ ਕੱਲੇ ਬੱਚੇ ਨੂੰ ਔਰ ਸਾਰਿਆਂ ਨੂੰ ਹੁਕਮਨਾਮਾ ਯਾਦ ਹੈ। ਤੇ ਸਰਦਾਰ ਰਮੇਸ਼ ਸਿੰਘ ਜੀ ਤੋਂ ਕਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਜੀ। ਇਹ ਕਿੰਨੇ ਸਾਲ ਪਹਿਲਾਂ ਆਪ ਜੀ ਦਾ ਖਾਲਸਾ ਫਤਿਹ ਜੀ। ਇਹ ਕਿੰਨੇ ਸਾਲ ਪਹਿਲਾਂ ਆਪ ਜੀ ਜਦੋਂ ਕੇਸ ਨਹੀਂ ਸੀ ਆਪ ਜੀ ਦੇ? 1990 ਨੂੰ ਮਹਾਰਾਜ ਦਾ ਪ੍ਰਕਾਸ਼ ਪਹਿਲੇ ਘਰ ਵਿੱਚ ਕਰਾਇਆ ਕੀਤਾ ਸੀ। ਉਸ ਤੋਂ ਪਹਿਲੇ ਮੈਂ ਸਹਿਜਦਾਰੀ ਸੀ। 90 ਤੋਂ ਬਾਅਦ ਹੀ ਕੇਸ ਰੱਖੇ ਗਏ ਔਰ ਗੁਰੂ ਨੇ ਧੀਰੇ ਧੀਰੇ ਕਿਰਪਾ ਕੀਤੀ ਔਰ ਜਿੰਨਾ ਵੀ ਗੁਰਦੁਆਰਾ ਦਾ ਕੰਮ ਚੱਲਿਆ ਸੀ ਬਿਗਰ ਕਿੱਥੇ ਡੋਨੇਸ਼ਨ ਮੰਗਣ ਗਏ ਨਹੀਂ। ਗੁਰਦੁਆਰੇ ਟਿਊਬਵੈਲ ਸੀ, ਪਾਣੀ ਵੇਚ ਕੇ 20 ਸਾਲ 21-22 ਸਾਲ ਲੱਗੇ ਗੁਰਦੁਆਰਾ ਬਣਾਉਂਦੇ ਗੁਰੂ ਨੇ ਕਿਰਪਾ ਕੀਤੀ।
ਸੰਗਤ ਦਾ ਸਹਿਯੋਗ ਔਰ ਸਾਰੇ ਹਿੰਦੁਸਤਾਨ ਦੇ ਦੇਸ਼ ਵਿਦੇਸ਼ ਦੇ ਲੋਕ ਕਦੋਂ ਜੋ ਆਉਂਦੇ ਸੀ ਉਹ ਵੀ ਕੋਈ ਨਾ ਕੋਈ ਸੁਝਾਅ ਦਿੰਦੇ ਸੀ, ਕੋਈ ਆਪਣੇ ਵੱਲੋਂ ਜੋ ਸੇਵਾ ਕਰਾਈ ਉਹਨਾਂ ਕੋਲੋਂ ਗੁਰੂ ਮਹਾਰਾਜ ਨੇ ਸਾਰੇ ਦੀ ਸੇਵਾ ਰੰਗ ਲਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਠੀਕ ਆ, ਸੁਣ ਲੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ फतेह। कितने साल हो गए तेने आंदे ने? बचपन से ही आते हैं। क्या क्या सीखा है? जो गुरु ने कृपा की है सब। अच्छा, अरदास कर लेता है? हाँ जी। हुक्मनामा ले लेता है? हाँ जी। अच्छा, सहज पाठ। सहज पाठ कितने किए? जितने हो जाते हैं। साल में 1-2 सहज पाठ तो हो जाते होंगे? एक हो जाता है और दादी का भी एक होता है। अच्छा, दादी का भी। अच्छा, अरदास सुनाइए थोड़ी सी। शाबाश शाबाश। ये सबसे पहले था आपका कि पाँव में हाँ जी, सुनाइए। तीने ताप निवारण हारा, दुखन ता सुख रास, ताको विघ्न न को लागे, जाकी तब आगे अरदास। अरदास एक ओंकार। श्री वाहिगुरु जी की फतेह। श्री भगवती जी सहाय। ਸੋ ਵੀਰ ਜੀ, ਆਈ ਥਿੰਕ ਇਸ ਵੀਡੀਓ ਚੋਂ ਵੀ ਜੇ ਮੈਂ ਕੁਝ ਪੁਆਇੰਟਸ ਕੱਢਨੇ ਹੋਣ ਤੇ ਪਹਿਲੀ ਗੱਲ ਤੇ ਬੱਚਿਆਂ ਦਾ ਹੁਕਮਨਾਮਾ ਯਾਦ ਕਰਨਾ ਕਿ ਅੱਜ ਦਾ ਵੀ ਯਾਦ ਹੈ ਔਰ ਕੱਲ ਦਾ ਵੀ ਯਾਦ ਹੈ। ਫਿਰ ਬੱਚੇ ਦੀ ਭਾਵਨਾ ਦੇਖੋ, ਜਿਵੇਂ ਹੀ ਉਹਨੂੰ ਕਿਹਾ ਗਿਆ ਕਿ ਅਰਦਾਸ ਸੁਣਾ, ਸਭ ਤੋਂ ਪਹਿਲੇ ਬੱਚੇ ਦਾ ਧਿਆਨ ਇੱਕਦਮ ਖਿੱਚਿਆ ਗਿਆ ਕਿ ਮੈਂ ਚੱਪਲ ਉਤਾਰਾਂ ਕਿਉਂਕਿ ਮੈਂ ਅਰਦਾਸ ਸੁਣਾਣੀ ਹੈ। ਫਿਰ ਇੱਕ ਜਿਹੜੇ ਉਹ ਸ਼ੁਰੂ ਚ ਕਹਿ ਰਹੇ ਸੀ, ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਗੁਰੂ ਜੀ ਦਾ ਉਸ ਵੇਲੇ ਹੁਕਮ ਸੀ ਕਿ ਆਪਣੀ ਰੱਖਿਆ ਆਪੇ ਕਰਨੀ ਸਿੱਖੋ, ਤੇ ਉਸ ਵੇਲੇ ਸਿੰਧੀਆਂ ਦੇ ਕਮਿਊਨਿਟੀ ਦੇ ਵਿੱਚ ਇੱਕ ਬੱਚੇ ਨੂੰ ਸਿੱਖ ਬਣਾਇਆ ਜਾਂਦਾ ਸੀ। ਉਹ ਜਿਹੜਾ ਸਿੱਖ ਹੈ ਉਹਨੂੰ ਸੋਲਜਰ, ਇਹ ਖੈਰ ਇਹ ਹੁਕਮ ਸਾਰੀਆਂ ਕਮਿਊਨਿਟੀਜ਼ ਨੂੰ ਗੁਰੂ ਸਾਹਿਬ ਨੇ ਜਦੋਂ ਇਹ ਕਿਹਾ ਕਿ ਜਿੰਨੀ ਦੇਰ ਤੱਕ ਆਪਣੀ ਰੱਖਿਆ ਆਪੇ ਨਹੀਂ ਕਰੋਗੇ, ਬਾਹਰ ਵਾਲੇ ਤੁਹਾਡੇ ਤੇ ਅਟੈਕ ਕਰਦੇ ਰਹਿਣਗੇ, ਆਪਣੀ ਰੱਖਿਆ ਕਰਨੀ ਆਪੇ ਸਿੱਖੋ। ਤੇ ਇਸ ਕਮਿਊਨਿਟੀ ਦੇ ਵਿੱਚ ਪਹਿਲਾ ਬੱਚਾ ਉਹ ਗੁਰੂ ਸਾਹਿਬ ਦੇ ਚਰਨੀ ਲਾ ਦਿੰਦੇ ਸੀ ਜਾਂ ਗੁਰੂ ਸਾਹਿਬ ਦੀ ਸੇਵਾ ਵਿੱਚ ਭੇਜ ਦਿੰਦੇ ਸੀ। ਫਸਟ ਵੀਡੀਓ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਗੁਰੂਦੁਆਰੇ ਮੇਂ ਦਿਆ ਹੁਆ ਥਾ। ਸੋ ਹੌਲੀ ਹੌਲੀ ਕਰਕੇ ਉਸ ਤੋਂ ਬਾਅਦ ਇਹ ਸਿੱਖ ਸਾਜਣਾ ਵੀ ਸ਼ੁਰੂ ਹੋ ਗਏ ਸੀ, ਪਰ ਹੌਲੀ ਹੌਲੀ ਕਰਕੇ ਜਾਂ ਕਹਿ ਲਓ ਸਾਡੀ ਆਪਣੀ ਡਿਵਾਈਡ ਸਮਝ ਲਓ ਜਾਂ ਅਸੀਂ ਇਹਨਾਂ ਨੂੰ ਸਮਝਿਆ ਨਹੀਂ ਜਾਂ ਇਹ ਸਾਡੇ ਨਾਲ ਮਿੰਗਲ ਹੋਏ ਨਹੀਂ। ਮੈਂ ਬੜੀ ਗਰੋਨ ਅਪ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਦੇਖਿਆ ਜਿਹੜੇ ਕਹਿੰਦੇ ਨੇ ਜਾਂ ਜਿਹੜੇ ਬੜੀ ਵਾਰੀ ਇੱਕ ਕਮੈਂਟ ਕਰਦੇ ਨੇ ਕਿ ਸਿੰਧੀ ਜਿਹੜੇ ਨੇ ਨਾ ਉਹ ਪਹਿਲੇ ਗੁਰੂ ਸਾਹਿਬ ਤੇ ਖੜੇ ਨੇ, ਉਹ ਗੁਰੂ ਨਾਨਕ ਦੇਵ ਜੀ ਤੇ ਹੀ ਖੜੇ ਨੇ, ਉਹ ਦੂਸਰੇ ਤੀਸਰੇ ਅੱਗੋਂ ਚੱਲਦੇ ਹੀ ਨਹੀਂ, ਦੂਸਰੇ ਗੁਰੂ ਤੱਕ ਵੀ ਨਹੀਂ ਪਹੁੰਚਦੇ। ਪਰ ਮੇਰਾ ਖਿਆਲ ਜਾਂ ਮੇਰਾ ਐਕਸਪੀਰੀਅੰਸ ਜਾਂ ਮੇਰੀ ਲਰਨਿੰਗ ਕਹਿ ਲਓ ਕਿ ਉਹ ਪਹਿਲੇ ਗੁਰੂ ਤੋਂ ਚੱਲ ਕੇ 11ਵੇਂ ਗੁਰੂ ਤੱਕ, ਉਹ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਚੁੱਕੇ ਨੇ। ਕਿਤੇ ਅਸੀਂ ਵਿਚਕਾਰ ਵਾਲੀਆਂ ਗੱਲਾਂ 'ਚ ਹੀ ਨਾ ਰਹਿ ਜਾਈਏ। ਜੇ ਇਸ ਵੀਡੀਓ ਤੋਂ ਵੀ ਅਸੀਂ ਕੁਝ ਸਿੱਖੀਏ ਕਿ ਇਸ ਕਮਿਊਨਿਟੀ ਨੇ ਆਪਣੀ ਕਮਿਊਨਿਟੀ ਨੂੰ, ਆਪਣੀ ਜਨਰੇਸ਼ਨ ਨੂੰ ਗੁਰਬਾਣੀ ਵੰਡੀ ਹੈ। ਗੁਰਬਾਣੀ ਦੀ ਦਾਤ ਜਿਹੜੀ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਗਏ ਸੀ, ਇਹਨਾਂ ਨੇ ਆਪਣੀ ਅਗਲੀ ਜਨਰੇਸ਼ਨ ਨੂੰ ਪਾਸ ਔਨ ਕੀਤਾ ਹੈ। ਇਹਨਾਂ ਦੀ ਜਨਰੇਸ਼ਨ ਜਿਹੜੀ ਹੈ, ਜੇ ਤੁਸੀਂ ਬੱਚੇ ਨੂੰ ਸੁਣਿਆ ਹੈ ਤੇ ਉਹ ਬੱਚਾ ਕਹਿ ਰਿਹਾ ਹੈ ਇੱਕ ਪਾਠ ਮੈਂ ਆਪਣੀ ਦਾਦੀ ਦਾ ਕਰਦਾ ਹਾਂ, ਸਹਿਜ ਪਾਠ ਕਰਦਾ, ਇੱਕ ਪਾਠ ਆਪਣੀ। ਕਿੰਨੇ ਕੁ ਸਿੱਖ ਬੱਚੇ ਹੋਣਗੇ ਜਿਹੜੇ ਆਪਣੀਆਂ ਦਾਦੀਆਂ ਦੇ ਨਾਮ ਤੇ ਜਾਂ ਦਾਦੀਆਂ ਨੂੰ ਮਨ ਵਿੱਚ ਰੱਖ ਕੇ ਉਹਨਾਂ ਵਾਸਤੇ ਪਾਠ ਕਰ ਰਹੇ ਨੇ। ਸੋ ਦਿਸ ਇਜ਼ ਵਾਟ ਅਗੇਨ ਆਈ ਵੁੱਡ ਵਿਸ਼ ਕਿ ਇਹ ਮੇਰਾ ਲਰਨਿੰਗ ਐਕਸਪੀਰੀਅੰਸ ਹੈ, ਐਕਸਪੀਰੀਐਂਸ਼ੀਅਲ ਲਰਨਿੰਗ ਮੈਂ ਆਪਣੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸਿੰਧੀ ਗੁਰਦੁਆਰਿਆਂ ਦੇ ਵਿੱਚ ਇਹ ਲੋਕ ਰੱਖਦੇ ਨੇ, ਸਿੰਧੀ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਮੂਰਤੀ ਪੂਜਾ ਹੈ, ਇਹਨਾਂ ਦੀ ਮੂਰਤੀ ਪੂਜਾ ਪ੍ਰੀਵੇਲ ਕਰ ਰਹੀ ਹੈ, ਅੱਜ ਵੀ ਪ੍ਰੀਵੇਲ ਕਰ ਰਹੀ ਹੈ। ਇਹਨਾਂ ਨੇ ਮੂਰਤੀਆਂ ਬਣਾਈਆਂ ਨੇ, ਮੂਰਤੀਆਂ ਰੱਖੀਆਂ ਨੇ। ਤੁਸੀਂ ਸਾਰਿਆਂ ਨੇ ਉਹ ਇੰਦੌਰ ਵਾਲਾ ਇੰਸਟੈਂਸ ਵੀ ਸੁਣਿਆ ਹੋਏਗਾ। ਉੱਥੇ ਕੀ ਹੋਇਆ, ਉੱਥੇ ਗੁਰੂ ਗ੍ਰੰਥ ਸਾਹਿਬ ਜੀ
ਇਹਨਾਂ ਦੀ ਸ਼ਾਇਦ ਘਰਾਂ ਵਿੱਚੋਂ ਚੁੱਕ ਲਿਆਏ ਜਾਂ ਗੁਰਦੁਆਰਿਆਂ ਵਿੱਚੋਂ ਚੁੱਕ ਲਿਆਏ। ਸਿੱਖਾਂ ਨੇ ਇਹ ਸਮਝਿਆ ਕਿ ਇਹ ਮਰਿਆਦਾ ਨਾਲ ਰੱਖ ਨਹੀਂ ਰਹੇ ਜਾਂ ਮਰਿਆਦਾ ਜਿਹੜੀਆਂ ਦੀਆਂ ਪ੍ਰੈਕਟਿਸਿਸ। तो basically they are born Hindus, they are born in Hindu families, but they are following Sikh philosophy, और ये अपनी Sikh philosophy दे हिसाब नाल ये तीन जड़ियां चीज़ां ये बहुत prominently accept करते ने। सिख सच्चाई ते सादगी, सिख सच्चाई सादगी, Sikh means humility, सच्चाई truthfulness, सादगी is simplicity। ये इन्हां दे तीन principles of life ने, और इन्हां तीन principles of life ते ये हमेशा चलण दी कोशिश करदे ने। अपने events नू, अपने बच्चियां नू गुरुद्वारे ले जाना और उन्हां दे events आनंद कारज जेड़ा है वो अज भी इन्हां विच prevalent है। अपने बच्चे नू सिख बनाना, I have already mentioned, सुखमनी, जपजी, आरती ते अरदास, ये इन्हां दे बहुत कह लो इन्हां दे ਇਹਦੇ followers ने। ये आरती भी जदों करदे ने, गगन में थाल रवचंद दीपक बने, पर ओदे नाल ये आरती जिहड़ी ओ थाली वाली आरती घुमा के और गुरु ग्रंथ साहिब जी अगे उस तरह दी आरती करदे ने। अरदास इन्हां दी सिंधी भाषा विच अरदास करदे ने। सुखमनी ते जपजी साहिब इन्हां दियां मोस्ट फेवरेट या फॉलोइंग बाणियां ने, जिन्हां नू ये फॉलो करन दी कोशिश करदे ने। So I think that's maximum which I could share in this seminar, in this webinar, but still I would wish to say कि ਜਦੋਂ आखरी ट्रेन, ਅੱਜ ਦੀ डेट ਵਿੱਚ ਇਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਹੈ द आखरी ट्रेन। ਇਹ आखरी ट्रेन ਮੈਨੂੰ ਲੱਗਦਾ ਹੈ ਸਾਰੇ ਪੰਜਾਬ ਨੇ ਵੀ ਇਸ ਦੁਖਾਂਤ ਨੂੰ ਭੋਗਿਆ। ਸਾਡੇ ਤੋਂ ਉੱਪਰ ਵਾਲੀਆਂ ਜਨਰੇਸ਼ਨਸ ਆਖਰੀ ਟ੍ਰੇਨ, ਸਾਨੂੰ ਵੀ ਪਤਾ ਹੈ ਕਿ ਜਦੋਂ ਆਖਰੀ ਟ੍ਰੇਨ ਪਾਕਿਸਤਾਨ ਤੋਂ ਚੱਲੀ ਸੀ ਤੇ ਉਸ ਵਿੱਚ ਲੋਕਾਂ ਨੇ ਕੀ ਫੀਲ ਕੀਤਾ ਹੋਏਗਾ। ਉਹ ਦਰਦ ਜਿਹੜਾ ਉਹ ਅੱਜ ਵੀ ਉਹਨਾਂ ਨੇ ਆਪਣੇ ਹੰਡਾਇਆ ਆਪਣੀ ਲਾਈਫ ਵਿੱਚ। ਇਸ ਆਖਰੀ ਟ੍ਰੇਨ ਡਾਕੂਮੈਂਟਰੀ, ਆਖਰੀ ਟ੍ਰੇਨ ਫਿਲਮ ਦੇ ਵਿੱਚ ਇਹਨਾਂ ਨੇ ਪੂਰਾ ਸਿੰਧੀਅਤ ਦਾ ਉਸ ਵੇਲੇ ਦਾ ਦੁਖਾਂਤ ਜਿਹੜਾ ਉਹ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। और एक कमर्शियली जिहड़ी ये पिक्चर आ भी चुकी है, ਇਹਦਾ लिंक भी मैं डॉक्टर जगजीत सिंह नाल शेयर कर देंगी, जे जिन्हां ने भी देखनी हो YouTube ते ये पिक्चर अवेलेबल है द आखरी ट्रेन। और फाइनली टू कंक्लूड, मैनू जो मतलब अपनी एक फीलिंग है जदों डॉक्टर जगजीत सिंह ने कहा कि तुसी ये सारा अपना एक्सपीरियंस अपने लोगां नाल शेयर करो। सो मैनू एक फीलिंग ये आंदी है कि आपां इंट्रोस्पेक्ट करिए, आपां ये सोचिए कि की असी अपने विद्यक अदारियां दा या अपनी एजुकेशन दा, साडे कोल ते गुरु नानक देव यूनिवर्सिटी भी हैगी सी, साडे कोल पटियाला यूनिवर्सिटी सी, हुण अज दी डेट विच साडे कोल गुरु ग्रंथ साहिब यूनिवर्सिटी है, कि असी ओदा लेवल इंटरनेशनल यूनिवर्सिटीज तक लिया सके हां, अपनी एजुकेशन नू इन्ने लेवल तक पहुंचा सके हां कि साडे बच्चे जिहड़े ने वो प्राइड फील करन कि असी सिख इंस्टीट्यूशंस दे विच पढ़े हां। टू बी वेरी ऑनेस्ट एंड वेरी सैडली, मेरे दोनों बच्चों ने रिफ्यूज किया बॉम्बे दे विच खालसा कॉलेज विच एडमिशन नहीं लिती। उन्होंने एक माइंड सैट डिवेलप किया होया सी कि खालसा कॉलेज विच नहीं पढ़ना बिकॉज ऑफ खालसा कॉलेज दी reputation and level of education which is currently I am talking about. I'm talking about 21st century the progress या community which we are living in. अपने बच्चियां नू गुरसिक्खी दी दात ते अलग है, गुरसिक्खी दा पहरावा या गुरबाणी, किन्नी को गुरबाणी साडे बच्चियां नू याद है, किन्ने को हुक्म साडे बच्चे जड़ा अज दा हुक्म, कल दा हुक्म, फिर अरदास, ये सारियां चीज़ां जड़ियां ये सानू इंट्रोस्पेक्ट करनियां पैणगियां। असी ते सिख कम्युनिटी विच बॉर्न आ, ये लोग सिख कम्युनिटी च बॉर्न नहीं ने, ये बॉर्न इन हिंदू फैमिली ने, पर इन्हां ने गुरु नानक दी फिलोसफी तो जे इन्ना ज्यादा लाहा लै लिता है या अपने बच्चियां नू गुरु नानक दी फिलोसफी नाल इन्ना जोड़ दिता है, ते
ਅਸੀਂ ਸ਼ਾਇਦ ਕਿਤੇ ਉਸ ਕੋਹੀਨੂਰ ਦੇ ਹੀਰੇ ਦੀ ਤਰ੍ਹਾਂ ਪਛਤਾਉਂਦੇ ਨਾ ਰਹਿ ਜਾਈਏ ਕਿ ਕੋਹੀਨੂਰ ਦਾ ਹੀਰਾ ਸਾਡੇ ਘਰ ਵਿੱਚ ਹੈਗਾ ਸੀ ਔਰ ਉਹ ਕੋਹੀਨੂਰ ਦਾ ਹੀਰਾ ਜਿਹੜਾ ਅੱਜ ਦੂਸਰਿਆਂ ਦੇ ਘਰਾਂ ਦੀ ਸ਼ਾਨ ਬਣ ਗਿਆ ਔਰ ਅਸੀਂ ਉਹ ਕੋਹੀਨੂਰ ਦਾ ਹੀਰਾ, ਮੈਂ ਇੱਕ ਸਿਮਲੀ ਪ੍ਰੈਜ਼ੈਂਟ ਕਰ ਰਹੀ ਹਾਂ। ਗੁਰਬਾਣੀ ਦਾ ਕੋਈ ਮੁੱਲ ਨਹੀਂ, ਗੁਰਬਾਣੀ ਕਿਸੇ ਕੋਹੀਨੂਰ ਤੋਂ ਕੋਈ ਅਮੁੱਲ ਹੈ ਗੁਰਬਾਣੀ, ਪਰ ਜਿਵੇਂ ਅਸੀਂ ਕੋਹੀਨੂਰ ਗਵਾ ਲਿੱਤਾ ਉਵੇਂ ਕਿਧਰੇ ਸਾਡੀ ਗੁਰਬਾਣੀ ਦੀ ਜਿਹੜੀ ਬਖਸ਼ਿਸ਼ ਹੈ ਸਾਡੇ ਉੱਪਰ, ਉਹ ਕਿਧਰੇ ਇਹ ਤੇ ਨਹੀਂ ਕਿ ਉਹ ਦੂਸਰਿਆਂ ਦੇ ਘਰਾਂ ਦਾ ਸ਼ਿੰਗਾਰ ਬਣ ਜਾਏ ਔਰ ਸਾਡੇ ਬੱਚੇ ਗੁਰਬਾਣੀ ਨੂੰ ਯਾਦ ਨਾ ਕਰਨ ਜਾਂ ਗੁਰਬਾਣੀ ਨਾਲ ਨਾ ਜੁੜਨ। ਇਸ ਸਾਰੇ ਵੈਬੀਨਾਰ ਦਾ ਜਾਂ ਮੇਰੇ ਐਕਸਪੀਰੀਐਂਸਿਸ ਤੁਹਾਡੇ ਨਾਲ ਸ਼ੇਅਰ ਕਰਨ ਦਾ ਜਾਂ ਮੇਰੀਆਂ ਫੀਲਿੰਗਸ ਤੁਹਾਡੇ ਨਾਲ ਸ਼ੇਅਰ ਕਰਨ ਦਾ ਇਹੀ ਮਕਸਦ ਸੀ, ਜੋ ਮੈਂ ਡਾਕਟਰ ਜਗਜੀਤ ਸਿੰਘ ਮੇਰੇ ਵੱਡੇ ਵੀਰ ਜੀ ਨੇ, ਮੈਂ ਉਹਨਾਂ ਨਾਲ ਜੋ ਸ਼ੇਅਰ ਕਰਦੀ ਹਾਂ, ਉਹਨਾਂ ਨੇ ਫਿਰ ਮੈਨੂੰ ਇਹ ਜ਼ਿੰਮੇਵਾਰੀ, ਇਹ ਮੈਨੂੰ ਡਿਊਟੀ ਲਗਾਈ ਕਿ ਇਹ ਸਾਰਿਆਂ ਨਾਲ ਸ਼ੇਅਰ ਕਰੋ। तो इस वेबिनार विच कुछ गलत भी किया गया होएगा, जरूर कुछ उच्चा नीवा बोलिया गया होएगा, लर्नर समझ के माफ करना, पर ये जेड़े सवाल ने, ये सवाल मैं अपने भैणा भरावां अगे ही रख सकदी हां। तो तुहाडे नाल शेयर करन दा मकसद यही सी। थैंक यू वीर जी, पोर्टल इज ओवर टू यू फॉर ओपन डिस्कशन। थैंक यू जी। तुसी शेयर स्क्रीन बंद कर दित्ती? हाँ जी, हाँ जी, हाँ जी, ठीक है। बहुत वधिया बहुत सानू एक वी गॉट ए इनसाइट और इंट्रोस्पेक्ट करन दे रीजंस भी मिले। ये ठीक है कि खालसा कॉलेजेस दी एस्टैब्लिशमेंट शुरू होईयां और पंजाब विच भी होईयां, पर ये सारियां नू सानू पता है कि इस वेले खालसा कॉलेजेस दा लेवल की हो चुका। जिद्दां उन्होंने कहा, बिल्कुल खालसा कॉलेज अमृतसर सब तो पहला पुराना कॉलेज साडा शुरू होया खालसा दा, और असी काफी उहदे विच सारे साडी कम्युनिटी ने एफर्ट कीती, पर स्लोली असी डिटोरीएट करी गए कि इहदे विच साडी ईगो जां होर चीज़ां जां करदियां होया असी आप ही तां नहीं किधरे सारा कुछ गलत कर रहे। So it is a matter of introspection. Now we open up for discussion. Please hand raise कर देना ताकि मैं फिर accordingly call कर सका। हाँ जी, प्रताप सिंह जी, please unmute कर लो जी। प्रताप सिंह जी आजकल कैनेडा विच हैगे, एडमिंटन विच आए हुए हैं साडे कोल। वाहिगुरू जी की फतेह जी। सो नाइस ऑफ यू। और मनदीप जी ने आज पूरी हिस्ट्री सुना दी हैगी। इट्स रिकमेंडेबल वर्क। जिन्नी लगन नाल काम कर रहे ने बहुत ही शलाघायोग है। सानू हमेशा इस चीज़ का ख्याल आता रहेगा कि असी कम्युनिटी और सिंधी आपस में ड्रिफ्ट क्यों हो रहे हैं। उस चीज़ को समझने वास्ते असी इन्होंने रिक्वेस्ट भी की थी एंड शी गेव अस ब्यूटीफुल आर्टिकल्स ऑन सिंधी के उत्ते जागृति लई, और सिख न्यूज़ में असी उन्होंने आर्टिकल पब्लिश भी किए हैं। तो सारे इसके बारे पता होना है कि असी टाइम टू टाइम पब्लिश करते हैं और करते रहांगे। साडा मुद्दा यही हैगा सी कि असी किसी तरीके नाल जिहड़ा थोड़ा जिहा गैप पाया हैगा, रीसेंट जिहड़ी गल कीती इंदौर वाली, दैट्स वेरी अनफॉर्चुनेट थिंग। इस गैप नूं रिड्यूस कीता जाए, सिंधियों नूं अपने नाल लिया जाए। साडी विरासत बड़ी वड्डी हैगी है। असी अपनी गलतियां करके दूर हो जाने हैं। किन्ने डेरे आ गए ने, किन्ने साडे कोल निरंकारी हैगे ने, कोई राधा स्वामी ने, होर किन्ने किन्ने हैगे ने जिहड़े कि स्प्रिंटर होए ने सिखिज्म तो। है तो सारे खालसा ही ने, है तो सरदार ही ने बेसिकली, बट इन्हां नूं इन्ना प्यार असी जो देना सी दे नहीं सके। मैनूं याद हैगा चेला राम जी दा मैं फंक्शन अटेंड कीता सी जोधपुर दे विच, इन्ना मज़ा आया। जिवें तुसीं अजकल कहंदे हो बंबे दे विच
ਬਿਲਾਸਪੁਰ ਜਿਹੜਾ ਗੁਰਦੁਆਰਾ ਹੈਗਾ, ਉਹ ਜਿਹੜੇ ਰਿੰਕੂ ਜਿਹੜੇ ਹੈਗੇ ਨੇ, ਜਦੋਂ ਉਹ ਕੀਰਤਨ ਕਰਦੇ ਨੇ, ਉਹ ਹਜ਼ਾਰਾਂ ਦੀ ਦੁਨੀਆ, ਲੱਖਾਂ ਦੀ ਦੁਨੀਆ 'ਚ ਬੈਠੀ ਹੋਈ ਹੈ, ਸੁਣ ਰਹੀ ਹੈ, ਈਅਰ ਪਲੱਗ ਲਾ ਕੇ ਆਪਣੇ, ਔਰ ਜਿਸ ਤਰੀਕੇ ਨਾਲ ਲਗਨ ਨਾਲ ਉਹ ਪ੍ਰੋਗਰਾਮ ਚਲਾਉਂਦੇ, ਦੇਖ ਕੇ ਤੁਸੀਂ ਖੁਸ਼ ਹੋ ਜਾਓ ਕਿ ਸਾਡੇ ਕੋਲ ਇੰਨੇ ਹੀਰੇ ਹੈਗੇ ਨੇ ਜਿਹੜੇ ਪ੍ਰਚਾਰ ਕਰ ਨੇ, ਪਰ ਅਸੀਂ ਫਿਰ ਵੀ ਇਹਨਾਂ ਨੂੰ ਆਪਣੇ ਨਾਲ ਮਿਲਾ ਨਹੀਂ ਪਾਏ, ਕਿਉਂਕਿ ਪੋਲੀਟੀਕਲ ਜਿਹੜੀ ਗੈਪ ਹੈਗਾ, ਸਾਡੇ ਜਿਹੜੇ ਲੀਡਰਸ ਨੇ, ਜਿਹੜੇ ਇੰਸਟੀਟਿਊਸ਼ਨ ਨੇ ਵੱਡੇ, ਉਹਨਾਂ ਨੇ ਉਹਨੂੰ ਉਹ ਜਗ੍ਹਾ ਨਹੀਂ ਦਿੱਤੀ, ਰਿਕਗਨਾਈਜ਼ ਨਹੀਂ ਕੀਤਾ ਹੈਗਾ। ਤੇ ਮੇਰੀ ਸਾਰਿਆਂ ਨਾਲ ਇੱਕੋ ਹੀ ਸਿਰਫ ਬੇਨਤੀ ਹੈਗੀ ਹੈ ਕਿ ਜਿੱਥੇ ਤੁਹਾਨੂੰ ਸਿੰਧੀ ਫੈਮਲੀਆਂ ਮਿਲਦੀਆਂ ਨੇ, ਉਹਨਾਂ ਨੂੰ ਪਿਆਰ ਕਰੋ, ਆਪਣੇ ਨਾਲ ਮਿਲਾਓ, ਔਰ ਐਕਸਚੇਂਜ ਕਰੋ ਵਿਊਜ਼ ਉਹਨਾਂ ਨਾਲ, ਤਾਂ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੇ ਹੋਰ ਨੇੜੇ ਆ ਜਾਈਏ ਔਰ ਸਾਡੇ ਨਾਲ ਰਲ ਮਿਲ ਕੇ ਰਹਿਣ। ਔਰ ਮਨਦੀਪ ਕੌਰ ਜੀ ਨੂੰ ਇਹ ਰਿਕੁਐਸਟ ਕਰਾਂਗਾ ਕਿ ਟੂ ਟਾਈਮ ਇਹਨਾਂ ਦੇ ਆਰਟੀਕਲ ਹੋਰ ਅੱਛੇ ਰਿਸਰਚ ਕਰਕੇ ਦੇਣ, ਤਾਂ ਕਿ ਅਸੀਂ ਉਹਨਾਂ ਨੂੰ ਪਬਲਿਸ਼ ਕਰੀਏ। ਵਾਈਡਰ ਕਮਿਊਨਿਟੀ ਜਿਹੜੀ ਵਰਲਡ ਵਾਈਡ ਹੈਗੀ, ਸਿੱਖ ਯੂਥ ਦੇ ਰੀਡਰਸ ਨੇ, ਉਹ ਵੀ ਹੈ, ਪਲੱਸ ਤੁਹਾਨੂੰ ਸਾਰਿਆਂ ਨੂੰ ਖੁਸ਼ੀ ਹੋਏਗੀ ਜਦੋਂ ਇਹਨਾਂ ਦੇ ਆਰਟੀਕਲ ਅਸੀਂ ਪਬਲਿਸ਼ ਕਰਦੇ ਹਾਂ। ਸਪੈਸ਼ਲ ਅਸੀਂ ਉਹਨਾਂ ਦੇ ਆਰਟੀਕਲ ਨੂੰ SGPC ਨੂੰ, ਪ੍ਰੈਜ਼ੀਡੈਂਟ ਨੂੰ ਭੇਜਦੇ ਹਾਂ ਸਪੈਸ਼ਲੀ, ਤਾਂ ਕਿ ਉਹ ਪੜ੍ਹੇ ਕਿ ਇਹ ਵੀ ਚੀਜ਼ ਹੈਗੀ ਕੁਝ ਹਿੰਦੁਸਤਾਨ ਵਿੱਚ ਜਿਹੜੀ ਕਿ ਹੋ ਰਹੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਉਹਨਾਂ ਦੀਆਂ ਅੱਖਾਂ ਬੰਦ ਨੇ, ਅਸੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਕਰਦੇ ਰਹਾਂਗੇ। ਤੇ ਤੁਸੀਂ ਸਾਰੇ ਜਿਹਨਾਂ ਦੇ ਕੋਲ ਹੋਰ ਵੀ ਕੁਝ ਮਟੀਰੀਅਲ ਹੈਗਾ ਦੇਣ ਵਾਸਤੇ ਦਿਓ, ਵੀ ਵਿਲ ਸਰਟਨਲੀ ਪਬਲਿਸ਼ ਇਟ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮਨਦੀਪ ਜੀ, ਤੁਸੀਂ ਕੁਝ ਕਹਿਣਾ ਜਾਂ ਅੱਗੇ ਚੱਲੀਏ? ਵੀਰ ਜੀ, ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ, ਪ੍ਰਤਾਪ ਸਿੰਘ ਵੀਰ ਜੀ ਜੋ ਕਹਿ ਰਹੇ ਨੇ ਆਰਟੀਕਲਸ ਪਬਲਿਸ਼ ਵੀ ਹੋਏ। ਮੈਂ ਇਹ ਵੀ ਸ਼ੇਅਰ ਕਰਦੀ ਹਾਂ ਕਿ ਜਦੋਂ ਇਹ ਆਰਟੀਕਲ ਵੀਰ ਜੀ ਨੇ ਹੀ ਮਤਲਬ ਮੈਨੂੰ ਸੁਜੈਸਟ ਕੀਤਾ ਸੀ ਕਿ ਮਨਦੀਪ ਜੀ ਤੁਸੀਂ ਜ਼ਰੂਰ ਲਿਖੋ, ਪਰ ਮੈਨੂੰ ਇੰਨੀ ਜ਼ਬਰਦਸਤ ਫੀਡਬੈਕ, ਕਿਉਂਕਿ ਉਹਦੇ ਨਾਲ ਈਮੇਲ ਵੀ ਲਿਖਿਆ ਜਾਂਦਾ ਹੈ, ਔਰ ਮੈਨੂੰ ਕਈ ਲੋਕਾਂ ਨੇ ਫੋਨ ਕੀਤਾ ਜਿਹੜੇ ਨੌਨ ਸਿੰਧੀ ਸੀ, ਉੜੀਸਾ ਤੋਂ ਆਈਆਂ ਈਮੇਲਸ ਆਈਆਂ, ਉਹਨਾਂ ਨੇ ਰੈਫਰੈਂਸਿਸ ਦਿੱਤੀਆਂ ਕਿ ਤੁਸੀਂ ਇਹਨਾਂ ਬਾਰੇ ਹੋਰ ਲਿਖੋ। ਫਿਰ ਮੈਂ ਵੀਰ ਜੀ ਨਾਲ ਵੀ ਸ਼ੇਅਰ ਕੀਤਾ ਸੀ, ਪਰ ਉਹੀ ਗੱਲ ਹੈ ਕਿ ਮਤਲਬ ਸਾਲ 'ਚ 2 ਆਰਟੀਕਲ ਲਿਖ ਲਿੱਤੇ ਤਾਂ ਉਹਨਾਂ ਹੀ ਕੰਮ ਸ਼ਾਇਦ ਮੇਰੇ ਕੋਲੋਂ ਕੀਤਾ ਗਿਆ। ਪਰ ਜਿਹੜਾ ਇਹ ਗੱਲ ਕਰ ਰਹੇ ਨੇ ਕਿ ਬਾਬਾ ਥਾਰਾ ਸਿੰਘ ਜੀ ਜਿਨ੍ਹਾਂ ਦੀ ਗੱਲ ਕਰ ਰਹੇ ਨੇ, ਉਹ ਪਹਿਲੇ ਸਿੱਖ ਸੀ ਜਿਨ੍ਹਾਂ ਨੇ ਸਿੱਖੀਜ਼ਮ ਨੂੰ ਪ੍ਰਮੋਟ ਕੀਤਾ ਸੀ। ਜਿਵੇਂ ਵੀਰ ਜੀ ਨੇ ਕਿਹਾ ਕਿ ਸਾਡੇ ਡੇਰਿਆਂ ਨੇ ਤੇ ਗੁਰਬਾਣੀ ਨਾਲੋਂ ਤੋੜਿਆ ਲੋਕਾਂ ਨੂੰ, ਪਰ ਉਹਨਾਂ ਨੇ ਸਿੱਖੀਜ਼ਮ ਨੂੰ ਪ੍ਰਮੋਟ ਕੀਤਾ ਔਰ ਉਹਨਾਂ ਨੇ ਗੁਰਬਾਣੀ ਨਾਲ ਜੁੜਨ ਦੀ ਕੋਸ਼ਿਸ਼ ਕਰਵਾਈ ਕਿ ਘੱਟੋ ਘੱਟ ਜਪਜੀ ਸਾਹਿਬ, ਘੱਟੋ ਘੱਟ ਸੁਖਮਨੀ, ਇਹ ਸਾਰਿਆਂ ਨੂੰ ਕੰਠ ਯਾਦ ਹੋਣਾ ਚਾਹੀਦਾ। ਤੇ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਜਿਹੜੇ ਉਲਾਸਨਗਰ ਹੁਣ ਉਹ ਬਹੁਤ ਵੱਡੀ ਟਾਊਨਸ਼ਿਪ ਬਣ ਗਈ ਹੈ, ਪਰ ਉਹਦਾ ਪਿਛੋਕੜ ਜਿਹੜਾ ਉਹ ਬਾਬਾ ਥਾਰਾ ਸਿੰਘ ਜੀ ਨਾਲ, ਜਿਹਦੇ ਬਾਰੇ ਮੈਨੂੰ ਵੀ ਉਸ ਵੇਲੇ ਨਹੀਂ ਪਤਾ ਸੀ, ਪਰ ਉਹ ਇੱਕ ਆਰਟੀਕਲ ਲਿਖਣ ਨਾਲ ਮੇਰੀ ਵੀ ਨੌਲੇਜ ਬਹੁਤ ਗੇਨ ਹੋਈ। ਥੈਂਕ ਯੂ ਪ੍ਰਤਾਪ ਸਿੰਘ ਵੀਰ ਜੀ, ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਇਸ ਤੋਂ ਅੱਗੇ ਵੱਧ ਕੇ ਹੋਰ ਕੰਮ ਕਰਦੀ ਰਵਾਂ। ਥੈਂਕ ਯੂ। ਨਹੀਂ, ਇਹ ਠੀਕ ਹੈ ਕਿ ਉਹ ਕਮਿਊਨਿਟੀ ਬਿਲਕੁਲ ਉਹਦੇ 'ਚ ਹੈ, ਪਰ ਜੇ ਅਸੀਂ ਸਾਰੇ ਜਣੇ ਜੁੜ ਕੇ, ਦੇਰ ਕੁਡ ਬੀ ਹੰਡਰਡਸ ਆਫ ਥਿੰਗਸ ਜਿਹੜੀਆਂ ਤੁਸੀਂ ਜਿੱਦਾਂ ਕਹੀਆਂ, ਅਸੀਂ ਪ੍ਰਿੰਸੀਪਲੀ ਫੋਟੋਆਂ ਨੂੰ ਨਹੀਂ ਮੰਨਦੇ ਜਾਂ ਹੋਰ ਕਈ ਚੀਜ਼ਾਂ ਨਹੀਂ ਮੰਨਦੇ, ਜਾਂ ਉਹ ਕੋਈ ਪ੍ਰੈਕਟਿਸਿਸ ਐਸੀਆਂ ਕਰਦੇ ਆ ਜਿਹੜੀਆਂ ਕਿ ਗੁਰਬਾਣੀ ਦੇ, ਪਰ ਕੀ ਅਸੀਂ ਉਹਨਾਂ ਨੂੰ, ਅਸੀਂ ਸਾਰਿਆਂ ਨੂੰ ਆਪਣੀ ਗਲਵਕੜੀ 'ਚ ਲੈ ਕੇ ਉਹਨਾਂ ਨੂੰ ਗੁਰਬਾਣੀ ਸਮਝਾ ਸਕੇ ਹਾਂ? ਸ਼ਾਇਦ ਸਮਝਾਉਂਦੇ ਤਾਂ ਉਹ ਪ੍ਰੈਕਟਿਸਿਸ ਤੋਂ ਵੀ ਹਟ ਜਾਂਦੇ, ਪਰ ਜੇ ਅਸੀਂ ਪਹਿਲੇ ਹੀ ਦੂਰ ਕਰਦੇ ਜਾਈਏ ਤੇ ਫਿਰ ਜਿਹੜੀ ਚੀਜ਼ ਅਸੀਂ ਡੇਰਾਵਾਦ ਤੇ ਹੋਰ ਚੀਜ਼ਾਂ ਦੇਖਦੇ ਹਾਂ, ਉਹ ਸਾਰੀਆਂ ਚੀਜ਼ਾਂ ਵਧੀ ਜਾਂਦੀਆਂ। ਪਰ ਕਈ ਵਾਰੀ ਇੱਕ ਗੱਲ ਦਾ ਧਿਆਨ ਅਸੀਂ ਸਾਰੇ ਰੱਖੀਏ ਕਿ ਕਈ ਵਾਰੀ ਉਹਨਾਂ ਦੇ ਵੈਸਟਡ ਇੰਟਰਸਟ ਵੀ ਹੋਰ ਬਾਬਿਆਂ ਦੇ ਜਾਂ ਹੋਰਾਂ ਦੇ ਹੁੰਦੇ ਆ, ਉਹ ਵੀ ਵਿੱਚ ਆ ਜਾਂਦੇ ਆ, and that we always feel। ਰਣਜੀਤ ਸਿੰਘ ਜੀ, ਹਾਂਜੀ, ਅਨਮਿਊਟ ਕਰਨਾ ਜੀ। ਉਸ ਤੋਂ ਬਾਅਦ ਮਨਜੀਤ ਸਿੰਘ ਜੀ। ਹਾਂਜੀ, ਨਹੀਂ ਤੁਸੀਂ ਅਨਮਿਊਟ ਨਹੀਂ ਕੀਤਾ ਜੀ।
हाँ जी। नहीं अजे भी नहीं आवाज आई थी थोड़ी। ਮਨਜੀਤ ਸਿੰਘ ਜੀ ਤੁਸੀਂ ਸ਼ੁਰੂ ਪਹਿਲੇ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਭੈਣ ਜੀ, ਮੈਂ ਤੁਹਾਨੂੰ ਛੋਟੇ ਛੋਟੇ 2 ਕੁਐਸਚਨ ਪੁੱਟ ਕਰ ਰਿਹਾ ਜੀ। ਹੋ ਸਕਦਾ ਹੈ ਤੁਹਾਨੂੰ ਇਹਦੇ ਬਾਰੇ ਨੌਲੇਜ ਹੋਵੇ। ਤੇ ਨੰਬਰ 1 ਕਿ ਸਾਰੇ ਸਿੰਧੀ ਜਿਹੜੇ ਆਪਣੇ ਮਾਈਗ੍ਰੇਟ ਕਰਕੇ ਆਏ ਸਿੰਧ ਸਟੇਟ ਤੋਂ, ਉਹ ਸਾਰੇ ਦਾ ਨਹੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੋਣੇ। ਤੁਹਾਨੂੰ ਪਤਾ ਵੀ ਕਿੰਨੇ ਪਰਸੈਂਟੇਜ ਗੁਰੂ ਨਾਨਕ ਸਾਹਿਬ ਨੂੰ ਆਪਣਾ ਇਸ਼ਟ ਮੰਨਦੀ ਹੈ। ਤੇ ਦੂਜਾ ਕੁਐਸਚਨ ਇਹ ਹੈਗਾ ਕਿ ਮੈਂ ਸੁਣਿਆ ਵੀ ਸਿੰਧੀ ਕਮਿਊਨਿਟੀ ਵਿੱਚ ਇੱਕ ਡਿਸਕਸ਼ਨ ਚੱਲ ਰਹੀ ਹੈ ਕਿ ਉਹ ਆਪਣਾ ਆਈਕਨ ਝੂਲੇ ਲਾਲਨ ਨੂੰ ਬਣਾਉਣ ਜਾਂ ਗੁਰੂ ਨਾਨਕ ਸਾਹਿਬ ਨੂੰ ਬਣਾਉਣ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਪਹਿਲਾ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਕਿੰਨੇ ਪਰਸੈਂਟੇਜ ਜਿਹੜੇ ਸਿੰਧੀ ਮਾਈਗ੍ਰੇਟ ਹੋਏ, ਉਹਨਾਂ ਚੋਂ ਬਹੁਤ ਵੱਡੀ ਤਾਦਾਦ ਇਸ ਬੁੱਕ ਵਿੱਚ, ਸਾਰੀ ਪਬਲਿਕੇਸ਼ਨ ਦੇ ਵਿੱਚ ਮੈਂ ਆਰਟੀਕਲ ਸ਼ੇਅਰ ਕਰ ਦਿਆਂਗੀ। ਇਹਦੇ ਚ ਬਹੁਤ ਸਾਰੇ ਆਰਟੀਕਲਸ ਲਿਖੇ ਗਏ ਸੀ ਜਿਹਦੇ ਚ ਇਹ ਮੈਂਸ਼ਨ ਕੀਤਾ ਗਿਆ ਸੀ ਕਿ 1/3 ਜਿਹੜੇ ਨੇ ਐਕਚੁਅਲੀ ਉਹ ਸਿੱਖ ਗੁਰੂ ਨਾਨਕ ਦੇਵ ਜੀ ਦੇ ਫਾਲੋਅਰ ਸੀਗੇ, ਪਰ ਪਾਰਟੀਸ਼ਨ ਤੋਂ ਬਾਅਦ ਬਹੁਤ ਸਾਰਿਆਂ ਨੇ ਇਸਲਾਮ ਚ ਕਨਵਰਟ ਹੋ ਗਏ, ਔਰ ਜਿਹੜੇ ਉੱਥੇ ਰਹਿ ਗਏ ਉਹ ਆਰੀਆ ਸਮਾਜੀ ਚ ਵਾਪਸ ਚਲੇ ਗਏ। ਉਹਨਾਂ ਕਿਉਂਕਿ ਉਸ ਕਮਿਊਨਿਟੀ ਵਿੱਚ ਰਹਿ ਕੇ ਉਹ ਸਿੱਖੀਜ਼ਮ ਜ਼ਿਆਦਾ ਫੋਲੋ ਨਹੀਂ ਕਰ ਸਕੇ, ਪਰ ਉੱਥੇ ਜਿਹੜੇ ਸਿੰਧੀ ਗੁਰਦੁਆਰੇ ਸੀ, ਉਹਨਾਂ ਸਿੰਧੀ ਗੁਰਦੁਆਰਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਮੂਰਤੀ ਪੂਜਾ ਜਾਂ ਉਹ ਝੂਲੇ ਲਾਲ ਦੀ ਵੀ ਮੂਰਤੀ ਰੱਖਦੇ ਨੇ। ਕਈਆਂ ਥਾਵਾਂ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਵੀ ਮੂਰਤੀਆਂ ਬਣਾਈਆਂ ਹੋਈਆਂ ਸੀ, ਜਿਹਦਾ ਫਿਰ ਬਾਅਦ ਵਿੱਚ ਖੰਡਨ ਵੀ ਕੀਤਾ ਗਿਆ, ਡਿਬੇਟਸ ਵੀ ਚੱਲੀਆਂ। ਫਿਰ ਕਈ ਲੋਕਾਂ ਨੇ ਕਿਹਾ ਵੀ ਇਹ ਸਿੱਖ ਮਰਿਆਦਾ ਦੇ ਮੁਤਾਬਿਕ ਨਹੀਂ ਹੈ। ਤੋ ਜੋ ਵੀਰ ਜੀ ਜੋ ਕਹਿ ਰਹੇ ਨੇ ਕਿ ਸ਼ਾਇਦ ਅਸੀਂ ਹੀ ਉਹਨਾਂ ਨੂੰ ਸਮਝਾ ਨਹੀਂ ਸਕੇ, ਉਹ ਚੱਲੇ ਸੀ ਜ਼ਰੂਰ ਗੁਰੂ ਨਾਨਕ ਸਾਹਿਬ ਦੇ ਰਸਤੇ ਤੇ, ਔਰ ਕਾਫੀ ਸਾਲ ਚੱਲਦੇ ਵੀ ਰਹੇ ਨੇ। ਉਹਨਾਂ ਨੇ ਗੁਰਬਾਣੀ ਨੂੰ ਅਡਾਪਟ ਵੀ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਫੋਲੋ ਕੀਤਾ। ਉਹਨਾਂ ਨੇ ਇੱਕ ਸਿੱਖ ਬੱਚੇ ਨੂੰ ਡਿਵੋਟ ਵੀ ਕੀਤਾ ਆਪਣੇ ਕੰਟਰੀ ਦੀ ਰੱਖਿਆ ਵਾਸਤੇ। ਪਰ ਜਿਹੜੀ ਇਹ ਡਿਵਾਈਡ ਹੈ, ਇਹ ਡਿਵਾਈਡ ਇੰਡੀਆ ਤੋਂ ਬਾਅਦ ਜਿਹੜੀ ਡਿਵਾਈਡ ਹੈ ਉਹ ਵਾਈਡਰ ਹੁੰਦੀ ਗਈ। ਹੁਣ ਉਹ ਆਪਣੀ ਕਮਿਊਨਿਟੀ ਨੂੰ ਇਸਟੈਬਲਿਸ਼ ਕਰਨ ਵਾਸਤੇ ਜਾਂ ਆਪਣਾ ਜਿਹੜਾ ਉਸ ਗੁਜਰਾਤ ਵਿੱਚ ਜਿਹਦੀ ਮੈਂ ਗੱਲ ਕਰ ਰਹੀ ਹਾਂ ਗੁਰੂ ਧਾਮ ਬਣਿਆ, ਉਹਨਾਂ ਨੇ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਦਰਦ ਹੈ ਕਿ ਅੰਮ੍ਰਿਤਸਰ ਵਾਲੀ ਜਿਹੜੀ ਲਾਇਬ੍ਰੇਰੀ ਹੈ ਉਹਦੇ ਵਿੱਚ ਸਿੰਧੀਆਂ ਦੇ ਕਲਚਰ ਨੂੰ ਬਹੁਤ ਜ਼ਿਆਦਾ ਜਗ੍ਹਾ ਨਹੀਂ ਦਿੱਤੀ ਗਈ। ਉਹਨਾਂ ਦਾ ਦਰਦ ਇਹ ਹੈ ਕਿ ਇੱਕ ਛੋਟੇ ਜਿਹੇ ਕਾਰਨਰ ਦੇ ਵਿੱਚ ਸਾਡੀਆਂ ਸਿਰਫ ਬਾਕੀ ਸਾਰਾ ਪੰਜਾਬ ਪੂਰਾ ਉੱਥੇ ਇਲੈਬੋਰੇਟ ਕਰਕੇ ਡਿਸਪਲੇ ਕੀਤਾ ਗਿਆ, ਪਰ ਸਿੰਧੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ, ਸਿੰਧ ਪੰਜਾਬ ਜਿਵੇਂ ਆਪਾਂ ਕਹਿੰਦੇ ਆ, ਕਿ ਇਹ ਉਹਨਾਂ ਦੀਆਂ ਫੀਲਿੰਗਸ ਨੇ। ਜਿਹੜੀ ਅਡਲਟ ਜਨਰੇਸ਼ਨ ਹੈ, ਜਿਹਦੀ ਮੈਂ ਗੱਲ ਕਰ ਰਹੀ ਹਾਂ, ਜਿਹੜੇ 70-75 ਜਾਂ 80+ ਲੋਕ ਨੇ ਇਸ ਟਾਈਮ ਤੇ, ਜਿਨ੍ਹਾਂ ਨੇ ਪਾਰਟੀਸ਼ਨ ਔਰ ਉਸ ਤੋਂ ਬਾਅਦ ਦੇਖਿਆ ਇਹਨਾਂ ਚੀਜ਼ਾਂ ਨੂੰ, ਤੇ ਉਹ ਕਹਿੰਦੇ ਲਾਇਬ੍ਰੇਰੀ ਜ਼ਰੂਰ ਕੀਤੀ ਗਈ ਹੈ ਕ੍ਰੀਏਟ, ਮਿਊਜ਼ੀਅਮ ਜ਼ਰੂਰ ਕੀਤਾ ਗਿਆ ਕ੍ਰੀਏਟ, ਪਰ ਸਿੰਧੀਆਂ ਨੂੰ ਓਨੀ ਜਗ੍ਹਾ ਨਹੀਂ ਦਿੱਤੀ ਗਈ ਜਿੰਨੀ ਸਾਨੂੰ ਸੈਟੀਸਫਾਈ ਕਰਨ ਵਾਸਤੇ ਜਾਂ ਸਾਡੇ ਕਲਚਰ ਨੂੰ ਰਿਟੇਨ ਕਰਨ ਵਾਸਤੇ ਡਿਸਪਲੇ ਕੀਤਾ ਜਾਣਾ ਚਾਹੀਦਾ ਸੀ। ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਉਹਨਾਂ ਡਿਸਪਲੇ ਦੀ ਜਗ੍ਹਾ ਸਾਨੂੰ ਨਹੀਂ ਮਿਲੀ। ਬਾਕੀ ਇਹ 4 ਥਾਵਾਂ ਤੇ ਸਪਰੈਡ ਹੋਏ ਵੀਰ ਜੀ। ਇਹ ਇੰਦੌਰ, ਉੜੀਸਾ, ਬੰਬੇ, ਗੁਜਰਾਤ ਤੇ ਹੈਗਾ ਹੀ ਹੈਗਾ ਹੈ। ਇੱਕ ਜਗ੍ਹਾ ਹੋਰ ਹੈਗੀ ਸੀ ਜਿਹੜਾ ਮੈਂ ਪੁਆਇੰਟ ਨੋਟ ਕੀਤਾ ਸੀ, ਉੱਥੇ ਇਹ ਮੇਨ ਪਾਰਟੀਸ਼ਨ ਤੋਂ ਬਾਅਦ ਉੱਥੇ ਆ ਕੇ ਸੈਟਲ ਹੋਏ। ਸੋ ਇਹਨਾਂ ਥਾਵਾਂ ਤੇ ਹੁਣ ਜਿਹੜੀ ਕਰੰਟ ਜਨਰੇਸ਼ਨ ਹੈ ਉਹਨਾਂ 'ਚ ਇੱਕ ਸਿੱਖ ਬੱਚੇ ਵਾਲਾ ਵੀ ਟ੍ਰੈਂਡ ਖਤਮ ਹੋ ਗਿਆ। ਤੁਹਾਨੂੰ ਮਿਲਦੇ ਹੋਣਗੇ ਜ਼ਰੂਰ ਸਿੰਧੀ ਸਿੱਖ ਜਿਨ੍ਹਾਂ ਨੇ ਟਰਬਨਸ ਪਾਈਆਂ ਹੋਈਆਂ, ਜਿਨ੍ਹਾਂ ਦੀ ਉੱਪਰ ਵਾਲੀ ਦਿੱਖ ਜਿਹੜੀ ਹੈ ਉਹ ਸਿੱਖਾਂ ਵਰਗੀ ਹੈ, ਪਰ ਅੰਦਰੋਂ ਜਿਹੜਾ ਮੈਂ ਪੁਆਇੰਟ ਰੱਖ ਰਹੀ ਹਾਂ, ਅੰਦਰੋਂ ਇਹਨਾਂ ਦੇ ਜਿਹੜੀ ਭਾਵਨਾ ਕਹਿ ਲਓ ਜਾਂ ਇਹਨਾਂ ਦੀ ਗੁਰਬਾਣੀ ਨਾਲ ਲਗਾਵ ਕਹੋ ਜਾਂ ਗੁਰਬਾਣੀ ਨੂੰ ਯਾਦ ਕਰਨਾ, ਕੰਠ ਕਰਨਾ, ਉਹ ਇਹਨਾਂ ਦੀ ਭਾਵਨਾ ਜਿਹੜੀ ਹੈ ਉਹ ਬਹੁਤ ਸਟਰੋਂਗ ਹੈ। ਪਰ ਇਹ ਤਿੰਨਾਂ 'ਚ ਡਿਵਾਈਡ ਹੋਏ ਸੀ, ਸਿੱਖ, ਇਸਲਾਮ ਔਰ ਫਿਰ ਜਿਹੜੇ ਉੱਥੇ ਰਹਿ ਗਏ ਉਹ ਹਿੰਦੂ। ਇੰਨੀ ਕੁ ਮੇਰੀ ਨੌਲੇਜ ਹੈ। ਪਰਸੈਂਟੇਜ ਐਗਜ਼ੈਕਟਲੀ ਪੁੱਛੋਗੇ ਤੇ ਸ਼ਾਇਦ ਪਰਸੈਂਟੇਜ ਮੈਂ ਦੁਬਾਰਾ ਫਾਈਂਡ ਆਊਟ ਕਰਕੇ ਸ਼ੇਅਰ ਕਰ ਸਕਦੀ ਹਾਂ।
ਐਗਜ਼ੈਕਟਲੀ ਮੈਂ ਪਰਸੈਂਟੇਜ ਨਹੀਂ ਦੱਸ ਸਕਦੀ। ਆਈ ਹੋਪ ਆਈ ਆਨਸਰਡ ਬੋਥ ਦਾ ਕੁਐਸਚਨਸ। ਮਨਦੀਪ ਜੀ, ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ। ਹਾਂਜੀ ਵੀਰ ਜੋ ਜੀ। ਮੈਨੂੰ ਭਾਈ ਚੇਲਾ ਰਾਮ ਜੀ ਕੋਲ ਪਤਾ ਲੱਗਿਆ ਸੀ, ਹਾਂਜੀ ਔਰ ਮੈਂ ਜਦੋਂ ਗੁਰਦੁਆਰੇ 'ਚ ਗਿਆ ਹੈਗਾ ਸੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਟਰ 'ਚ ਸਟੇਜ ਤੇ ਹੈਗੇ ਨੇ, ਇੱਕ ਰਾਈਟ ਦੇ ਉੱਤੇ ਉਹਨਾਂ ਨੇ ਇੱਕ ਚੂਲਾ ਰੱਖਿਆ ਸੀ, ਉਹਦੇ ਚੂਲੇ ਲਾਲ ਜਿਹੜਾ ਤੁਸੀਂ ਕਹਿੰਦੇ ਹੋ ਨਾ, ਜਿਹੜੀ ਹਾਂਜੀ ਉਹਦੇ ਹਾਂਜੀ 'ਚ ਲੱਗੇ ਝੂਲੇ ਸੀ, ਲਾਲ ਔਰ ਉਹਨਾਂ ਦਾ ਜਿਹੜੇ ਵੀ ਆਉਂਦੇ ਸੀ ਮੱਥਾ ਟੇਕਣ ਵਾਸਤੇ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵ ਪਹਿਲੇ ਰਿਸਪੈਕਟ ਦੇਣ ਤੋਂ ਬਾਅਦ ਕੁਝ ਸੱਜਣ ਸੀ ਜਿਹੜੇ ਕਿ ਜਾ ਕੇ ਚੂਲੇ ਨੂੰ ਵੀ ਹੱਥ ਲਗਾਉਂਦੇ ਸੀ। ਸੋ ਦੈਟ ਵਾਸ देयर ट्रेडिशनल थिंग। ਰਿਸਪੈਕਟ ਔਰ ਮੱਥਾ ਟੇਕਣਾ ਵਾਸ ਦੈਟ ਵਨ। ਉੱਥੋਂ ਨੂੰ ਜਾ ਕੇ ਉਹਨੂੰ ਹਿਲਾ ਦੇਣਾ ਸੀ। ਦਿਸ ਇਜ਼ ਵਾਟ ਦੇ ਯੂਜ਼ਡ ਟੂ ਡੂ। ਔਰ ਮੈਂ ਦੇਖੇ ਨੇ ਸਿੰਧੀ ਜਿਹੜੇ ਗੁਰਸਿੱਖ ਸੱਜਣ ਉਸ ਗੁਰਦੁਆਰੇ ਵਿੱਚ ਬੜੇ ਬੜੇ ਅੱਛੇ ਪੜ੍ਹੇ ਲਿਖੇ ਹੈਗੇ ਸੀ। ਦੇ ਵਰ ਵੈਰੀ ਮਚ ਦੇਅਰ। ਔਰ ਚੇਲਾ ਰਾਮ ਜੀ ਆਪ ਹਾਲੇ ਕਿ ਕੇਸ ਨਹੀਂ ਰੱਖਦੇ ਸੀ, ਬਟ ਆਈ ਥਿੰਕ ਹੀ ਵਾਸ ਮਚ ਬੈਟਰ ਸਿੱਖ ਦੈਨ ਐਨੀਬਡੀ ਐਲਸ। ਸੋ ਅਸੀਂ ਕਿਸ ਤਰੀਕੇ ਨਾਲ ਇਹਨਾਂ ਨੂੰ ਲੈ ਸਕਦੇ ਹਾਂ ਨਾਲ। ਬਾਕੀ ਜਿਹੜੀ ਗੱਲ ਰਹੀ ਹੈ ਪਰਸੈਂਟੇਜ ਦੀ, ਪਰਸੈਂਟੇਜ ਨਾਟ ਵੈਰੀ ਇਟਸ ਇਮਟੀਰੀਅਲ, ਕਿਉਂਕਿ ਇਹਨਾਂ ਦੇ ਵਿੱਚ ਦੋ ਚੀਜ਼ਾਂ ਹੈਗੀਆਂ ਨੇ ਬੜੀ ਕਲੀਅਰ। ਇੱਕ ਸਿੱਖ ਫੇਥ ਹੈਗਾ, ਦੂਜਾ ਮੇਰਾ ਕ੍ਰਿਸ਼ਨ ਭਗਵਾਨ ਦੇ ਵੀ ਜਿਹੜੇ ਹੈਗੇ ਨੇ, ਜਾਂ ਚੂਲਾ ਲਾਲ ਦੇ ਉਹਨਾਂ ਦੇ ਵੀ ਹੈਗੇ ਨੇ। ਔਰ ਦੈਟ ਡਿਵੀਜ਼ਨ ਇਜ਼ ਵਿਲ ਆਲਵੇਜ਼ ਰਿਮੇਨ, ਕਿਉਂਕਿ ਉਹਨਾਂ ਦੇ ਪੈਦਾ ਉੱਥੋਂ ਹੋਏ ਸੀ, ਬਟ ਲੇਟਰ ਔਨ ਦੇ ਕੇਮ ਟੂ ਦ ਸਿੱਖ ਫੋਲਡ। ਬਟ ਸਵਾਲ ਹੈ ਕਿ ਹਾਊ ਕੈਨ ਯੂ ਬ੍ਰਿਜ ਦ ਗੈਪ ਟੂ ਗ੍ਰੇਟ ਐਕਸਟੈਂਟ, ताकि दोनों coexist करें. Now, this is where our leadership will have to play a role. Our institution have to play a role within the, staying in the community. How can you draw a very thin line and we still be separated for that purpose? But let's not ignore them altogether. Thank you. ਰਣਜੀਤ ਸਿੰਘ ਜੀ, ਤੁਹਾਡਾ ਹੋਇਆ ਠੀਕ? ਜੇ ਆਵਾਜ਼ ਆਉਂਦੀ ਤਾਂ ਤੁਹਾਡੀ। ਹਾਂਜੀ, ਅਨਮਿਊਟਡ ਸੀ ਪਹਿਲੇ ਤੁਸੀਂ। ਨਹੀਂ, ਅੱਛਾ। ਨਿਰਮਲ ਸਿੰਘ ਜੀ। ਹਾਂਜੀ, ਨਿਰਮਲ ਸਿੰਘ ਜੀ। ਆਵਾਜ਼ ਕਿਉਂ ਨਹੀਂ ਆ ਰਹੀ? ਨਿਰਮਲ ਸਿੰਘ ਵੈਦ ਜੀ। ਹਾਂਜੀ, ਆਵਾਜ਼ ਆ ਰਹੀ ਜੀ ਕਿ ਨਹੀਂ? ਆ ਰਹੀ ਜੀ, ਆ ਰਹੀ ਜੀ। ਹਾਂਜੀ, ਦਾਸ ਵੱਲੋਂ ਜੀ ਸਾਰੀ ਸੰਗਤ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ ਜੀ। ਭੈਣ ਜੀ ਉਹਨਾਂ ਨੇ ਬਹੁਤ ਕਾਫੀ ਵਿਸਥਾਰ ਪੂਰਵਕ ਸਾਨੂੰ ਸਿੰਧੀ ਪਰਿਵਾਰਾਂ ਬਾਰੇ ਦੱਸਿਆ। ਜੋ ਮੈਂ ਮਹਿਸੂਸ ਕਰ ਰਿਹਾ ਜੀ ਵੀ ਗੁਰਬਾਣੀ ਦੇ ਵਿੱਚ ਕੋਈ 663 ਵਾਰੀ ਗੁਰੂ ਸਾਹਿਬ ਨੇ ਵਿਚਾਰ ਕਰਨ ਵਾਸਤੇ ਸਾਨੂੰ ਗੁਰਬਾਣੀ ਦੇ ਵਿੱਚ ਕਈ ਥਾਂ ਦੱਸਿਆ, ਅਨੇਕਾਂ ਤਰੀਕੇ ਨਾਲ ਵੀ ਵਿਚਾਰ ਕਰਨੀ ਬਹੁਤ ਜ਼ਰੂਰੀ ਆ। ਤੇ ਮੈਂ ਸਿਰਫ ਇਹ ਸਮਝਦਾ, ਜੋ ਭੈਣ ਜੀ ਹੁਣ ਦੱਸਿਆ ਵੀ ਉੱਥੇ ਕੁਛ ਬਾਣੀਆਂ ਨੂੰ ਜ਼ੁਬਾਨੀ ਯਾਦ ਕਰਨ ਵਾਸਤੇ, ਰਟਨ ਕਰਨ ਵਾਸਤੇ ਕਿਹਾ ਜਾਂਦਾ, ਸਮਝਾਇਆ ਜਾਂਦਾ। ਚੰਗੀ ਗੱਲ ਆ, ਕੋਈ ਐਸੀ ਗੱਲ ਨਹੀਂ। ਕੀ ਉਹ ਸਿਰਫ ਰਟਨ ਵਾਸਤੇ ਹੀ ਸੀਮਿਤ ਹੈਗੇ ਆ, ਜਾਂ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ ਵੀ ਕੋਈ ਉਦਮ ਉਪਰਾਲਾ ਹੋ ਰਿਹਾ? ਇਹਦੇ ਬਾਰੇ ਜ਼ਰੂਰ ਭੈਣ ਜੀ ਸਾਨੂੰ ਇੰਡੀਕੇਟ ਕਰਨ, ਦੱਸਣ। ਤੇ ਜੇ ਨਹੀਂ ਹੋ ਰਿਹਾ ਤਾਂ ਮੈਂ ਬੇਨਤੀ ਕਰਾਂਗਾ ਕਿ ਗੁਰਬਾਣੀ ਨੂੰ ਯਾਦ ਕਰਨਾ ਬਹੁਤ ਚੰਗੀ ਗੱਲ ਆ, ਲੇਕਿਨ ਗੁਰਬਾਣੀ ਦੇ ਵਿੱਚ ਜੋ ਸਾਨੂੰ ਮੈਸੇਜ ਦਿੱਤਾ ਗਿਆ ਉਹਨੂੰ ਆਪਣੇ ਜ਼ਿਹਨ ਦੇ ਵਿੱਚ ਵਸਾਉਣਾ, ਉੱਥੇ ਚਿੱਤ ਲਾਉਣਾ, ਲਿਵ ਲਾਉਣੀ, ਯਾਦ ਰੱਖਣਾ 24/7, ਉਹ ਵੀ ਇੱਕ ਜ਼ਰੂਰੀ ਸਬਜੈਕਟ ਹੈਗਾ, ਜਿੰਨਾ ਕੁ ਮੈਂ ਸਮਝਦਾ ਜੀ। ਹਾਂਜੀ ਹਾਂਜੀ ਵੀਰ ਜੀ, ਜਿਹੜੀ ਗੱਲ ਇਸ ਤੋਂ ਪਹਿਲੇ ਪ੍ਰਤਾਪ ਸਿੰਘ ਵੀਰ ਜੀ ਜਿਹੜੀ ਗੱਲ ਕਰ ਰਹੇ ਸੀ, ਉਹ ਮੈਨੂੰ ਪੁਆਇੰਟ ਮਿਲਿਆ ਕਿ ਇਹਨਾਂ ਚੇਲਾ ਰਾਮ ਜਿਹੜੇ ਸੀ ਦਿੱਲੀ, ਜਿਨ੍ਹਾਂ ਨੇ ਪਬਲਿਕੇਸ਼ਨਸ ਕੀਤੀਆਂ ਨੇ, ਉਹਨਾਂ ਆਈ ਥਿੰਕ ਫਸਟ ਟ੍ਰਾਂਸਲੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਉਹ ਸਿੰਧੀ ਵਿੱਚ ਹੋਈ ਸੀ। ਪਹਿਲੀ ਟ੍ਰਾਂਸਲੇਸ਼ਨ ਜਿਹੜੀ ਹੈ ਉਹ ਕਾਫੀ ਸਾਲ ਪਹਿਲੇ ਦੀ, ਇੱਕ ਉਹ ਪੁਆਇੰਟ ਮੈਂ ਮਿਸ ਆਊਟ ਕਰ ਗਈ, ਮੈਂ ਸ਼ੇਅਰ ਕਰਨਾ ਚਾਹੁੰਦੀ ਸੀ।
ਹੁਣ ਉਹ ਵੀ ਇੱਕ ਭਾਵਨਾ ਹੈ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਭਾਸ਼ਾ ਵਿੱਚ, ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਂਦੀ, ਉਹ ਆਪਣੀ ਭਾਸ਼ਾ ਵਿੱਚ ਪੜ੍ਹਨਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਨੇ ਇਹ ਵੀ ਉਪਰਾਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਸਿੰਧੀ ਲੈਂਗੁਏਜ ਵਿੱਚ ਟਰਾਂਸਲੇਟ ਕਰਵਾ ਕੇ ਔਰ ਫਿਰ ਦੂਰ ਦੂਰ ਤੱਕ ਉਸ ਨੂੰ ਪਹੁੰਚਾਇਆ ਜਾਵੇ ਜਿਹੜੇ ਸਿੰਧੀ ਪੜ੍ਹ ਰਹੇ ਨੇ। ਸੋ ਦੈਟਸ ਵਨ ਥਿੰਗ। ਦੂਸਰੀ ਗੱਲ ਵੀਰ ਜੀ ਨੇ ਜਿਹੜੀ ਕਹੀ ਹੈ ਕਿ ਉਹਦੀ ਵਿਆਖਿਆ ਕਰਨੀ ਔਰ ਉਹਦੇ ਤੇ ਪ੍ਰੈਕਟੀਕਲ ਲਾਈਫ ਜਿਹੜੀ ਲਿਵਿੰਗ ਕਰਨੀ, ਮੇਰਾ ਖਿਆਲ ਮੈਂ ਤੇ ਉਹ ਐਗਜ਼ਾਮਪਲਸ ਉਸ ਵੀਡੀਓ ਵਿੱਚ ਦਿਖਾ ਚੁੱਕੀ ਹਾਂ, ਸ਼ੇਅਰ ਕਰ ਚੁੱਕੀ ਹਾਂ ਕਿ ਜੇ ਤੁਸੀਂ ਹੁਕਮ ਨੂੰ ਯਾਦ ਕਰੋ ਜਾਂ ਹੁਕਮ ਹਰ ਰੋਜ਼ ਦਾ ਜੇ ਤੁਹਾਨੂੰ ਹੁਕਮ ਯਾਦ ਰਵੇ, ਤੇ ਇੱਕ ਹੁਕਮ ਵੀ ਜੇ ਤੁਹਾਨੂੰ ਰੋਜ਼ ਯਾਦ ਰਵੇ ਤੇ 365 ਸੋਚੋ ਤੁਸੀਂ, ਮਤਲਬ ਜੇ ਫੋਲੋ ਕਰ ਲਈਏ ਤੇ ਪ੍ਰੈਕਟੀਕਲ ਲਿਵਿੰਗ ਤੇ ਆਪਣੇ ਆਪ ਫੋਲੋ ਹੋ ਜਾਏਗੀ, ਵਿਆਖਿਆ ਹੋ ਜਾਏਗੀ। ਕਈ ਗੁਰਦੁਆਰਿਆਂ ਦੇ ਵਿੱਚ ਉਹਦਾ ਮੀਨਿੰਗ, ਉਹਦੀ ਵਿਆਖਿਆ ਉਹਦਾ ਬੱਚਿਆਂ ਕੋਲੋਂ ਕਰਵਾਇਆ ਜਾਂਦਾ। ਜੇ ਬੱਚੇ ਉਹਦਾ ਮੀਨਿੰਗ ਲਿਖਣਗੇ, ਸੋ ਇਟਸ ਪ੍ਰੈਕਟੀਕਲੀ ਵੇ ਆਫ ਲਰਨਿੰਗ। ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਣਾ ਹੈ, ਜਦੋਂ ਅਸੀਂ ਕਿਸੇ ਚੀਜ਼ ਨੂੰ ਫੋਲੋ ਕਰਨਾ ਹੈ, ਤੇ ਜੇ ਅਸੀਂ ਉਹਦਾ ਮੀਨਿੰਗ ਸਮਝ ਕੇ ਉਹਨੂੰ ਲਿਖ ਰਹੇ ਹਾਂ ਜਾਂ ਉਹਦੀ ਵਿਆਖਿਆ ਸਮਝ ਰਹੇ ਹਾਂ, ਤਾਂ ਇਹਦਾ ਮਤਲਬ ਅਸੀਂ ਉਹਦੇ ਚੋਂ ਵੀਰ ਜੀ, ਮੈਨੂੰ ਸ਼ਾਇਦ ਮੇਰਾ ਜਵਾਬ ਕਿ ਗੁਰਬਾਣੀ ਨੇ ਹੀ ਸਾਨੂੰ ਸਮਝਾਇਆ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜੇ ਅਸੀਂ ਕੁਝ ਸਮਝ ਸਕੀਏ ਜਾਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਦੀ, ਮੇਰਾ ਪੁਆਇੰਟ ਆਫ ਵਿਊ ਸਿਰਫ ਇਹ ਹੈ ਕਿ ਜੇ ਉਹਨਾਂ ਨੇ ਗੁਰਸਿੱਖੀ ਨੂੰ ਸੰਭਾਲਿਆ, ਉਹਨਾਂ ਦੀ ਜਨਰੇਸ਼ਨ ਨੇ ਸੰਭਾਲਿਆ, ਤੇ ਅਸੀਂ ਅੰਦਰਲਾ ਬਾਹਰਲਾ ਇਸੇ ਚੱਕਰ 'ਚ ਨਾ ਰਹਿ ਜਾਈਏ। ਘੱਟੋ ਘੱਟ ਜਿਹੜਾ ਨਿਰਮੋਲਕ ਹੀਰਾ ਹੱਥ ਚੜਿਆ, ਨਿਰਮੋਲਕ ਛੂਟ ਗਈ ਸੰਸਾਰੀ, ਇਹ ਵਾਲੀਆਂ ਚੀਜ਼ਾਂ ਅਸੀਂ ਯਾਦ ਰੱਖ ਕੇ ਗੁਰਬਾਣੀ ਨੂੰ ਸੰਭਾਲੀਏ ਔਰ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਗੁਰਬਾਣੀ ਵੰਡੀਏ। ਇਹ ਮੇਰਾ ਖਿਆਲ ਸਿੰਧੀ ਕਮਿਊਨਿਟੀ ਤੋਂ ਅਸੀਂ ਆਪ ਲਰਨ ਕਰ ਸਕਦੇ ਹਾਂ। ਇਹ ਮੇਰਾ ਖਿਆਲ ਹੈ ਜਿਹੜਾ ਮੈਂ ਸ਼ੇਅਰ ਕਰ ਸਕਦੀ ਹਾਂ। ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ ਕਿ ਸਿੰਧੀ ਕਮਿਊਨਿਟੀ ਨਾਲ ਇੰਨਾ ਪਿਆਰ ਸੀ। ਸਾਡੇ ਜਿਹੜੇ ਪ੍ਰੋਡਿਊਸਰ ਹੈ ਨੇ, ਭਾਈ ਵੀਰ ਸਿੰਘ ਜੀ ਨੇ ਜਦੋਂ ਬੈਂਕ ਬਣਾਇਆ ਸੀ, ਪੰਜਾਬ ਐਂਡ ਸਿੰਧ ਬੈਂਕ ਬਣਾਇਆ ਸੀ, ਤਾਂ ਸਿੰਧ ਨਾਲ ਇੰਨਾ ਪਿਆਰ ਸੀ ਸਿੰਧੀ ਕਮਿਊਨਿਟੀ ਨਾਲ ਸਰਕਾਰ, ਉਹ ਬੈਂਕ ਦਾ ਨਾਂ ਪੰਜਾਬ ਐਂਡ ਸਿੰਧ। ਸੋ ਸਾਡਾ ਤਾਂ ਰਿਸ਼ਤਾ ਬੜਾ ਡੀਪ ਹੈ। ਉਸ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਜਾਣਾ, ਉਸ ਦੇ ਬਾਰੇ ਸੋਚੀਏ। ਜੋ ਉਹਨਾਂ ਨੇ ਸਰਦਾਰ ਸਾਹਿਬ ਨੇ ਗੱਲ ਕੀਤੀ ਹੈਗੀ ਹੈ, ਸਾਡੇ ਆਪਣੇ ਬੱਚੇ ਕਿੰਨੇ ਫੋਲੋ ਕਰਦੇ ਨੇ। ਆਪਣੀਆਂ ਕਮਜ਼ੋਰੀਆਂ ਦੇਖੀਏ, ਦੂਜਿਆਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਹਮੇਸ਼ਾ ਹੀ, ਪਰ ਆਪਣੀਆਂ ਦੇਖਦੇ ਨਹੀਂ ਹੈਗੇ। ਸਾਡੇ ਬੱਚਿਆਂ ਨੂੰ ਕਿੰਨਾ ਕੁ ਆਉਂਦਾ ਹੈ, ਕਿੰਨਾ ਕੁ ਗੁਰਬਾਣੀ ਜਾਣਦੇ ਨੇ, ਕਿੰਨਾ ਉਹਦੇ ਅਮਲ ਕਰਦੇ ਨੇ। ਉਹ ਇਟਸ ਅ ਲੈਸਨ ਫॉर ਅਸ ਟੂ ਲਰਨ, ਬਿਕਾਜ਼ ਇਟਸ ਅ ਲਰਨਿੰਗ ਪ੍ਰੋਸੈਸ। ਕ੍ਰਿਟੀਕਲ ਅਸੀਂ ਉਹਨੂੰ ਐਨਾਲਿਸਿਸ ਜ਼ਰੂਰ ਕਰ ਸਕਦੇ ਹਾਂ, ਬਟ ਇਹਦੇ ਵਾਸਤੇ ਸਾਰਿਆਂ ਵਾਸਤੇ ਹੋ ਜਾਣ। ਲੈਟਸ ਨਾਟ ਫਿਗਰ ਵਨ ਕਿ ਜੀ ਉਹ ਕਰਦੇ ਜਾਂ ਨਹੀਂ ਕਰਦੇ ਹੈਗੇ। ਦੇ ਆਰ ਡੂਇੰਗ ਫਰੋਮ ਦੇਅਰ ਪੁਆਇੰਟ ਆਫ ਮਚ ਬੈਟਰ। ਜਿਨ੍ਹਾਂ ਨੂੰ ਮੌਕਾ ਮਿਲੇ ਬੰਬੇ ਜਾਣ ਦਾ, ਜਾ ਕੇ ਦੇਖਣ ਕਿੰਨੀ ਹੰਬਲਨੈਸ ਹੈਗੀ ਔਰ ਕਿੰਨੀ ਨਿਮਰਤਾ ਨਾਲ ਉਹ ਸਿੱਖਦੇ ਨੇ, ਉਹ ਕਰਦੇ ਨੇ, ਪ੍ਰੈਕਟਿਸ ਕਰ ਰਹੇ ਨੇ। ਔਰ ਮੇਰੇ ਖਿਆਲ ਵਿੱਚ ਸਾਡੇ ਕੋਲ ਜੋ ਇੰਸਟੀਟਿਊਸ਼ਨ ਨੇ, ਉਹ ਦੇ ਆਰ ਨਥਿੰਗ ਇਨ ਫਰੰਟ ਆਫ ਦੈਮ। ਸੋ ਇਸ ਵਾਸਤੇ ਲੈਟਸ ਲਰਨ ਫਰੋਮ ਅਦਰਸ ਗੁੱਡ ਕੁਆਲਿਟੀਜ਼ ਐਂਡ ਗੁੱਡ ਥਿੰਗਸ ਇਨਸਟੈਡ ਆਫ ਪੁਆਇੰਟਿੰਗ ਫਿੰਗਰਸ। ਥੈਂਕ ਯੂ। ਵੀਰ ਜੀ ਇੱਕ ਪੁਆਇੰਟ, ਸੌਰੀ ਜਗਜੀਤ ਵੀਰ ਜੀ, ਮੈਂ ਇੱਕ ਪੁਆਇੰਟ ਜਿਹੜਾ ਮਿਸ ਆਊਟ ਕਰ ਗਈ। ਜਨੇਊ ਦੀ ਪ੍ਰਥਾ ਇਹਨਾਂ ਵਿੱਚ ਨਹੀਂ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਜਨੇਊ ਦੀ ਪ੍ਰਥਾ ਜਿਹੜੀ ਹੈ ਉਹਦਾ ਖੰਡਨ ਕੀਤਾ ਸੀ। ਸੋ ਇਹ ਜੇ ਮੈਂ ਕਿਹਾ ਕਿ ਇਹ ਆਰੀਆ ਸਮਾਜੀ ਉਸ ਵੇਲੇ ਚੱਲ ਰਹੇ ਸੀ, ਪਰ ਸਿੰਧੀ ਕਮਿਊਨਿਟੀ ਦੇ ਵਿੱਚ ਜਨੇਊ ਪਾਉਣ ਦੀ ਕੋਈ ਵੀ ਪ੍ਰਥਾ ਨਹੀਂ ਹੈ। ਹਾਂਜੀ ਵੀਰ ਜੀ, ਓਵਰ ਟੂ ਯੂ। ਸਾਡੇ ਫੋਰਮ ਵਿੱਚ ਕੋਈ ਪਿੱਛੇ ਜੇ 6-8 ਮਹੀਨੇ ਪਹਿਲਾਂ ਇੱਕ ਬੜਾ ਇੰਪੋਰਟੈਂਟ ਡਿਸਕਸ਼ਨ ਸੀ ਕਿ ਕੀ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦਾ ਹੈ ਕਿ ਹਿਊਮੈਨਿਟੀ ਲਈ ਹੈ। ਜਿੰਨਾ ਚਿਰ ਤੱਕ ਅਸੀਂ ਇਹ ਅਜ਼ਿਊਮ ਨਹੀਂ ਕਰਕੇ ਚੱਲਾਂਗੇ ਔਰ ਪ੍ਰਜ਼ਿਊਮ ਵੀ ਕਰਕੇ ਚੱਲਾਂਗੇ, ਨਾ ਕਿ ਅਜ਼ੰਪਸ਼ਨ ਪ੍ਰਜ਼ੰਪਸ਼ਨ ਵੀ ਹੈ, ਔਰ ਹਰ ਵੇਲੇ ਪੱਕਾ ਫੇਦ ਹੈ ਕਿ ਗੁਰੂ ਗ੍ਰੰਥ ਸਾਹਿਬ ਹਿਊਮੈਨਿਟੀ ਲਈ ਹੈ। ਜਦੋਂ ਤੱਕ ਅਸੀਂ ਕਸਟੋਡੀਅਨ ਹੋ ਸਕਦੇ ਹਾਂ, ਐਜ਼ ਸਿੱਖਸ ਅਸੀਂ ਕਸਟੋਡੀਅਨ ਹੋ ਸਕਦੇ ਹਾਂ, ਪਰ ਸਾਡਾ ਉਸ ਦੇ ਉੱਤੇ ਕੋਈ ਕਾਪੀਰਾਈਟ ਨਹੀਂ ਹੈ। ਇਟ ਇਜ਼ ਫॉर ਦੀ ਹੋਲ ਹਿਊਮੈਨਿਟੀ। ਇਹ ਮੰਨ ਕੇ ਚੱਲਾਂਗੇ ਕਾਇਨਾਤ ਲਈ ਹੈ ਤਾਂ ਹੀ ਅਸੀਂ ਕਰਾਂਗੇ, ਨਹੀਂ ਤਾਂ ਸਿਮਟੀ ਜਾਵਾਂਗੇ। ਅਸੀਂ ਆਪਣੇ ਲਈ ਰੱਖ ਲਾਂਗੇ ਕਿ ਦੂਜਾ ਪੜ੍ਹੇ ਨਾ, ਜਾਂ ਏਦਾਂ ਨਾ ਕਰੇ, ਜਾਂ ਇਹ ਨਾ ਕਰੇ।
ਅਸੀਂ ਉਸ ਚੱਕਰ ਵਿੱਚ ਉਹਨੂੰ ਇੱਕ ਤਰ੍ਹਾਂ ਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਇਨਸੀਡੈਂਟ ਇੰਦੌਰ ਵਾਲਾ ਉਹ ਕੰਟਰੋਲ ਕਰਨ ਦੀ ਗੱਲ ਹੀ ਹੋ ਰਹੀ ਹੈ ਸਾਰੀ, ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੰਟਰੋਲ ਕਿਹਦਾ ਹੋਏਗਾ। SGPC ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਇੰਪੋਰਟੈਂਟ ਹੈ ਕਿ ਉਹਨੂੰ ਤਾਂ ਵਰਲਡ ਵਿੱਚ ਹਰ ਲੈਂਗੁਏਜ ਵਿੱਚ ਹਰ ਥਾਂ ਤੇ ਉਹਦੀ ਔਰ ਮਤਲਬ ਜਿੰਨੀ ਜ਼ਿਆਦਾ ਸਰਕੂਲੇਸ਼ਨ ਹੋ ਸਕੇ ਉਹ ਕੀਤੀ ਜਾਏ, ਤਾਂ ਕਿ ਹੋਰ ਵੀ ਕਮਿਊਨਿਟੀ ਜੁੜ ਸਕ ਕੱਲੀਆਂ ਨਹੀਂ। ਕਟਿਆਲ ਸਾਹਿਬ ਪਲੀਜ਼, ਤੁਹਾਡੇ BS ਕਟਿਆਲ ਅਨਮਿਊਟ ਕਰ ਲਓ ਜੀ। वाहिगुरु जी का खालसा वाहिगुरु जी की फतेह। जी मेरी आवाज आ रही है ना जी? आ रही जी, आ रही। ओके ओके। इस तरह जी ये सब्जेक्ट बड़ा कम्प्लेक्स है। आई कुड सी द लेडी हु हैज बीन स्पीकिंग फ्रॉम बॉम्बे, आई गेस काफी डिवोटेड ने, पर मैं डिफरेंट प्रोस्पेक्ट तो लवांगा। मैनू थोड़ा टाइम लग जाएगा this time because I am in touch with the history. I lived in Bombay. I came across many things, so I have to cover few things before I end up. The पहली गल ये है कि Sikhism due course of time ਨਾਲ ਇੱਕ organized religion ਬਣ ਚੁੱਕਾ। ਉਹਦਾ ਇੱਕ ਦਾਇਰਾ, ਉਹਦਾ ਇੱਕ ਕਹਿ ਲਓ, ਜਿਸ ਤਰ੍ਹਾਂ ਹੁਣ ਤੁਸੀਂ ਕਹਤਾ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਕਸਟੋਡੀਅਨ ਆ। ਕੁਰਾਨਾਂ ਵਾਲਿਆਂ ਕੋਲ ਜਾਓ, ਮੁਸਲਮਾਨਾਂ ਕੋਲ ਜਾਓ, ਬਾਈਬਲ, I'm a comparative religious study student, they say the same thing. So ਇਹ ਚੀਜ਼ਾਂ ਕਰਨ ਨਾਲ ਗੱਲ ਬਣੇਗੀ ਨਹੀਂ, ਪਲੀਜ਼। ਤੇ ਠੀਕ ਹੈ, ਅਸੀਂ ਬਹੁਤ ਲਿਬਰਲ ਆ ਇਨ ਦੈਟ ਰਿਸਪੈਕਟ। ਸਾਡੇ ਗੁਰੂ ਨੇ ਹਰ ਇੱਕ ਨੂੰ ਲਿਆ, ਪਰ ਸਾਡੇ ਗੁਰੂ ਨੇ ਕੁਝ ਹੋਰ ਗੱਲਾਂ ਵੀ ਕਹੀਆਂ ਨੇ। ਨਾ ਹਮ ਹਿੰਦੂ ਨਾ ਮੁਸਲਮਾਨ, ਉੱਥੇ ਜੋ ਉਸ ਵੇਲੇ ਉੱਥੇ ਰਿਲੀਜਨ ਸਨ ਉਹਦੇ ਉੱਤੇ ਡਿਸਕ੍ਰਿਪਸ਼ਨ ਸੀਗੀ। ਓਕੇ, ਦੂਸਰੀ ਚੀਜ਼ ਮੈਂ ਕਹਿਣੀ ਚਾਹਨਾ ਕਿ ਇੱਕ ਆਰਗੇਨਾਈਜ਼ ਰਿਲੀਜਨ ਦੀਆਂ ਡਿਮਾਂਡਸ ਹੁੰਦੀਆਂ ਨੇ। ਅਸੀਂ ਇੱਕ ਕਲਟ ਨਹੀਂ ਹੈਗੇ, ਜਾਂ ਇੱਕ ਕਹਿ ਲਓ ਜੀ ਅਸੀਂ ਇੱਕ ਸੈਕਟ ਨਹੀਂ ਹੈਗੇ। ਸੋ ਉਹ ਚੀਜ਼ ਦੇ ਉੱਤੇ ਸਾਨੂੰ ਧਿਆਨ ਰੱਖਣਾ ਚਾਹੀਦਾ। ਹੁਣ ਮੇਰੇ ਐਕਸਪੀਰੀਅੰਸ ਜੋ ਨੇ, ਮੈਂ ਬੰਬਈ ਖਾਲਸਾ ਕਾਲਜ ਪੜ੍ਹਿਆ, ਮੈਂ IIT 'ਚ ਵੀ ਗਿਆ ਵਾਂ, ਤੇ ਮੇਰਾ ਭਰਾ ਵੀ IIT 'ਚ ਗਿਆ। ਉਸ ਵੇਲੇ ਖਾਲਸਾ ਕਾਲਜ ਵਾਜ਼ ਵੈਰੀ ਪ੍ਰੈਸਟੀਜੀਅਸ ਕਾਲਜ। I'm talking about late 50s and all the way up to maybe 70s, ਕਿਉਂਕਿ that school was a very good school, ਬੜਾ ਚੰਗਾ ਗਿਣਿਆ ਜਾਂਦਾ ਸੀ। ਦੂਸਰਾ, ਔਰ ਮੈਂ ਕਈ ਹੋਰ ਵੀ ਸਟੂਡੈਂਟ ਜਾਣਨਾ ਜਿਹੜੇ ਖਾਲਸਾ ਕਾਲਜ ਤੋਂ IIT ਵਰਗੀ ਇੰਸਟੀਟਿਊਸ਼ਨ, VJTI, ਤੁਹਾਡੇ ਹੋਰ ਵੀ ਬੰਬੇ ਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਗਏ ਨੇ ਖਾਲਸਾ ਕਾਲਜ ਤੋਂ। ਸੋ ਬਾਅਦ ਦੇ ਵਿੱਚ ਕੀ ਡਿਗਰੇਸ਼ਨ ਹੋਈ ਹੈ, ਆਈ ਰੀਅਲੀ ਡੋਂਟ ਨੋ। ਇਹ ਮੈਨੂੰ ਹਰਟ ਹੁੰਦਾ ਜਦੋਂ ਤੁਸੀਂ ਦੱਸਿਆ ਕਿ ਉੱਥੇ ਕੋਈ, ਉਦੋਂ ਵੀ ਇਹ ਗੱਲ ਸੀ ਕਿ ਬੜੇ ਬੱਚੇ ਨਹੀਂ ਜਾਂਦੇ ਸਨ ਖਾਲਸਾ ਕਾਲਜ ਦੇ ਨਾਂ ਤੇ ਹੀ ਨਹੀਂ ਜਾਣਾ ਜਾਂਦੇ ਸਨ, ਇਵਨ ਇਨ ਦੋਜ਼ ਡੇਜ਼। ਬਟ ਦੈਟ ਇਜ਼ inferiority complex ਸਾਡੇ 'ਚ ਹੈਗਾ, ਜਿਸ ਤਰ੍ਹਾਂ ਅਸੀਂ ਪੰਜਾਬੀ ਨਹੀਂ ਬੋਲਦੇ। ਸੋ ਕੀਪ ਆਲ ਦੋਜ਼ ਥਿੰਗਸ ਆਰ ਨਾਟ ਸੋ ਸਿੰਪਲ ਪਲੀਜ਼। ਤੇ ਇਹ ਬੜੀਆਂ। ਔਰ ਦੂਜੀ ਚੀਜ਼, ਹੁਣ ਮੈਂ ਕਿਹਾ, ਪਹਿਲੀ ਗੱਲ ਮੈਂ ਕਹੀ ਹੈ ਕਿ ਐਸਾ ਹੁੰਦਾ। ਹੁਣ ਤੁਹਾਨੂੰ ਪਤਾ ਹੋਏਗਾ ਬੰਬਈ ਦੇ ਵਿੱਚ ਇੱਕ ਟਿੱਲੀ ਬਾਈ ਸੀ, ਜਿਹੜਾ ਚਰਚ ਗੇਟ ਏਰੀਆ ਦੇ ਵਿੱਚ ਕੀਰਤਨ ਕਰਦੀ ਹੁੰਦੀ ਸੀ ਡਿਊਰਿੰਗ mid 50s all the way to mid 60 ਤੱਕ ਮੈਂ ਉੱਥੇ ਸਾਂ। ਸੋ I can only say about that time. ਉਹਦੀ ਡਿਵੋਸ਼ਨ ਜ਼ਰੂਰ ਸੀਗੀ, ਪਰ ਉਹ ਜਿਹੜਾ ਆਡੀਅנס ਬੈਠਾ ਹੁੰਦਾ ਸੀ, ਉੱਥੇ ਸਿਗਰਟਾਂ ਵੀ ਪੀ ਜਾਂਦੇ ਸਨ, ਉੱਥੇ ਨੰਗੇ ਸਿਰ ਵੀ ਬੈਠੇ ਹੁੰਦੇ ਸਨ। ਇਹ ਚਰਚ ਗੇਟ ਦੇ ਵਿੱਚ ਹੁੰਦਾ ਸੀ, ਸਮਵੇਅਰ ਏਰੀਆ ਵਿਚ I don't remember now. ਸੋ ਅਸੀਂ ਲਿਵਰੇਜ ਦੇ ਸਕਨੇ ਆ, ਪਰ ਲਿਵਰੇਜ ਇੱਕ ਲਿਮਿਟ ਤੱਕ ਦਿੱਤੀ ਜਾਂਦੀ ਹੈ। ਇੱਕ ਇਹ ਕਹਿ ਦੇਣਾ ਜੀ ਇਹਨਾਂ ਨੂੰ ਅਸੀਂ ਲੈਣਾ ਵਾ ਕਿ ਸਾਡੀ ਕੁਆਲਿਟੀ ਗਿਰ ਜਾਏਗੀ। ਦੂਜੇ ਪਾਸੇ ਸਾਡੇ 'ਚ ਵੀ ਬੜੀਆਂ ਪ੍ਰੋਬਲਮ ਨੇ, ਅਸੀਂ ਕੁਝ ਆਪਣੇ ਆਪ ਨੂੰ ਐਕਸਪਲੇਨ ਨਹੀਂ ਕਰਦੇ। ਸਾਰੇ ਅਮਰੀਕਾ 'ਚ ਮੈਂ ਦੇਖਣਾ, ਕਦੀ ਕੋਈ ਨੌਨ ਸਿੱਖ ਆਉਂਦਾ, ਕਦੀ ਉਹਨੂੰ ਅਸੀਂ ਵੈਲਕਮ ਨਹੀਂ ਕਰਦੇ। ਇਹ ਨਹੀਂ ਕਿ ਉਹਨੂੰ ਮਾਈਕ ਦੇ ਉੱਤੇ ਜਾ ਕੇ ਵੈਲਕਮ ਕਰੋ, ਨਾ ਮਿਲੋ ਗਿਲੋ, ਉਹਦੇ ਕੁਐਸਚਨ ਸੁਣੋ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਸੇਮ ਥਿੰਗ ਵੀ ਸ਼ੁੱਡ ਹੈਵ ਡਨ ਵਿਦ ਥੀਸ ਸਿੰਧੀਜ਼ ਐਂਡ ਵੀ ਡੋਂਟ ਡੂ ਇਟ। ਸਾਡੇ ਆਪਣਿਆਂ ਨੂੰ ਨਹੀਂ ਅਸੀਂ ਦੱਸਦੇ। ਸਾਰਾ ਪੰਜਾਬ ਨੇ ਸਿਰ ਮਨਾ ਲਿਆ, ਤੁਹਾਨੂੰ 30% ਬੰਦਿਆਂ ਦੀ ਪੱਗਾਂ ਨਹੀਂ ਨਜ਼ਰ ਆਉਂਦੀਆਂ। ਸੋ ਵੀ ਹੈਵ ਪ੍ਰੋਬਲਮਸ। ਵੀ ਹੁਣ ਤੁਸੀਂ ਕਹੋ ਜੀ ਸ਼ੈਲਫ ਦੇ ਉੱਤੇ ਸਿੰਧੀ ਕਿਤਾਬਾਂ ਨਹੀਂ ਰਹੀਆਂ, ਉਹ ਸਾਡੀਆਂ ਰੱਖ ਕੇ ਵੀ ਅਸੀਂ ਕੁਝ ਨਹੀਂ ਖੱਟਿਆ, ਦੂਜਿਆਂ ਦੀ ਰੱਖ ਕੇ ਸਾਨੂੰ ਕੀ ਮਿਲ ਜਾਣਾ। ਸੋ ਸਾਡੀਆਂ ਪ੍ਰੋਬਲਮ ਬੜੀਆਂ
ਸਵੇਰ ਨੇ ਬੜੀਆਂ ਵੱਡੀਆਂ ਨੇ ਤੇ ਇਹਨਾਂ ਉੱਤੇ ਵਰਕ ਕਰਨ ਦੀ ਲੋੜ ਹੈ। ਛੋਟਾ ਜਿਹਾ ਪ੍ਰੋਜੈਕਟ ਲਵੋ ਤੇ ਉਹਨੂੰ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰੋ। ਡੋਂਟ ਗੋ ਔਨ ਅ ਬਿਗ ਐਂਡ ਮਲਟੀਪਲ ਪ੍ਰੋਜੈਕਟਸ। ਇਹ ਮੇਰੀ ਬੇਨਤੀ ਹੈ। ਤੇ ਭੈਣ ਜੀ, you have done a lot a good research on it. I really didn't want it to torpedo you, but I have seen few things. I've been with Chelaram also as a child. ਉਹਨਾਂ ਦਾ ਨਿਰਗੁਣ ਬਾਲ ਸਤਸੰਗ ਮੰਡਲ ਹੁੰਦਾ ਸੀ। ਉਹਨਾਂ 'ਚ ਵੀ ਕਈ ਫਲॉस ਹਨ ਜਿਹੜੇ ਰਹਿਤ ਮਰਿਆਦਾ ਦੇ ਹਿਸਾਬ ਨਾਲ ਨਹੀਂ ਤੁਰਦੇ ਸਨ, ਜਾਂ ਸਿੱਖ ਜਿਹੜਾ ਇੱਕ ਆਰਗੇਨਾਈਜ਼ਡ ਰਿਲੀਜਨ ਦੇ ਹਿਸਾਬ ਨਾਲ ਨਹੀਂ ਤੁਰਦੇ ਸਨ। ਬਟ ਯੈਸ, there were lot of good qualities with those people. ਉਹਨਾਂ ਦੀ devotion ਬਹੁਤ ਜ਼ਿਆਦਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਥੈਂਕ ਯੂ। ਤੁਹਾਡੇ 2 ਕੁਐਸਚਨਸ ਤੁਹਾਡੀ ਗੱਲਬਾਤ ਚੋਂ ਨਿਕਲ ਕੇ ਆਏ ਨੇ। ਇੱਕ ਤੇ ਟਿੱਲੀ ਬਾਈ ਗੁਰਦੁਆਰਾ ਜਿਹੜਾ ਤੁਸੀਂ ਕਹਿ ਰਹੇ ਹੋ, ਟਿੱਲੀ ਬਾਈ ਵਾਜ਼ ਅ ਲੇਡੀ। ਟਿੱਲੀ ਬਾਈ ਚਰਚ ਗੇਟ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਉਸ ਗੁਰਦੁਆਰੇ ਦਾ ਨਾਮ ਬਲਵਾਸ ਹੈ। ਬਲਵਾਸ ਇਜ਼ ਦਾ ਯੂ ਕੈਨ ਸੇ ਦਾ ਲੋਕੇਸ਼ਨ। ਬਲਵਾਸ ਦੇ ਅੰਦਰ ਪਿੱਛੇ ਜਾ ਕੇ ਉਹ ਟਿੱਲੀ ਬਾਈ ਗੁਰਦੁਆਰਾ ਸੀ। ਮੈਂ ਇੱਕ ਆਰਟੀਕਲ ਲਿਖਿਆ ਸੀ ਅੱਜ ਤੋਂ 10 ਕੁ ਸਾਲ ਪਹਿਲੇ, 10-12 ਸਾਲ ਪਹਿਲੇ, why ਸਿੰਧੀ ਗੁਰਦੁਆਰਾਸ ਆਰ ਗੈਟਿੰਗ ਲੌਕਡ ਡਾਊਨ। ਸਿੰਧੀ ਗੁਰਦੁਆਰੇ ਜਿਹੜੇ ਨੇ, ਇਹ ਤੁਸੀਂ ਇੱਕ ਟਿੱਲੀ ਬਾਈ ਦੀ ਗੱਲ ਕਰ ਰਹੇ ਹੋ, ਮੈਨੂੰ ਉਸ ਤੋਂ ਬਾਅਦ ਹੋਰ ਵੀ 4-5 ਗੁਰਦੁਆਰਿਆਂ ਦਾ ਪਤਾ ਹੈ ਕਿ ਉਹ ਗੁਰਦੁਆਰੇ ਜਿਹੜੇ ਨੇ ਉਹ ਸਿਰਫ ਸਵੇਰੇ ਖੁੱਲਦੇ ਸੀ, ਪ੍ਰਕਾਸ਼ ਕੀਤਾ ਜਾਂਦਾ ਸੀ, ਫਿਰ ਸ਼ਾਮੀ 6 ਵਜੇ ਭਾਈ ਜੀ ਬਾਹਰੋਂ ਖਾਲਸਾ ਇੰਸਟੀਟਿਊਸ਼ਨਸ ਤੋਂ ਭਾਈ ਜੀ ਆਂਦੇ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉੱਥੇ ਵਰਡ ਯੂਜ਼ ਕੀਤਾ ਜਾਂਦਾ ਸੀ ਗੁਰਦੁਆਰਾ ਇਜ਼ ਲੌਕਡ ਨਾਓ। ਤੇ ਫਿਰ ਮੈਂ ਉੱਥੇ ਇੱਕ ਆਰਟੀਕਲ ਲਿਖਿਆ ਔਰ ਇਹਨਾਂ ਸਿੰਧੀ ਕਮਿਊਨਿਟੀਜ਼ ਦੇ ਵਿੱਚ ਹੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਜਨਰੇਸ਼ਨ ਦੇ ਵਿੱਚ ਸਿੰਧੀ ਗੁਰਦੁਆਰਿਆਂ ਨੂੰ ਅੱਜਕੱਲ ਤਾਲੇ ਕਿਉਂ ਲੱਗ ਰਹੇ ਨੇ। ਔਰ ਇਹ ਪੁਆਇੰਟ ਜਦੋਂ ਪ੍ਰੈਜ਼ੈਂਟ ਕੀਤਾ, ਹੁਣ ਉਹਨਾਂ ਦੇ ਕੰਟੀਨਿਊਸਲੀ ਮੈਂ ਜਿਹੜਾ ਪੁਆਇੰਟ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਸਿੰਧੀਆਂ ਦੇ ਵਿੱਚ ਹੁਣ ਜਿਹੜੀ ਡਿਵਾਈਡ ਹੈ ਉਹ ਆਪਣੇ ਗੁਰਦੁਆਰਿਆਂ ਨੂੰ ਆਪਣੇ ਆਪ ਨਹੀਂ ਸੰਭਾਲ ਸਕ ਰਹੇ ਔਰ ਉਹਨਾਂ ਨੂੰ ਖਾਲਸਾ ਜਿਹੜੇ ਲੋਕ ਨੇ, ਜਿਹੜੇ SGPC ਦੇ ਜਾਂ EMPLOYEES ਕਹਿ ਲੋ, ਜਾਂ ਇਹ ਸਾਰੇ ਗੁਰਦੁਆਰੇ SGPC ਦੇ ਅੰਡਰ ਨਹੀਂ ਆਉਂਦੇ, ਇਹ ਆਪਣੇ ਸੈਲਫ ਡਿਵੈਲਪਡ ਗੁਰਦੁਆਰਾਸ ਨੇ। ਉਹਨਾਂ ਨੂੰ ਇੱਕ ਭਾਈ ਜੀ ਲੱਭਣਾ ਪੈਂਦਾ ਜਿਹੜਾ ਸਰਦਾਰ ਹੋਵੇ, ਸਿੱਖ ਹੋਵੇ, ਜਿਹਨੇ ਅੰਮ੍ਰਿਤ ਛਕਿਆ, ਗਾਤਰਾ ਪਾਇਆ ਹੋਵੇ। ਸੋ ਦੇ ਕਾਲ ਸੈਲਰੀਡ ਭਾਈ ਜੀ ਰੱਖੇ ਹੋਏ ਨੇ, ਪਰ ਉਹ ਗੁਰਦੁਆਰਿਆਂ ਨੂੰ ਮੇਨਟੇਨ ਕਰ ਰਹੇ ਨੇ। ਮੈਨੂੰ ਅੱਜ ਤੋਂ 20-25 ਸਾਲ ਪਹਿਲੇ ਨਹੀਂ ਪਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਟਿੱਲੀ ਬਾਈ ਗੁਰਦੁਆਰੇ ਦੇ ਵਿੱਚ ਸਿਗਰਟਾਂ ਵੀ ਪੀਤੀਆਂ ਜਾਂਦੀਆਂ ਸੀ ਜਾਂ ਮੋਨੇ ਵੀ ਬੈਠੇ ਹੁੰਦੇ ਸੀ। ਆਈ ਐਮ ਸੌਰੀ, ਆਈ ਐਮ ਨਾਟ ਅਵੇਅਰ। ਹੋ ਸਕਦਾ ਹੈ ਕਿਉਂਕਿ ਉਹ ਜਿਹੜਾ ਗੁਰਦੁਆਰਾ ਹੈ ਉਹ ਰੈਸਟੋਰੈਂਟ ਦੇ ਪਿੱਛੇ ਹੈ, ਅੱਗੇ ਸਾਰੀਆਂ ਦੁਕਾਨਾਂ ਨੇ, ਅੱਗੇ ਸਾਰਾ ਰੈਸਟੋਰੈਂਟ ਹੈ, ਬੈਂਕ ਵੀ ਹੈ ਔਰ ਬੰਬੇ ਹਸਪੀਟਲ ਦੇ ਕੋਲ ਉਹ ਗੁਰਦੁਆਰਾ ਹੈ। ਔਰ ਇਹ ਲੋਕ ਜਿਹੜੇ ਹੈ ਆਪਣਾ, ਇਹ ਉਹਨੂੰ ਕਹਿੰਦੇ ਨੇ ਜਦੋਂ ਡੈਥ ਤੋਂ ਉਠਾਲਾ, ਇਹ ਉਠਾਲਾ ਜਿਹੜਾ ਉਹ ਉਸੇ ਗੁਰਦੁਆਰੇ ਵਿੱਚ ਹੀ ਕਰਦੇ ਨੇ। ਕੋਈ ਵੀ ਸਿੰਧੀ ਡੈਥ ਜਦੋਂ ਹੁੰਦੀ ਹੈ ਇਹ ਉਸ ਗੁਰਦੁਆਰੇ ਤੇ ਜਾ ਕੇ ਉਠਾਲਾ ਕਰਦੇ ਨੇ। ਪਰ ਉਹ ਗੁਰਦੁਆਰਾ ਐਗਜ਼ਿਸਟਿੰਗ ਹੈ, ਫੰਕਸ਼ਨਲ ਹੈ, ਪਰ ਉਹ ਓਕੇਜਨਲੀ ਵਰਕਿੰਗ ਹੈ ਔਰ ਰੈਗੂਲਰ ਪ੍ਰੈਕਟਿਸਿਸ ਜਿਹੜੀਆਂ ਗੁਰਦੁਆਰੇ 'ਚ ਐਜ਼ ਅ ਸਿੱਖੀਜ਼ਮ ਅਸੀਂ ਕਹਿ ਰਹੇ ਹਾਂ, ਉਹ ਟਿੱਲੀ ਬਾਈ ਗੁਰਦੁਆਰੇ ਦੇ ਵਿੱਚ ਅੱਜ ਦੀ ਡੇਟ ਵਿੱਚ ਮਾਰਨਿੰਗ ਈਵਨਿੰਗ ਪ੍ਰੈਕਟਿਸਿਸ ਕੀਤੀਆਂ ਜਾਂਦੀਆਂ। ਰੈਗੂਲਰ ਪੂਰਾ ਦਿਨ ਉੱਥੇ ਕੋਈ ਭਾਈ ਜੀ ਵੀ ਅਵੇਲੇਬਲ ਨਹੀਂ ਹੁੰਦਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕਿ ਖਾਲਸਾ ਕਾਲਜ ਡੀਗ੍ਰੇਡ ਕਿਵੇਂ ਹੋਇਆ, ਵੀਰ ਜੀ ਮੈਂ ਡੀਗ੍ਰੇਡ ਵਰਡ ਨਹੀਂ ਯੂਜ਼ ਕੀਤਾ, ਮੈਂ ਕੰਪੈਰੀਟਿਵ ਵਰਡ ਯੂਜ਼ ਕੀਤਾ। ਜੇ ਕਿਸੇ ਬੱਚੇ ਨੂੰ ਤੁਸੀਂ ਇਹ ਕਹੋਗੇ ਕਿ ਖਾਲਸਾ ਕਾਲਜ ਐਡਮਿਸ਼ਨ ਲੈਣੀ ਹੈ ਜਾਂ ਸਿੰਧੀ ਮਾਈਨੋਰਿਟੀ ਗੁਰਦੁਆਰੇ, ਕਿਸੇ ਬੱਚੇ ਨੂੰ ਪੁੱਛ ਕੇ ਅੱਜ ਦੀ ਜਨਰੇਸ਼ਨ ਵਿੱਚ ਐਨੀ ਚਾਈਲਡ ਵਿਲ ਪ੍ਰੈਫਰ ਕਿ ਮੈਂ ਸਿੰਧੀਆਂ ਦੇ ਕਾਲਜ ਵਿੱਚ ਐਡਮਿਸ਼ਨ ਲੈਣੀ ਹੈ, ਕਿਉਂਕਿ ਐਜੂਕੇਸ਼ਨ ਦਾ ਲੈਵਲ, ਐਜੂਕੇਸ਼ਨ ਦਾ ਸਟੈਂਡਰਡ ਉਹਨਾਂ ਨੇ ਮੇਨਟੇਨ ਕੀਤਾ ਹੈ। ਸੋ ਆਈ ਐਮ ਨਾਟ ਵਾਂਟਿੰਗ ਟੂ ਸੇ ਕਿ ਖਾਲਸਾ ਕਾਲਜ ਡੀਗ੍ਰੇਡ ਹੋ ਗਏ ਨੇ। ਖਾਲਸਾ ਕਾਲਜ ਦੇ ਵਿੱਚ ਅੱਜ ਦੀ ਡੇਟ ਵਿੱਚ ਤੁਹਾਨੂੰ ਸਿੱਖ ਬੱਚੇ ਨਹੀਂ ਮਿਲਦੇ, ਤੁਹਾਨੂੰ ਦੂਸਰੀਆਂ ਕਮਿਊਨਿਟੀਜ਼ ਦੇ ਬੱਚੇ ਮਿਲਦੇ ਨੇ। ਸੋ ਦਿਸ ਵਾਜ਼ ਮਾਈ ਪੁਆਇੰਟ। Comparative analysis, if you will look into, Sindhis have actually maintained the standards of their educational institutions, which I admire for last 24 years out of my working, which I can emphatically say about it. I can endorse and I can vouch their progression. ਮੇਰਾ ਖਿਆਲ ਇਹ ਸ਼ਾਇਦ ਤੁਹਾਡੇ 2 ਪੁਆਇੰਟਸ ਸੀ। ਸੋ ਦਿਸ ਇਜ਼ ਵਾਟ। ਜਗਦੀਪ ਸਿੰਘ ਜੀ, ਤੁਸੀਂ ਕੁਝ ਕਹਿਣਾ? ਤੁਸੀਂ ਹੱਥ ਰੇਜ਼ ਕੀਤਾ ਸੀ।
ਕਰਨੈਲ ਸਿੰਘ ਜੀ, ਸੌਰੀ। ਹਾਂਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਿੰਘ ਜੀ, ਤੁਸੀਂ ਬਹੁਤ ਹੀ ਵੱਡਾ ਉਪਰਾਲਾ, ਐਂਡ ਭੈਣ ਜੀ ਮਨਦੀਪ ਕੌਰ ਨੇ ਬਹੁਤ ਹੀ ਵਧੀਆ ਰਿਸਰਚ ਬੇਸਡ ਫੈਕਟ ਅਬਾਊਟ ਸਿੰਧੀ ਦੱਸੇ ਨੇ। ਮੇਰਾ ਵਿਚਾਰ ਇਹ ਹੈ ਕਿ ਦੇਖੋ ਜਿਹੜਾ ਹੈ ਨਾ, ਮੈਂ ਇੱਥੇ ਸੈਂਸਸ ਡਾਟਾ ਦੇਖਦਾ ਪਿਆ ਸੀ ਆਸਟ੍ਰੇਲੀਆ ਦਾ। 2015 ਵਿੱਚ 30% ਲੋਕ ਸੀ ਜਿਨ੍ਹਾਂ ਨੇ ਲਿਖਵਾਇਆ ਕਿ ਸਾਡਾ ਕੋਈ ਧਰਮ ਨਹੀਂ, ਤੇ ਇਸ ਵਾਰੀ 2021 ਦਾ ਡਾਟਾ ਜਿਹੜਾ ਹੈ ਨਾ ਉਹ ਦੱਸਦਾ ਪਿਆ ਹੈ ਕਿ ਕੋਈ 38.9% ਉਹ ਲੋਕ ਨੇ ਜਿਨ੍ਹਾਂ ਨੇ ਇੱਥੋਂ ਦੇ ਸਿਟੀਜ਼ਨ ਜਿਨ੍ਹਾਂ ਨੇ ਲਿਖਵਾਤਾ ਕਿ ਸਾਡਾ ਕੋਈ ਨੋ ਰਿਲੀਜਨ, ਯਾਨੀ ਕਿ ਉਹ ਧਰਮ ਨੂੰ ਇੱਕ ਵੰਡੀਆਂ ਜਿਹੀਆਂ ਪਾਉਣ ਵਾਲਾ ਸਮਝਦੇ ਨੇ ਕਿ ਤੇ ਨਫ਼ਰਤ ਜੀ ਪੈਦਾ ਕਰਦਾ ਹੈ। ਪੀਪਲ ਲਵ ਜਿਹੜਾ ਸਾਡਾ ਹੈਗਾ ਨਾ, ਜਿਹੜਾ ਕਰੈਕਟਰ ਬਿਲਡਿੰਗ, ਕੋਈ ਵੈਲਿਊਜ਼, ਹਿਊਮਨ ਵੈਲਿਊਜ਼, ਉਹਨਾਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਤੇ ਸਾਡਾ ਤਾਂ ਦੇਖੋ ਜਿਹੜਾ ਗੁਰੂ ਸਾਹਿਬ ਦਾ ਸਾਰਾ ਫਲਸਫਾ ਹੀ ਇਹਦੇ ਉੱਤੇ ਟਿਕਿਆ ਹੋਇਆ ਕਿ ਇਕੁਐਲਿਟੀ ਬਾਈ ਬਰਥ, ਯੂਨੀਵਰਸਲ ਬ੍ਰਦਰਹੁੱਡ ਐਂਡ ਵੈਲ ਆਫ ਆਲ। ਇਸ ਵਾਸਤੇ ਅਸੀਂ ਇਸ ਚੀਜ਼ ਨੂੰ, ਗੱਲ ਹੈ ਕਿ ਉਸ ਚੀਜ਼ ਦਾ ਪ੍ਰਚਾਰ ਪ੍ਰਸਾਰ ਜਿਹੜਾ ਸੀ ਨਾ, ਉੱਥੋਂ ਅਸੀਂ ਮਾਰ ਖਾ ਗਏ ਹਾਂ। ਈਵਨ SCPC ਦੀ ਵੈਬਸਾਈਟ ਦੇਖੋ, ਉਹਦੇ ਉੱਤੇ ਕੋਈ ਤੁਹਾਨੂੰ ਅਪਲੋਡ ਨਹੀਂ ਇਹ ਚੀਜ਼ਾਂ ਹੈਗੀਆਂ ਹੈ, ਡਿਜੀਟਲ ਫਾਰਮ ਦੇ ਵਿੱਚ ਉਹਦੀ ਵਿਆਖਿਆ ਪ੍ਰਣਾਲੀ ਕੁਝ ਵੀ ਨਹੀਂ ਹੈਗਾ। ਐਂਡ ਇੱਥੋਂ ਅਸੀਂ ਮਾਰ ਖਾ ਗਏ ਹਾਂ। ਅਦਰਵਾਈਜ਼ ਲੋਕ ਆਪਣੇ ਆਪ ਜੁੜਨ, ਕਿਉਂਕਿ ਇਹ ਹਰ ਇੱਕ ਦੇ ਮਨ ਦੀ ਇੱਛਾਹਤ ਹੈ ਕਿ ਲੋਕ ਚਾਹੁੰਦੇ ਹੈ ਕਿ ਇਹੋ ਜਿਹਾ ਸਾਡਾ ਸਮਾਜ ਹੋਵੇ, ਤੇ ਇਹ ਇੱਕ ਸਮਾਜਿਕ ਕ੍ਰਾਂਤੀ ਸੀ। ਐਵਰੀਬਾਡੀ ਵਾਂਟ ਦਿਸ। ਠੀਕ ਹੈ, ਬਸ ਇੰਨਾ ਹੀ। ਬਹੁਤ ਬਹੁਤ ਵੱਡਾ ਉਪਰਾਲਾ ਜੀ ਤੁਹਾਡਾ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹ ਸਮਾਜਿਕ ਕ੍ਰਾਂਤੀ ਸੀ, ਪਰ ਅਸੀਂ ਕਿਧਰੇ ਨਾ ਕਿਧਰੇ ਪਿਛੜ ਗਏ ਹਾਂ। ਇੱਕ ਤਾਂ ਅਸੀਂ ਕੁਝ ਠੀਕ ਹੈ ਕਿ ਅਸੀਂ ਪ੍ਰੈਕਟਿਸਿਸ ਥੋੜ੍ਹੀਆਂ ਜਿਹੀਆਂ ਰਿਚੁਅਲਿਜ਼ਮ ਵਿੱਚ ਕਾਫੀ ਫਸ ਗਏ। ਉਹ ਰਿਚੁਅਲਿਜ਼ਮ ਵਿੱਚ ਫਸਦੇ ਹੋਏ ਹੋਰ ਕਈ ਚੀਜ਼ਾਂ ਇੰਟਰਸਟ ਆ ਗਈਆਂ, ਵਿੱਚੋਂ ਕਈ ਚੀਜ਼ਾਂ ਨਾਲ ਜੁੜਦੀਆਂ ਗਈਆਂ। ਔਰ ਜੁੜਦੀਆਂ ਹੁਣ ਅਸੀਂ ਕਈ ਵਾਰੀ ਇਸ ਸਟੇਜ ਤੇ ਪਹੁੰਚ ਜਾਂਦੇ ਹਾਂ, ਯਾਰ ਤੁਸੀਂ ਵਾਦ ਵਿਵਾਦ ਨਾ ਬਹੁਤੇ ਕਰਿਆ ਕਰੋ, ਚੱਲਣ ਦਿਓ ਜਿੱਦਾਂ ਚੱਲਦਾ। ਉਹ ਕੁਰੈਕਸ਼ਨ, ਮੋਡ ਆਫ ਕੁਰੈਕਸ਼ਨ ਵੀ ਨਹੀਂ ਆ ਰਿਹਾ ਸਾਡੇ ਵਿੱਚ। ਇਹ ਵੀ ਇੱਕ ਨਵੀਂ ਸਾਡੀ ਥਿਊਰੀ ਹੈ ਕਿ ਹੁਣ ਰਹਿਣ ਦਿਓ ਜੀ, ਛੱਡੋ। ਉਹ ਫਿਰ ਹੋ ਕੀ ਰਿਹਾ ਕਿ ਇਸ ਆੜ ਵਿੱਚ ਅਸੀਂ ਜੇ ਪਹਿਲੇ 10 ਪ੍ਰੈਕਟਿਸਿਸ ਕਰਦੇ ਸੀ, ਇੱਕ 11ਵੀਂ ਜੁੜ ਜਾਂਦੀ ਹੈ, ਕਿਉਂਕਿ ਉਹ 11ਵੀਂ ਜੋੜਨ ਵਾਲੇ ਨੂੰ ਇਹ ਪਤਾ ਜੀ ਹੁਣ ਵਿਵਾਦ ਤਾਂ ਕਰਨਾ ਨਹੀਂ ਹੈ, ਕੁਝ ਨਹੀਂ ਕਰਨਾ, ਚੁੱਪ ਕਰ ਰਹਿਣਾ। ਸੋ ਸਾਨੂੰ ਇੱਥੇ ਅਸੀਂ ਠੀਕ ਹੈ, ਸਾਡੀ ਇੱਥੋਂ ਦੀ ਸੁਸਾਇਟੀ ਜਿਹੜੇ ਥੋੜੇ ਜਿਹੇ ਅਸੀਂ ਬੰਦੇ ਹੈਗੇ ਆ, ਵੀ ਆਰ ਟਰਾਈਂਗ ਕਿ ਵਾਦ ਵਿਵਾਦ ਤਾਂ ਨਾ ਹੋਵੇ, ਤੇ ਫੈਕਟਸ ਤਾਂ ਹੋਣ ਨਾ ਸਾਹਮਣੇ। ਫੈਕਟਸ ਤੇ ਤਾਂ ਖੜੇ ਹੋਈਏ ਅਸੀਂ। ਤੁਸੀਂ ਬਿਲਕੁਲ ਸੈਂਸਸ, ਹੁਣ ਵੈਸੇ ਤਾਂ ਸਾਡੇ ਕੋਲ 2021 ਦਾ ਸੈਂਸਸ ਹੀ ਨਹੀਂ ਹੈਗਾ ਇੰਡੀਆ ਦਾ, ਹੋਇਆ ਹੀ ਨਹੀਂ, ਉਹਨਾਂ ਨੇ ਕਰਵਾਉਣਾ ਵੀ ਨਹੀਂ, ਕਿਉਂ ਨੀਅਤ ਹੀ ਨਹੀਂ ਲੱਗਦੀ। ਕਿਉਂਕਿ ਜੇ ਕਰਵਾਉਣਾ ਹੋਵੇ ਤਾਂ ਫਿਰ ਕਈ ਚੀਜ਼ਾਂ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ। ਸੋ ਡਾਟਾ ਹੀ ਨਾ ਦਿਓ, ਜੇ ਡਾਟਾ ਹੀ ਨਾ ਦਿਓਗੇ ਤਾਂ ਕੰਮ ਹੀ ਮੁੱਕ ਗਿਆ, ਤੇ ਵਿਹਲੇ ਹੋ ਗਏ। ਸੋ ਡਾਟਾ ਆਪਣੀ ਮਰਜ਼ੀ ਦਾ ਦਿਓ, ਮਤਲਬ ਉਦੋਂ ਹੀ ਸੈਲਫ ਇੰਟਰਸਟ ਆ ਗਏ, ਕਈ ਚੀਜ਼ਾਂ ਆ ਰਹੀਆਂ। ਸੋ ਹੈ ਤਾਂ ਕੰਪਲੈਕਸ, ਜਿੱਦਾਂ ਕਟਿਆਲ ਸਾਹਿਬ ਨੇ ਕਿਹਾ ਕਿ ਇਟ ਇਜ਼ ਨਾਟ ਈਜ਼ੀ, ਇਟ ਇਜ਼ ਅ ਵੈਰੀ ਕੰਪਲੈਕਸ ਸਿਚੁਏਸ਼ਨ। ਔਰ ਇੱਕ ਦਿਨ ਅਸੀਂ ਜਾ ਕੇ ਜਦੋਂ ਦੇਖਦੇ ਹਾਂ, ਜਾ ਕੇ ਅੱਜ ਵੀ ਅਸੀਂ ਦੇਖ ਕੇ ਆਏ ਹਾਂ, ਕਈ ਚੀਜ਼ਾਂ ਬੜੀਆਂ ਅਜੀਬ ਹੋ ਰਹੀਆਂ, ਸਾਡੀ ਕਮਿਊਨਿਟੀ 'ਚ ਹੀ ਹੋ ਰਹੀਆਂ। ਬਾਹਰਲੀਆਂ ਤੇ ਗੱਲਾਂ ਛੱਡੀਏ, ਅਸੀਂ ਸਾਡੀ ਆਪਣੀ ਕਮਿਊਨਿਟੀ 'ਚ ਵੀ ਬਹੁਤ ਕੁਝ ਹੋ ਰਿਹਾ। ਕਮਲਜੀਤ ਸਿੰਘ ਜੀ ਪਲੀਜ਼, ਲਾਸ ਐਂਜਲਸ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਮਨਦੀਪ ਕੌਰ ਜੀ, no words for your contribution. That's one. Foremost, ਸਿਆਣੇ ਕਹਿੰਦੇ ਹੁੰਦੇ ਸਨ, ਤੂੰ ਰੋ ਆਪਣਿਆਂ ਨੂੰ ਤੇ ਮੈਨੂੰ ਆਪਣੀ ਪਈ। ਤੇ ਮੈਂ ਅਕਸਰ ਡਾਕਟਰ ਸਾਹਿਬ ਨਾਲ ਗੱਲ ਕਰਦਾ ਹੁੰਦਾ ਕਿ ਅਸੀਂ ਕੁਰਸੀਆਂ ਤੇ ਬੈਠ ਕੇ ਚਰਚਾ ਕਰਨ ਵਾਲੇ ਪ੍ਰਚਾਰਕ ਬਣ ਗਏ ਹਾਂ, with no offense to anyone. ਮੈਂ ਆਪਣੇ ਪਰਸਪੈਕਟਿਵ ਤੋਂ ਕਹਿਣਾ ਹੁਣ ਹਮੇਸ਼ਾ ਗੱਲ, ਤੇ ਮੈਨੂੰ ਲੱਗਦਾ ਹੈ ਕਿ ਮੈਂ ਇਹ ਜਾਇਜ਼ ਕਰ ਰਿਹਾ, ਕਿਧਰੇ ਮੈਂ ਕੋਈ ਕੁਤਾਹੀ ਤੇ ਨਹੀਂ ਕਰ ਗਿਆ। ਬੋਲਣ ਨੂੰ ਮੈਂ ਬੜਾ ਸ਼ੇਰ ਹਾਂ,
ਸੁਣਨ ਨੂੰ ਮੈਂ ਬੜਾ ਸ਼ੇਰ ਹਾਂ, ਬਰਾਵੋ ਕਰਨ ਨੂੰ ਮੈਂ ਬੜਾ ਸ਼ੇਰ ਹਾਂ। ਹਰ ਇੱਕ ਵੈਬੀਨਾਰ ਸੈਮੀਨਾਰ ਤੋਂ ਬਾਅਦ ਮੇਰੀ ਅਕਸਰ ਡਾਕਟਰ ਸਾਹਿਬ ਨਾਲ ਗੱਲ ਹੁੰਦੀ, ਵਾਟ ਇਜ਼ ਦਾ ਟੇਕ ਹੋਮ। ਅਸੀਂ ਇੰਨੀਆਂ ਗੋਸ਼ਟੀਆਂ ਕਰਦੇ ਹਾਂ, ਕਦੀ ਕਈ ਅਸੀਂ ਇੱਕ ਚੀਜ਼ ਵੀ ਟੇਕ ਹੋਮ ਕੀਤੀ ਤੇ ਐਕਸਰਪਟਸ ਵਜੋਂ there is a lot to learn। ਭੈਣ ਜੀਆਂ ਨੇ ਆਪ ਹੀ ਕਿਹਾ ਸੀਗਾ ਕਿ ਗੁਣਾ ਕਾ ਹੋਵੇ ਵਾਸਲਾ। if I deal only with the qualitative aspect, why should I be going through ਕਿ ਇਹ ਭਾਈ ਸਾਹਿਬ ਇਹ ਕਾਣਾ ਕਿਉਂ ਹੈ ਤੇ ਲੰਗਾ ਕਿਉਂ ਹੈ ਤੇ ਲੂਲਾ ਕਿਉਂ ਹੈ। I should find mistakes in myself if I can and try to improve it। ਬੱਚਿਆਂ ਨੇ ਇੱਕ ਕਿਆ ਕਮਾਲ ਗੱਲ ਹੈ। ਐਂਡ ਪਰਸਨਲੀ ਮੈਂ ਰਮੇਸ਼ ਸਿੰਘ ਜੀ ਨੂੰ ਵੀ ਜਾਣਨਾ, ਉੱਥੇ ਇੱਕ ਕੈਂਪ ਲੱਗਦਾ, ਮੈਂ ਉੱਥੇ ਗਿਆ ਕਈ ਵਾਰੀ। ਇਹਨਾਂ ਦਾ ਰਮੇਸ਼ ਸਿੰਘ ਦਾ ਇੱਕ ਭਨੇਵਾ ਵੀ ਹੈ ਦੁਲੀਆ, ਮੈਂ ਉੱਥੇ ਵੀ ਗਿਆ ਹੋਇਆ, ਮੈਂ ਇਹਨਾਂ ਦੇ ਨਾਲ ਥੋੜਾ ਜਿਹਾ ਵਾਕਫ ਹਾਂ। ਵਿਚਾਰ ਦੀ ਗੱਲ ਚੱਲੀ ਸੀ, ਮੈਂ ਬ੍ਰਸ਼ ਟੱਚ ਦਿੰਦਾ ਚੱਲਾਂ। ਰਾਧਿਕਾ ਜੀ ਚੇਲਾ ਰਾਮ ਜੀ ਦੇ ਬੇਟੀ ਸਨ, ਉਹਨਾਂ ਦਾ ਇੱਕ ਬੇਟਾ ਸੀ ਤੇ ਇੱਕ ਹੋਰ ਤੀਸਰੀ ਭੈਣ ਸੀ ਜਿਹੜੀ ਬੜੀ ਪਤਲੀ ਆਵਾਜ਼ ਚ ਗਾਉਂਦੀ ਸੀ। ਮੈਂ ਉਹਨਾਂ ਨੂੰ ਬਹੁਤ ਸੁਣਿਆ, ਸੋਲਨ ਜਾ ਕੇ ਵੀ ਸੁਣਿਆ। ਬਾਈ ਦ ਵੇ ਜਿਹੜੇ ਉਹਨਾਂ ਦੇ ਗਰੁੱਪਸ ਦੇ ਨਾਲ ਅਟੈਚ ਰਹੇ ਨੇ, ਮੈਂ ਸਿਰਫ ਸਰੋਤਾ ਸੀਗਾ ਉਹਨਾਂ ਦਾ ਛੋਟੇ ਹੁੰਦਿਆਂ ਤੋਂ। ਉਹ ਜਦੋਂ ਕੀਰਤਨ ਕਰਦੇ ਸਨ ਤੇ ਉਹਦੇ ਵਿੱਚ ਵਿਚਾਰ ਵੀ ਕਰਦੇ ਸਨ, ਸਾਡੇ ਵਰਗੀ ਵਿਚਾਰ ਨਹੀਂ, ਮਰਿਆਦਕ ਬੇਸਡ ਔਰ ਦਿਸ, ਜਿਹੜੀ ਆਪਣੇ ਆਪ ਨੂੰ, ਆਪਣੇ ਐਥਿਕਸ ਨੂੰ ਇੰਪਰੂਵ ਕਰੇ। ਉਹਦੀ ਮੈਂ ਗੱਲ ਕੀਤੀ ਛੋਟੇ ਹੁੰਦਿਆਂ, ਮਤਲਬ ਸੋਲਨ ਦੇ ਵਿੱਚ ਕਾਫੀ ਵਾਰੀ ਜਾਂਦੇ ਰਹੇ। ਹੁਣ ਮੈਨੂੰ ਉਹਨਾਂ ਦੇ ਨਾਲ ਕਾਫੀ ਸਾਲਾਂ ਤੋਂ ਸੰਬੰਧ ਨਹੀਂ ਹੈਗਾ। ਇੱਕ ਬੱਚਾ ਸ਼ੋਲਾਪੁਰ ਗੁਰਦੁਆਰੇ ਦੇ ਵਿੱਚ ਅੱਜ ਔਰ ਕੱਲ ਦਾ ਹੁਕਮ ਯਾਦ ਕਰ ਰਿਹਾ ਹੈ। ਉਹਦੀ ਉਹ ਮਾਤਰ ਭਾਸ਼ਾ ਵੀ ਨਹੀਂ ਹੈਗੀ ਤੇ ਉਹ ਭਾਸ਼ਾ ਬੋਲ ਰਿਹਾ ਹੈ ਲਾਊਡ ਐਂਡ ਕਲੀਅਰ ਆਪਣੇ ਐਕਸੈਂਟ ਦੇ ਵਿੱਚ। ਆਫ ਕੋਰਸ ਹੈਵੀ ਐਕਸੈਂਟ ਹੈ। ਮੈਂ ਸੋਚਾਂ, ਮੈਂ ਕਹਿੰਦਾ ਕਿ ਇੱਥੇ ਬੈਠ ਕੇ ਅਸੀਂ ਬਾਹਰ ਦੇ ਮੁਲਕਾਂ 'ਚ ਰਹਿੰਦੇ ਹਾਂ, ਬੜੀ ਵਾਹਿਗੁਰੂ ਦੀ ਕਿਰਪਾ ਹੈ, ਬਲਾ ਬਲਾ ਬਲਾ। ਅਸੀਂ ਇੱਥੇ ਬੈਠ ਕੇ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਨਾ ਦੇ ਸਕੇ, ਗੁਰੂ ਗ੍ਰੰਥ ਦੀ ਤੇ ਕੀ ਦੇਣੀ ਸੀ। ਐਕਸੈਪਸ਼ਨਲ ਕੇਸਿਸ ਆਰ ਐਵਰੀਵੇਅਰ। ਸੋਚੀਏ ਤੇ ਸਹੀ, ਬਜਾਏ ਇਸ ਦੇ ਕਿ ਮੈਂ ਕਿਸੇ ਨੂੰ ਕੁਛ ਵੀ ਕਵਾਂ, ਮੈਂ ਸਿਰਫ ਆਪਣਾ ਆਪ ਸਵਾਰੇ, ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਜੇ ਮੈਂ ਸਿਰਫ ਔਰ ਸਿਰਫ ਆਪਣੀ ਪੀੜੀ ਥਲੇ ਰੋਜ਼ ਝਾੜੂ ਮਾਰਾਂ, ਬੇਨਾਗਾ ਮਾਰਾਂ, ਤੇ ਇੱਕ ਬੱਤੀ ਦੇ ਨਾਲ, ਇੱਕ ਦੀਵੇ ਦੇ ਨਾਲ ਮਾਂ ਸਾਨੂੰ ਸਿਖਾਉਂਦੀ ਸੀ, ਇੱਕ ਦੀਵੇ ਦੇ ਨਾਲ ਦੂਜਾ ਦੀਵਾ ਬਾਲ, ਮਾਚਸਾ ਨਾ ਫੂਕੀ ਜਾ, ਤੇ ਆਪਣੇ ਘਰ ਤੋਂ ਸ਼ੁਰੂ ਕਰਾਂ। ਲੈਟ ਦਾ ਚੈਰਿਟੀ ਬਿਗਨ ਐਟ ਹੋਮ। ਅਸੀਂ ਇੱਥੇ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਇਹ ਤੇ ਨਹੀਂ ਦੇਖਿਆ ਕਿ ਉਹ ਫਲਾਣੇ ਨੇ ਲੂਜ਼ ਕਿੰਨਾ ਕੀਤਾ, ਅਸੀਂ ਕਹਿੰਦੇ ਉਹ ਫਲਾਣੇ ਨੇ ਗੇਨ ਕਿੰਨਾ ਕੀਤਾ ਕਿੰਨੇ ਸਾਲਾਂ 'ਚ, ਤੇ ਸਾਡਾ ਦਿਲ ਕਰਦਾ ਅਸੀਂ ਉਹਨੂੰ ਫੋਲੋ ਕਰੀਏ। ਅਸੀਂ ਮਟੀਰੀਅਲਿਜ਼ਮ 'ਚ ਤੇ ਫੋਲੋਇੰਗ ਐਂਡ ਕੰਪੀਟੀਸ਼ਨ ਬਹੁਤ ਵਧੀਆ ਰੱਖ ਲਿਆ, ਕੰਫਰਟੇਬਲ ਬਣ ਗਏ, ਪਰ ਸਪਿਰਿਚੁਅਲਿਟੀ ਦੇ ਵਿੱਚ ਅਸੀਂ ਕਿੱਥੇ ਖੜੋਤੇ ਹਾਂ। ਜ਼ਰਾ ਕਦੀ ਆਪਣਾ ਅੰਦਾਜ਼ਾ ਤੇ ਲਾਈਏ, ਆਪਣੇ ਆਪ ਨੂੰ ਇਵੈਲੂਏਟ ਤੇ ਕਰੀਏ, ਰੈਟਰੋਸਪੈਕਟਿਵਲੀ ਇੰਟਰੋਸਪੈਕਟ ਕਰੀਏ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਠੀਕ ਜੀ, ਤੁਸੀਂ ਵਾਹਿਗੁਰੂ ਜੀ ਕਾ ਬਿਲਕੁਲ ਠੀਕ ਖਾਲਸਾ, ਹੈ। We ਵਾਹਿਗੁਰੂ have ਜੀ to ਕੀ ਫਤਿਹ। introspect ourselves। ਹਾਂਜੀ, ਤੁਹਾਡੀ ਸਾਰੀ ਗੱਲਬਾਤ ਤੋਂ ਮੇਰਾ ਖਿਆਲ ਇਹਦਾ ਨਿਚੋੜ ਇੱਕੋ ਗੁਰਬਾਣੀ ਦੀ ਤੁਕ ਵਿੱਚ ਸ਼ਾਇਦ ਸਮਾ ਜਾਏਗਾ। ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਸੋ ਆਈ ਥਿੰਕ ਜੇ ਅਸੀਂ ਸਾਰੇ ਜਣੇ ਜੇ ਇਹ ਲੇਖਾ, ਜਿਵੇਂ ਅਸੀਂ ਕਹਿੰਦੇ ਹਾਂ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ, ਕਿਉਂਕਿ ਇੰਨਾ ਹੀ ਟਾਈਮ ਮਿਲਣਾ ਸਾਨੂੰ ਸਾਰਿਆਂ ਨੂੰ ਵੀ ਆਪਣੇ ਜੀਵਨ ਵਿੱਚ ਕਿ ਅਸੀਂ ਆਪਣੇ ਜੀਵਨ ਵਿੱਚ ਕੀ ਖੱਟਿਆ ਤੇ ਕੀ ਦਿੱਤਾ। ਤੇ ਜੇ ਅਸੀਂ ਆਪਣੀ ਵਿਚਾਰਧਾਰਾ, ਆਪਣੀ ਇੰਟਰੋਸਪੈਕਸ਼ਨ, ਸੋ ਇਸੇ ਤਰ੍ਹਾਂ ਨਿਚੋੜ ਕੱਢ ਲਈਏ। ਅੱਜ ਦੀ ਟੇਕ ਅਵੇ, ਤੁਸੀਂ ਕਿਹਾ ਵੀ ਹਰ ਸੈਮੀਨਾਰ ਤੋਂ ਬਾਅਦ ਅਸੀਂ, ਅੱਜ ਦੀ ਟੇਕ ਅਵੇ ਕੀ ਹੈ ਕਿ ਅਸੀਂ ਜੋ ਕਰ ਰਹੇ ਹਾਂ ਕੀ ਠੀਕ ਕਰ ਰਹੇ ਹਾਂ, ਤੇ ਅਸੀਂ ਇਹ ਸੋਚੀਏ ਕਿ ਗੁਰਬਾਣੀ ਦੀ ਤੁਕ ਜਿਹੜੀ ਮੈਂ ਜਿਵੇਂ ਕਹਿ ਰਹੀ ਹਾਂ ਕਿ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ,
ਮਤ ਸ਼ਰਮਿੰਦਾ ਥੀ ਮਈ ਸਾਈਂ ਦੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ। ਡਾਕਟਰ ਸਾਹਿਬ ਇੱਕ ਗੱਲ ਹੋਰ ਇਜ਼ਾਫਤਨ ਕਹਿਣਾ ਚਾਹਨਾ, ਮਾਜ਼ਰਤ ਖਾਵਾਂ ਜਿਵੇਂ ਮੈਂ ਅਕਸਰ ਗੱਲ ਕੀਤੀ ਹੈ ਕਿ ਅੱਜ ਅਜੂ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਜੇ ਮੈਂ ਉਹ ਭੁੱਲਾ ਨਾ ਜਾਣੀਏ ਸ਼ਾਮੀ ਘਰ ਆਵੇ, ਜੇ ਮੈਂ ਅੱਜ ਸਮਝ ਲਵਾਂ ਕਿ ਮੇਰੀ ਪ੍ਰਵਿਰਤੀ, ਮੇਰਾ ਯੂ ਟਰਨ ਆ ਗਿਆ, ਜਿਹੜੀ ਪਹਿਲੀ ਲਾਮ ਹੈ ਮੇਰੀ, ਜਿਹੜੀ ਸਾਰਿਆਂ ਨੇ ਅਸੀਂ ਪੜ੍ਹੀ ਹੋਈ ਹੈ ਤਕਰੀਬਨ, ਜੇ ਮੈਂ ਉਹਨੂੰ ਯੂ ਟਰਨ ਕਰ ਲਵਾਂ ਤੇ ਅੱਜ ਮੈਂ ਸੋਚਣਾ ਸ਼ੁਰੂ ਕਰ ਦਿਆਂ ਜਿਸਲੇ ਮੈਂ ਸੋਹਿਲਾ ਪੜਾਂ, ਜਿਹੜਾ ਕਿ ਨਿਸਬਤਨ ਮੈਨੂੰ ਆਦਤਨ ਗੁਰੂ ਸਾਹਿਬ ਦੇ ਹੁਕਮ ਵਜੋਂ ਵੀ ਮੈਨੂੰ ਕਿਹਾ ਗਿਆ ਕਿ ਇਹ ਮੈਂ ਪੜ੍ਹਨਾ ਹੈ। ਉਦੋਂ ਬਾਅਦ ਮੈਂ ਜੇ ਅੱਜ ਸੋਚਣਾ ਸ਼ੁਰੂ ਕਰ ਦਿਆਂ, ਪਾਤਸ਼ਾਹ ਮੇਰੇ ਤੇ ਮਿਹਰ ਕਰ, ਮੇਰੀ ਸੁਰਤ ਨੂੰ ਜਗਾ ਤੇ ਮੈਨੂੰ ਇਹ ਦੱਸ ਕੇ ਅੱਜ ਮੈਂ ਕੋਈ ਕੰਮ ਤੇਰੇ ਹੁਕਮ ਵਾਲਾ ਕੀਤਾ ਹੈ। ਇੱਥੋਂ ਸ਼ੁਰੂ ਕਰ ਲਾ, ਭਾਵੇਂ ਮੈਂ 4 ਦਿਨ ਜੀਣਾ ਤੇ ਹਰ ਰੋਜ਼ ਉਹਨੂੰ ਮੈਂ ਰੈਟਰੋਸਪੈਕਟ ਕਰਾਂ, ਇੰਟਰੋਸਪੈਕਟ ਕਰਾਂ ਕਿ ਫਿਰ ਮੇਰੀ ਸਟੇਜ ਆ ਸਕਦੀ ਏ, ਜੇ ਮਾਲਕ ਰਹਿਮਤ ਕਰੇ ਕਿ ਪਾਤਸ਼ਾਹ ਅੱਜ ਮੈਂ ਕਿਹੜਾ ਕੰਮ ਤੇਰੇ ਹੁਕਮ ਤੋਂ ਬਾਹਰ ਕੀਤਾ ਹੈ। ਇਹ ਜੇ ਮੈਂ ਕਰ ਲਿਆ ਤੇ ਮੈਂ ਡੈਫੀਨੇਟਲੀ ਸਚਿਆਰਤਾ ਦਾ ਰਾਹ ਅਪਣਾ ਲਿਆ ਤੇ ਮਨ ਜੀਤੇ ਜਗ ਜੀਤ ਹੋ ਗਿਆ। ਥੈਂਕ ਯੂ ਜੀ ਡਾਕਟਰ ਸਾਹਿਬ, ਸੌਰੀ ਫॉर द ਇੰਟਰਪਸ਼ਨ ਵਾਂਸ ਅਗੇਨ। ਠੀਕ ਹੈ, ਹਾਂਜੀ ਕਟਿਆਲ ਸਾਹਿਬ ਤੁਸੀਂ ਲਾਸਟ ਪੁਆਇੰਟ ਕੁਝ ਇਸ ਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ ਜਿਹਾ ਹਿਸਟਰੀ 'ਚ ਲੈ ਕੇ ਜਾਣਾ ਚਾਹੁੰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜਿਹੜਾ ਪੋਠੋਹਾਰ ਇਲਾਕਾ ਵਾ, ਜਿੱਥੇ ਸਹਿਜਧਾਰੀ ਬਹੁਤ ਸਨ, ਪੋਠੋਹਾਰ ਹੋ ਗਿਆ, ਕੈਂਬਲਪੁਰ ਹੋ ਗਿਆ, ਇਹ ਇਲਾਕੇ ਜਿਹੜੇ ਨੇ ਨਾ, ਇਹ ਇੱਥੇ majority of them were Hindus, and but ਉਹ ਲੋਕ ਸਿੱਖ ਮਰਿਆਦਾ ਨਾਲ ਸਾਰੇ ਆਪਣੇ ਰਿਚੁਅਲ ਕਰਦੇ ਸਨ, ਉਹ ਮੂਰਤੀ ਪੂਜਾ ਵਗੈਰਾ ਨਹੀਂ ਕਰਦੇ ਸਨ। ਉਹਦੇ ਕਈ ਰੀਜ਼ਨ ਹੋ ਸਕਦੇ ਆ, ਜਦੋਂ ਤੁਸੀਂ ਐਨਾਲਿਟੀਕਲ ਰਿਸਰਚ ਕਰੋਗੇ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ predominantly 80% ਮੁਸਲਮਾਨ ਨੇ ਤੇ ਯੂ ਆਰ ਰਿਲੈਕਟੈਂਟ ਆਫ ਹੈਵਿੰਗ ਮੂਰਤੀਆਂ ਜਾਂ ਕੁਝ ਹੋਰ ਚੀਜ਼, ਐਂਡ ਤੁਸੀਂ ਗੁਰੂ ਵੱਲ ਲੱਗ ਜਾਂਦੇ ਸੋ ਅੱਜ ਵੀ ਹੈਗੇ ਨੇ, ਅੱਜ ਵੀ ਹਰੀਪੁਰ ਇੱਕ ਡਿਸਟ੍ਰਿਕਟ ਹੈ, ਉੱਥੇ ਸਹਿਜਧਾਰੀ ਸਿੱਖ ਹੈਗੇ ਨੇ। So similarly here in ਜੇ ਤੁਸੀਂ ਇਹਦੀ ਹਿਸਟਰੀ ਦੇਖੋਗੇ ਸਿੰਧ ਦੀ, ਇੱਥੇ ਮੁਸਲਮਾਨ ਸਭ ਤੋਂ ਪਹਿਲਾਂ ਆਏ ਵੀ ਇਨਵੇਡਰਸ, ਤੇ ਉਹਨਾਂ ਨੇ ਆ ਕੇ ਦਾਰਾ ਨੂੰ ਸ਼ਿਕਸ਼ ਦੇ ਕੇ ਰਿਆਇਤ ਆਲਮੋਸਟ at the partition time very close to 65% Sindh was Muslim. Due course of time ਜਿਹੜੀ economy ਸੀ ਉਹ non Muslim ਦੇ ਹੱਥ ਵਿੱਚ ਸੀ, ਤੇ plus ਉਹ ਲੋਕ again had the same problem what I am talking about ਕਿ ਉਧਰ ਜਿਹੜੀ problem ਸੀਗੀ ਕਿ ਮੂਰਤੀ ਪੂਜਾ and all that was not easy to do even in Sindh. So during Ranjit Singh's regime and also during Misla, lot of pracharak came to Sindh. ਦੇ ਸਿੰਧ ਦੇ ਵਿੱਚ ਆਪਣੇ ਆ ਜਾਂਦੇ ਸਨ ਤੇ ਉਹ ਗੁਰੂ ਨਾਨਕ ਦੇਵ ਜੀ ਬਾਰੇ ਤੇ ਉਹ ਚੀਜ਼ਾਂ ਦੱਸਦੇ ਸਨ, ਤੇ ਸਿੰਧੀਆਂ ਦੀ ਐਫੀਲੀਏਸ਼ਨ ਸ਼ੁਰੂ ਹੋ ਜਾਂਦੀ ਸੀ ਜਿਹੜੇ ਨਾਨ ਮੁਸਲਿਮ ਸਨ। So this is the background how Sindhis have started becoming devoted of the Guru Nanak or the Sikhs. ਦੂਸਰੀ ਚੀਜ਼ ਹੈਗੀ ਹੈ ਕਿ ਇੱਕ ਵੱਡਾ ਨੰਬਰ ਨਹੀਂ ਇਹ ਗੱਲ ਹੈ, ਭੈਣ ਜੀ ਨੇ ਉਹ ਵੈਸੇ ਹੀ ਦੱਸਤਾ ਕਿ 1/3 ਦੇ ਕਰੀਬ ਹੋਣਗੇ ਅਮੰਗ ਦਾ ਨਾਨ ਮੁਸਲਿਮਸ ਜਿਹੜੇ ਸਿੱਖੀ ਨੂੰ ਮੰਨਦੇ ਨੇ। ਸੋ ਫਿਰ ਇੱਕ ਚੀਜ਼ ਹੋਰ ਹੈ, ਆਰੀਆ ਸਮਾਜ ਗੁਜਰਾਤ ਵਿੱਚੋਂ ਸ਼ੁਰੂ ਹੋਇਆ, ਸਵਾਮੀ ਦਇਆਨੰਦ, ਉੱਥੇ ਉਹਨੂੰ ਲਿਫਟ ਨਹੀਂ ਮਿਲੀ ਬਿਕੋਜ਼ ਉੱਥੇ ਡੋਮੀਨੇਸ਼ਨ ਹੈ ਮੂਰਤੀ ਪੂਜਾ ਦਾ, ਬ੍ਰਾਹਮਣਿਜ਼ਮ ਦਾ, ਬ੍ਰਾਹਮਣਿਕਲ ਚੀਜ਼ਾਂ ਦਾ, ਤੇ ਉੱਥੋਂ ਸਿੱਖਾਂ ਨੇ ਕਿਹਾ ਤੇ ਬੜੀ ਵਧੀਆ ਗੱਲ ਕਰਦਾ, ਇਹਨੂੰ ਚੁੱਕ ਕੇ ਪੰਜਾਬ ਚ ਲਾਏ, ਉਹ ਬੈਕਫਾਇਰ ਕਰ ਗਿਆ। ਸੋ ਹਿਸਟਰੀ ਗੋਟ ਟੂ ਬੀ ਸਟੱਡੀਡ, ਐਨਾਲਿਟੀਕਲ ਉਹਦੇ ਵਿੱਚੋਂ ਤੁਹਾਨੂੰ ਸਟ੍ਰੈਟਜੀ ਲੱਭਣੀ ਪੈਂਦੀ ਹੈ। ਸੋ ਇਹ ਬੜਾ ਚੰਗਾ ਪ੍ਰੋਜੈਕਟ ਭੈਣ ਜੀ ਦਾ ਹੈਗਾ, but we have to be very careful what we want. We do not want to create another Radha Swami or Nirankari and all that. So we need to be careful on those things. But I appreciate Panji the effort, Panji the tarika dasanda. Very well said. Thank you very much. Thank you. So we come towards a close ji. Hanji Panji, Dr. Mandeep Kaur ji, ਤੁਹਾਡਾ ਬਹੁਤ thanks. ਅਸੀਂ ਰਣਜੀਤ ਸਿੰਘ ਜੀ ਤੁਹਾਡਾ ਚੱਲਿਆ ਕਿ ਨਹੀਂ, ਮਿਊਟ ਹੋਇਆ, ਅਨਮਿਊਟ ਹੋਇਆ ਤੁਹਾਡੇ ਕੋਲ, ਇੱਕ ਵਾਰੀ ਲਾਸਟ ਚਾਂਸ।
ਬਹੁਤ ਟਰਾਈ ਕੀਤੀ ਬਟ ਨਹੀਂ ਨਹੀਂ ਹੋ ਰਿਹਾ। ਚਲੋ ਕੋਈ ਨਹੀਂ, ਤੁਸੀਂ ਈਮੇਲ ਕਰ ਦੇਣਾ ਜਾਂ ਮੈਸੇਜ ਪਾ ਦੇਣਾ ਮੈਨੂੰ, ਮੈਂ ਪਾਸ ਔਨ ਕਰ ਦਿਆਂਗਾ। ਭੈਣ ਜੀ ਤੁਹਾਡਾ ਬਹੁਤ ਬਹੁਤ ਥੈਂਕ। ਇਟ ਵਾਜ਼ ਏ ਆਈ ਓਪਨਰ। ਇਹ ਸਾਰੇ ਦੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕੋਈ ਕਈ ਵਾਰੀ ਅਸੀਂ ਗੁਰਬਾਣੀ ਦੇ ਉੱਤੇ ਡਿਸਕਸ, ਵੀ ਹੈਵ ਟੂ ਨੋ ਕਿ ਸਾਡੀ ਸਿੱਖ ਸਮਾਜ ਵਿੱਚ ਸਾਡੇ ਆਲੇ ਦੁਆਲੇ ਕੀ ਕੀ ਹੋ ਰਿਹਾ, ਉਹਦੀ ਨੌਲੇਜ ਵੀ ਹੋਣਾ, ਗਿਆਨ ਰੱਖਣਾ, ਤਾਂ ਕਿ ਸਾਡੇ ਜਿਹੜੇ ਸੋਚ ਹੈ ਉਸਦੇ ਡਿਸੀਜ਼ਨ ਮੇਕਿੰਗ ਜਿਹੜੀ ਹੈ, ਜਿਹੜੀ ਸੋਚ ਹਰ ਵੇਲੇ ਡਿਸੀਜ਼ਨ ਲੈਂਦੀ ਰਹਿੰਦੀ ਹੈ ਜਾਂ ਅਸੀਂ ਗੱਲ ਕਰਦੇ ਰਹਿੰਦੇ ਹਾਂ, ਉਹ ਜਿਹੜੀਆਂ ਉਹਨਾਂ ਗਿਆਨ ਨਾਲ ਜੁੜੀਆਂ ਹੋਣ, ਜਿਹੜੀਆਂ ਫੈਕਟਸ ਐਂਡ ਫਿਗਰ ਸਾਨੂੰ ਮਿਲ ਰਹੀਆਂ। ਐਂਡ ਆਈ ਥਿੰਕ ਤੁਸੀਂ ਬਿਲਕੁਲ ਐਂਡ ਰਾਈਟ ਇਨ ਦੀ ਮਿਡਲ ਆਫ ਦੀ, ਜਿਹਨੂੰ ਗਰਾਊਂਡ ਜ਼ੀਰੋ ਕਹਿੰਦੇ ਆ, ਉਹਦੇ ਬਾਰੇ ਗੱਲ ਸਾਰੀ ਕੀਤੀ ਹੈ ਔਰ ਸਾਨੂੰ ਉਹਦੇ ਬਾਰੇ ਅਵੇਅਰ ਕਰਾਇਆ। ਮੈਂ ਤੁਹਾਡਾ ਬਹੁਤ ਬਹੁਤ ਥੈਂਕਸ। ਤੇ ਵੀ ਵਿਸ਼ ਕਿ ਅਸੀਂ ਹੋਰ ਵੀ ਟੌਪਿਕ ਤੁਹਾਡੇ ਕੋਲ, ਮੈਨੂੰ ਪਤਾ ਹੋਰ ਵੀ ਖਜ਼ਾਨਾ ਹੈਗਾ, ਅਸੀਂ ਹੋਰ ਵੀ ਉਹ ਵੀ ਲਵਾਂਗੇ, ਕਿਸੇ ਵੇਲੇ ਬੈਠ ਕੇ ਅਸੀਂ ਹੋਰ ਕਰਾਂਗੇ। ਤੋ ਸਾਰੇ ਬਾਕੀ ਸਾਰਿਆਂ ਦਾ ਵੀ ਬਹੁਤ ਥੈਂਕ ਜੀ। ਆਈ ਐਮ ਨਾਟ ਅਨਾਉਂਸਿੰਗ ਬਟ ਅਨਾਉਂਸਮੈਂਟ ਆਏਗੀ। ਮੈਂ ਕਿਹਾ ਵੀ ਹੈਵ ਅ ਵੈਰੀ ਇੰਟਰਸਟਿੰਗ ਟੌਪਿਕ ਨੈਕਸਟ ਟਾਈਮ, ਤੇ ਬਟ ਆਈ ਐਮ ਜਸਟ ਅਵੇਟਿੰਗ ਦੀ ਨੋਡ ਆਫ ਦੀ ਸਪੀਕਰ। ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਸਾਰੇ ਵੈਬੀਨਾਰ ਦਾ ਮੇਰਾ ਜੋ ਖਿਆਲ ਹੈ, ਮੇਰਾ ਖਿਆਲ ਹੈ ਨਿਚੋੜ ਮੇਰੇ ਐਕਸਪੀਰੀਅੰਸ ਤੋਂ ਮੈਂ ਸਿਰਫ ਇਹੀ ਕਹਿ ਸਕਦੀ ਹਾਂ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਹਮਾਰਾ ਮੀਤ। ਜਿਹੜਾ ਵੀ ਗੁਰੂ ਨਾਨਕ ਦੀਆਂ ਗੱਲਾਂ ਕਰੇ, ਜਿਹੜਾ ਵੀ ਗੁਰਬਾਣੀ ਦੀਆਂ ਗੱਲਾਂ ਕਰੇ, ਉਹ ਸਾਡਾ ਮੀਤ ਹੈ, ਉਹ ਸਾਡਾ ਭਾਈ ਹੈ, ਔਰ ਗੁਰਬਾਣੀ ਦੀਆਂ ਗੱਲਾਂ ਕਰਨ ਵਾਲਾ ਹੀ ਸਾਡਾ ਮੀਤ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।